ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਰੋਜ਼ਾਨਾ ਦੀ ਤਰ੍ਹਾਂ ਅੱਜ ਗੁਰਮਤਿ ਕੈਂਪ ਦੇ ਵਿੱਚ ਸ਼ਾਮਿਲ ਹੋਏ ਹੋ ਜੀ। ਰੋਜ਼ਾਨਾ ਦੀ ਤਰ੍ਹਾਂ ਅੱਜ ਗੁਰਮਤਿ ਕੈਂਪ ਦੀ ਸ਼ੁਰੂਆਤ ਅਸੀਂ ਜਾਪਦੀ ਸੇਵਾ ਤੋਂ ਕਰਾਂਗੇ ਜੀ। ਅੱਜ ਦੀ ਜਾਪਦੀ ਸੇਵਾ ਹੈ ਜੀ ਅਭਿਜੀਤ ਸਿੰਘ ਜੀ, EPP ਨੰਬਰ 14836, ਜ਼ੋਨ ਫਿਰੋਜ਼ਪੁਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਅੱਜ ਦੀ ਕੀਰਤਨ ਦੀ ਸੇਵਾ ਰੋਵਨਪ੍ਰੀਤ ਕੌਰ ਲੈਣਗੇ, EPP ਨੰਬਰ 1779। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਮੰਗੇ ठाकुर अपने दे सोई सोई तेरे। जो मंगे ठाकुर अपने दे सोई सोई तेरे। नानक दास कदे जो बोले सच होवे। नानक दास कदे जो बोले सच होवे। जो
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵਧੀਆ ਜੀ, ਆਪ ਜੀ ਨੇ ਬਹੁਤ ਹੀ ਵਧੀਆ ਕੀਰਤਨ ਦੀ ਸੇਵਾ ਨਿਭਾਈ। ਸੋ ਅੱਜ ਦਾ ਪਹਿਲਾ ਸੈਸ਼ਨ ਅਸੀਂ ਸਟਾਰਟ ਕਰਾਂਗੇ ਜੀ। ਅੱਜ ਦਾ ਪਹਿਲਾ ਸੈਸ਼ਨ ਵੀਰ ਹਰਵਿੰਦਰ ਸਿੰਘ ਜੀ ਲੈਣਗੇ, ਜਿਨ੍ਹਾਂ ਦਾ ਵਿਸ਼ਾ ਹੈ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਬਹੁਤ ਬਹੁਤ ਧੰਨਵਾਦ ਆ ਤੁਹਾਡਾ ਸਾਰਿਆਂ ਦਾ। ਬਹੁਤ ਸੋਹਣਾ ਉਪਰਾਲਾ ਕੀਤਾ, ਬੱਚਿਆਂ ਨੇ ਬਹੁਤ ਸੋਹਣਾ ਕੀਰਤਨ ਕੀਤਾ ਹੈ। ਵਾਹਿਗੁਰੂ ਜੀ, ਹੁਣ ਆਪਾਂ ਆਪਣੇ ਟੌਪਿਕ ਵੱਲ ਆਵਾਂਗੇ। ਮੈਂ ਬੇਨਤੀ ਕਰੂੰਗਾ ਕਿ ਭੈਣ ਜੀ ਹੋਸਟ ਆ, ਤੁਸੀਂ ਤਾਂ ਇਹ ਸ਼ਬਦ ਲਾ ਦਿਓ ਕਿਰਪਾ ਕਰਕੇ। ਮੈਂ ਵੀਡੀਓ ਹਟਾ ਦਿੰਦਾ ਆ, ਆਡੀਓ ਆਪਾਂ ਕਥਾ ਕਰ ਲਾਂਗੇ, ਨਾਲ ਵਿਚਾਰਾਂ ਕਰ ਲਾਂਗੇ, ਤਾਂ ਨਾਲ ਸ਼ਬਦ ਲੱਗ ਜੂਗਾ। ਸਾਰੇ ਬੱਚੇ ਸਕਰੀਨ ਤੇ ਜ਼ਰੂਰ ਧਿਆਨ ਰੱਖਣ ਸ਼ਬਦ ਵੱਲ, ਤਾਂ ਕਿ ਆਪਾਂ ਸਮਝ ਸਕੀਏ ਕਿ ਗੁਰੂ ਪਾਤਸ਼ਾਹ ਸਾਨੂੰ ਕੀ ਕਹਿ ਰਹੇ ਆ। ਸੋ ਵਾਹਿਗੁਰੂ, ਜੇ ਆਪਣਾ ਗੁਰਬਾਣੀ ਸਰਚਰ ਤੋਂ ਸ਼ਬਦ ਲੱਗ ਸਕਦਾ ਤਾਂ ਜ਼ਰੂਰ ਲਾ ਦਿਓ। ਪੀਊ ਦਾਦੇ ਕਾ ਡਿੱਠਾ ਖਜ਼ਾਨਾ, ਬਹੁਤ ਸੋਹਣਾ ਵਿਸ਼ਾ ਹੈ। ਵਾਹਿਗੁਰੂ ਜੀ, ਆਪਾਂ ਹਮੇਸ਼ਾ ਕਿੰਨੀਆਂ ਜਥੇਬੰਦੀਆਂ, ਉਹ ਕਿੰਨੀ ਸੰਗਤ, ਕਿੰਨੇ ਸਿੰਘ, ਸਾਰੇ ਕੋਸ਼ਿਸ਼ ਕਰ ਰਹੇ ਆ ਸਾਰੇ ਜਣੇ ਕਿ ਕਿਸੇ ਤਰ੍ਹਾਂ ਆਪਣੀ ਸਾਰੀ ਕੌਮ, ਸਾਰੇ ਬੱਚੇ, ਆਪਾਂ ਸਾਰੇ ਜਾਣੇ, ਸਾਰੀ ਦੁਨੀਆ ਬਾਣੀ ਦੇ ਨਾਲ ਜੁੜ ਜਾਏ। ਆਮ ਹੀ ਇਹ ਤੁਸੀਂ ਗੁਰੂ ਪਾਤਸ਼ਾਹ ਦੇ ਜਿਹੜੇ ਪਾਵਨ ਬੋਲ ਆ ਸੁਣਦੇ ਰਹਿੰਦੇ ਆਪਾਂ, ਪੀਊ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਤੇ ਆਪਾਂ ਆਮ ਤੌਰ ਤੇ ਸੁਣਦੇ ਹਾਂ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਐਸਾ ਅਨਮੋਲ ਖਜ਼ਾਨਾ ਆਪਾਂ ਨੂੰ ਦੇ ਕੇ ਗਏ ਆ। ਗੁਰੂ ਪਾਤਸ਼ਾਹ ਦਸੇ ਪਾਤਸ਼ਾਹੀਆਂ ਨੇ ਸਖਤ ਮਿਹਨਤ 239 ਸਾਲ ਲਾਏ। ਸੋ ਸਾਰੀ ਬਾਣੀ ਇਕੱਤਰ ਕੀਤੀ ਭਗਤ ਜਨਾਂ ਦੀ, ਇੰਨਾ ਵੱਡਾ ਖਜ਼ਾਨਾ ਸਾਡੇ ਲਈ ਆ। ਸੋ ਜਦੋਂ ਆਪਾਂ ਖਜ਼ਾਨਾ ਸੁਣਦੇ ਹਾਂ ਤਾਂ ਸਾਡੇ ਜਿਹਨ 'ਚ ਆਉਂਦਾ ਹੋਊਗਾ ਕਿ ਕੀ ਖਜ਼ਾਨਾ, ਉਹਦੇ ਵਿੱਚ ਕਿਹੜੇ ਹੀਰੇ ਆ, ਕਿਹੜੇ ਲਾਲ ਆ, ਕਿਹੜੇ ਰਤਨ ਆ, ਜਾਂ ਕੀ ਕੁਛ ਆ। ਆਪਾਂ ਕਦੇ ਵਿਚਾਰਿਆ ਨਹੀਂ। ਅੱਜ ਆਪਾਂ ਕੋਸ਼ਿਸ਼ ਕਰਾਂਗੇ ਵਿਚਾਰਨ ਦੀ। ਸੋ ਤੁਸੀਂ ਬਹੁਤ ਵਧੀਆ ਬੱਚੇ ਆ, ਬਹੁਤ ਸਿਆਣੇ, ਗੁਰੂ ਸਾਹਿਬ ਦੇ ਪਿਆਰ ਵਾਲੇ, ਤਾਂ ਹੀ ਤਾਂ ਇਹ ਕਲਾਸ ਜੁਆਇਨ ਕੀਤੀ ਆ ਸਭ ਨੇ। ਮੈਂ ਤੁਹਾਨੂੰ ਇੱਕ ਬੇਨਤੀ ਜ਼ਰੂਰ ਕਰੂੰਗਾ, ਬਹੁਤ ਧਿਆਨ ਦੇ ਨਾਲ ਸ਼ਬਦ ਤੇ ਵੀ ਨਿਗਾਹ ਰੱਖਣੀ ਆ ਤੇ ਬੜੇ ਧਿਆਨ ਦੇ ਨਾਲ ਸੁਣਨੀ ਆ। ਸ਼ਾਇਦ ਇੱਕ ਵਿਚਾਰ ਤੁਹਾਡੀ ਪੂਰੀ ਜ਼ਿੰਦਗੀ ਪਲਟ ਸਕਦੀ ਹੈ। ਸੋ ਸ਼ਬਦ ਅਸਲ ਵਿੱਚ ਹੈਗਾ ਆ, ਹਮ ਧਨਵੰਤ ਭਾਗਟ ਸੱਚ ਨਾਏ, ਹਰ ਗੁਣ ਗਾਵੇ ਸਹਿ ਸੁਭਾਏ। ਗੌੜੀ ਗਵਾਰੇਰੀ ਰਾਗ ਆ ਤੇ ਪੰਜਵੇਂ ਪਾਤਸ਼ਾਹ ਜੀ ਦਾ ਇਹ ਸ਼ਬਦ ਆ। ਸੋ ਬਹੁਤ ਪਿਆਰਾ ਸ਼ਬਦ ਆ, ਹਮ ਧਨਵੰਤ ਭਾਗਟ ਸੱਚ ਨਾਏ। ਸੋ ਜਿਹੜੀ ਗੱਲ ਮੈਂ ਤੁਹਾਡੇ ਨਾਲ ਕਰ ਰਿਹਾ ਕਿ ਤੁਸੀਂ ਬਹੁਤ ਭਾਗਾਂ ਵਾਲੇ ਬੱਚੇ ਆ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਨਾਲ ਜੁੜੇ ਆ। ਤੁਸੀਂ ਗੁਰਸਿੱਖਾਂ, ਸਾਨੂੰ ਗੁਰੂ ਨਾਨਕ ਦੇ ਘਰ, ਮਤਲਬ ਸਿੱਖਾਂ ਦੇ ਘਰ ਜਨਮ ਮਿਲਿਆ ਆ, ਗੁਰੂ ਨਾਨਕ ਦੇ ਘਰ ਜਨਮ ਮਿਲਿਆ ਆ। ਅਸੀਂ ਡਾਇਰੈਕਟ ਬਾਣੀ ਦੇ ਨਾਲ ਜੁੜੇ ਹੋਏ ਆ, ਔਰ ਕੋਸ਼ਿਸ਼ ਲਗਭਗ ਸਭ ਦੇ ਵੱਲੋਂ ਹੁੰਦੀ ਆ ਕਿ ਬੱਚੇ ਬਾਣੀ ਦੇ ਨਾਲ ਜੁੜ ਜਾਣ। ਇਹ ਅਸੀਂ ਤਾਂ ਬਹੁਤ ਲੱਕੀਐਸਟ ਮੈਨ ਇਨ ਦੀ ਵਰਲਡ ਆ ਕਿ ਬਹੁਤ ਭਾਗ ਉੱਚੇ ਆ ਸਾਡੇ। ਕਿਉਂ ਉੱਚੇ ਆ? ਸਿਰਫ ਕਹਿਣ ਮਾਤਰ ਨਹੀਂ ਉੱਚੇ ਹੈਗੇ, ਕਿਉਂਕਿ ਸਾਡੇ ਕੋਲ ਏਦਾਂ ਦਾ ਖਜ਼ਾਨਾ ਪਿਆ ਹੋਇਆ ਆ ਕਿ ਆਪਾਂ ਦੇਖੋ, ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਆਪਾਂ ਪੜ੍ਹਦੇ ਹਾਂ ਸਾਰੇ। ਅਸੀਂ ਸ਼ਾਹੇ ਸ਼ਹਿਨਸ਼ਾਹ ਦੇ ਪੁੱਤਰ ਹਾਂ। ਸ਼ਹਿਨਸ਼ਾਹ ਦਾ ਪੁੱਤਰ ਆ ਜਿਹੜਾ ਰਾਜਕੁਮਾਰ ਹੁੰਦਾ, ਆਪਾਂ ਸਾਰੇ ਹੀ ਰਾਜਕੁਮਾਰ ਆ। ਹਰ ਗੁਰਸਿੱਖ ਅੰਮ੍ਰਿਤਧਾਰੀ ਆ ਜਿਹੜਾ, ਉਹ ਰਾਜਕੁਮਾਰ ਆ। ਸ਼ਾਹੇ ਸ਼ਹਿਨਸ਼ਾਹ ਸਾਡਾ ਪਿਤਾ ਇੰਨਾ ਅਮੀਰ ਆ, ਇੰਨਾ ਉੱਚਾ ਆ, ਇੰਨਾ ਮਤਲਬ ਬਾਦਸ਼ਾਹ ਆ, ਤੇ ਗੁਰਸਿੱਖ ਕਦੇ ਗਰੀਬ ਨਹੀਂ ਹੁੰਦਾ। ਜਿਹੜਾ ਆਪਣਾ ਇਹ ਕੈਂਪ ਚੱਲ ਰਿਹਾ ਆ, ਪਰਸਨੈਲਿਟੀ ਡਿਵੈਲਪਮੈਂਟ ਕੈਂਪ, ਸੋ ਇਹਦੇ ਵਿੱਚ ਆਪਾਂ ਇਹ ਗੱਲ ਤਾਂ ਬਹੁਤ ਜ਼ਰੂਰੀ ਕਰਨੀ ਬਣਦੀ ਆ ਕਿ ਗੁਰੂ ਸਾਹਿਬ ਦੀ ਪਰਸਨੈਲਿਟੀ ਕਿਵੇਂ ਦੀ ਸੀ, ਭਗਤ ਜਨਾਂ ਦੀ ਪਰਸਨੈਲਿਟੀ ਕਿਵੇਂ ਦੀ ਸੀ, ਸੋ ਉਹਨਾਂ ਦੀ ਬਾਦਸ਼ਾਹਤ ਕਿਵੇਂ ਦੀ ਸੀ। ਗੁਰੂ ਪਾਤਸ਼ਾਹ ਦੀ ਸ਼ਾਹੇ ਸ਼ਹਿਨਸ਼ਾਹ ਕਿਉਂ ਕਹਿੰਦੇ ਆ ਗੁਰੂ ਸਾਹਿਬ ਨੂੰ, ਤੇ ਕੀ ਅਸੀਂ ਉਹਨਾਂ ਦੇ ਪੁੱਤਰ ਹੋ ਕੇ ਆਪਾਂ ਗਰੀਬ ਹੋ ਸਕਦੇ ਹਾਂ? ਜਾਂ ਅਸੀਂ ਰਾਜਕੁਮਾਰ ਤੇ ਜਾਂ ਸ਼ਹਿਨਸ਼ਾਹ ਨਹੀਂ ਬਣ ਸਕਦੇ? ਗੁਰੂ ਸਾਹਿਬ ਨੇ ਤਾਂ ਸਾਨੂੰ ਕਿਹਾ ਆ, ਖਾਲਸਾ ਮੇਰਾ ਰੂਪ ਹੈ ਖਾਸ, ਤੂੰ ਮੇਰਾ ਰੂਪ ਆ, ਤੂੰ ਮੇਰਾ ਸਪੈਸ਼ਲ ਰੂਪ ਆ, ਖਾਸ। ਅਸੀਂ ਗੁਰੂ ਸਾਹਿਬ ਦੇ ਖਾਸ ਰੂਪ ਆ। ਮਤਲਬ ਉਹਦਾ ਜੇ ਆਪਾਂ ਬਹੁਤ ਵਿਚਾਰਾਂਗੇ ਨਾ, ਉਹਦਾ ਮਤਲਬ ਇਹੀ ਹੈ ਕਿ ਤੁਸੀਂ ਵੀ ਗੁਰੂ ਗੋਬਿੰਦ ਸਿੰਘ ਹੀ ਆ। ਤੁਸੀਂ ਵੀ, ਗੁਰੂ ਸਾਹਿਬ ਕਹਿੰਦੇ, ਮੇਰੀ ਤਰ੍ਹਾਂ ਜੀ ਸਕਦੇ ਆ। ਉਹੀ ਲਾਈਫ ਜਿਹੜੀ ਗੁਰੂ ਪਾਤਸ਼ਾਹ ਜੀ ਕੇ ਗਏ, ਆਪਾਂ ਵੀ ਜੀ ਸਕਦੇ ਹੋਵੇਂ ਦੀ ਲਾਈਫ। ਪਰ ਅਸੀਂ ਕਿਉਂ ਨਹੀਂ ਜੀ ਪਾ ਰਹੇ, ਜਾਂ ਅਸੀਂ ਗਰੀਬ ਕਿਉਂ? ਜੇ ਆਪਾਂ ਇੱਕ ਸਵਾਲ ਕਰੀਏ ਨਾ ਕਿ ਗੁਰਸਿੱਖਾ ਜੀ ਬੜਾ ਬਿਮਾਰ ਆ, ਜਾਂ ਆਹ ਗੁਰਸਿੱਖਾ ਇਹ ਬੜਾ ਗਰੀਬ ਆ, ਤੇ ਗੁਰੂ ਸਾਹਿਬ ਦਾ ਇੱਕ ਹੀ ਜਵਾਬ ਹੁੰਦਾ, ਇਹਨੂੰ ਹਲੇ ਸਮਝ ਨਹੀਂ ਹੈਗੀ ਕਿ ਗੁਰਸਿੱਖੀ ਕੀ ਹੁੰਦੀ ਹੈ। ਇਹਨੂੰ ਹਲੇ ਆਪਣੇ ਗੁਰੂ ਦੀ ਨਹੀਂ ਸਮਝ, ਇਹਨੂੰ ਆਪਣੇ ਗੁਰੂ ਪਿਤਾ ਦੀ ਸਮਝ ਨਹੀਂ। ਦੂਜਾ, ਉਹਨੂੰ ਆਪਣੇ ਆਪ ਦੀ ਵੀ ਸਮਝ ਨਹੀਂ ਕਿ ਉਹ ਕੌਣ ਆ। ਸਾਰੇ ਵਾਹਿਗੁਰੂ ਦੇ ਪੁੱਤਰ ਨਾ, ਘੱਟ ਘੱਟ ਮੈਂ ਹਰ ਜੂ ਬਸੈ, ਸਭ ਮੈਂ ਜੋਤ ਜੋਤ ਹੈ ਸੋਏ। ਸਾਰਿਆਂ ਦੇ ਅੰਦਰ ਤੇ ਵਾਹਿਗੁਰੂ ਦੀ ਜੋਤ ਆ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਕੱਚੇ ਭਾਂਡੇ ਸਾਜ ਨਿਵਾਜੇ, ਅੰਤਰ ਜੋਤ ਸਮਾਈ। ਅੰਦਰ ਤੇ ਤੁਹਾਡੇ ਵਾਹਿਗੁਰੂ ਦੀ ਜੋਤ ਆ। ਸਰੀਰ ਇੱਕ ਕੱਚਾ ਭਾਂਡਾ ਆ, ਤੁਸੀਂ ਤਾਂ ਵਾਹਿਗੁਰੂ ਆ, ਵਾਹਿਗੁਰੂ ਦੇ ਪੁੱਤਰ ਆ। ਫਿਰ ਗਰੀਬ ਕਿਵੇਂ ਹੋ ਗਏ, ਜਾਂ ਇਹ ਬਾਕੀ ਜਿੰਨੀਆਂ ਵੀ ਘਾਟਾਂ ਕਿੱਧਰੋਂ ਆ ਗਈਆਂ? ਸਾਨੂੰ ਪਤਾ ਨਹੀਂ, ਸਾਨੂੰ ਸਮਝ ਨਹੀਂ ਕਿ ਅਸੀਂ ਕੌਣ ਆ। ਸੋ ਇਹ ਜਿਹੜਾ ਖਜ਼ਾਨਾ ਆ,
ਗੁਰੂ ਨਾਨਕ ਪਾਤਸ਼ਾਹ ਦਾ 10 ਪਾਤਸ਼ਾਹੀਆਂ ਦਾ ਜਿਹੜਾ ਆਪਾਂ ਨੂੰ ਦੇ ਕੇ ਗਿਆ ਪੀਊ ਦਾਦੇ ਕਾ ਖੋਲ ਡਿਠਾ ਖਜ਼ਾਨਾ, ਜਦੋਂ ਇਹਨੂੰ ਖੋਲ ਕੇ ਦੇਖਾਂਗੇ ਨਾ ਫਿਰ ਸਾਨੂੰ ਪਤਾ ਲੱਗੂਗਾ ਇਹ ਸਾਰੀਆਂ ਗੱਲਾਂ ਦਾ। ਹਮ ਧਨਵੰਤ ਭਾਗਠ ਸੱਚ ਨਾਏ, ਅਸੀਂ ਬਹੁਤ ਭਾਗਾਂ ਵਾਲੇ ਹਾਂ। ਕਿਉਂ ਕਿ ਅਸੀਂ ਸੱਚੇ ਨਾਮ ਨਾਲ ਜੁੜ ਗਏ ਹਾਂ। ਅਸੀਂ ਨਾਮ ਦੀ ਦਾਤ ਲੈ ਲਈ, ਅੰਮ੍ਰਿਤ ਦੀ ਦਾਤ ਲੈ ਲਈ, ਸਾਨੂੰ ਗੁਰੂ ਪਾਤਸ਼ਾਹ ਨੇ ਵਾਹਿਗੁਰੂ ਗੁਰਮੰਤਰ ਨਾਮ ਦੀ ਦਾਤ ਦਿੱਤੀ ਆ। ਸੋ ਬਹੁਤ ਭਾਗਾਂ ਵਾਲੇ ਆ। ਨਾਮ ਨਾਲ ਜਿਹੜਾ ਜੁੜਦਾ ਉਹਦਾ ਹੀ ਮੁੱਲ ਪੈਂਦਾ ਆ। ਵਾਹਿਗੁਰੂ ਦੇ ਨਾਮ ਦਾ ਕੋਈ ਮੁੱਲ ਨਹੀਂ ਹੈਗਾ। ਬਹੁਤ ਬੇਸ਼ਕੀਮਤੀ ਹੀਰਾ ਆ ਅੰਮ੍ਰਿਤ ਨਾਮ, ਨਿਰਮੁੱਲਕ ਹੀਰਾ, ਗੁਰ ਦੀਨੋ ਮੰਤਾਨੀ। ਸੋ ਬਹੁਤ ਬੇਸ਼ਕੀਮਤੀ ਹੀਰਾ। ਦੇਖੋ ਜਿਹੜਾ ਵੀ ਨਾਮ ਨਾਲ ਜੁੜਿਆ ਨਾ, ਗੋਬਿੰਦ 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 ਸਿੰਘ ਨਾਮ ਦਿਓ ਮਨ ਲੀਣਾ, ਆਠ ਦਾਮ ਕੁਰਸ਼ੀ ਪਰ ਹੋਇਓ ਲਖੀਣਾ, ਤਨਨਾ ਬੁਨਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾਂ ਜੋ ਲਾਹਰਾ ਭਇਓ ਗੁਨੀ ਗਹੀਰਾ, ਰਵਿਦਾਸ ਢੁਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਸੋ ਦੇਖੋ ਆਮ ਪੰਡਿਤ ਲੋਕ ਹੀ ਜਿਹੜੇ ਉਹਨਾਂ ਨੂੰ ਨੀਚ ਜਾਤਾਂ ਦੇ ਕਹਿੰਦੇ ਸੀ ਭਗਤਾਂ ਨੂੰ, ਤੇ ਭਗਤਾਂ ਦੀ ਸੁਭਾ ਜੁਗ ਜੁਗ ਕਰ ਦਿੱਤੀ। ਕਿਵੇਂ ਹੋਈ? ਭਗਤੀ ਕਰਕੇ, ਵਾਹਿਗੁਰੂ ਦੇ ਨਾਮ ਨਾਲ ਜੁੜ ਕੇ। ਹਾਂ, ਅਸੀਂ ਬਹੁਤ ਭਾਗਾਂ ਵਾਲੇ। ਕਿਉਂ? ਗੁਰੂ ਸਾਹਿਬ ਨੇ ਸਾਨੂੰ ਨਾਮ ਦੀ ਦਾਤ ਦੇ ਦਿੱਤੀ ਆ, ਅੰਮ੍ਰਿਤ ਦੀ ਦਾਤ ਦੇ ਦਿੱਤੀ ਆ। ਹਰ ਗੁਣ ਗਾਵੇਂ ਸਹਿਜ ਸੁਭਾਏ, ਅਸੀਂ ਵਾਹਿਗੁਰੂ ਦੇ ਗੁਣ ਗਾ ਕੇ ਬਹੁਤ ਸਹਿਜ ਹੋ ਸਕਦੇ ਹਾਂ। ਸਹਿਜ ਸੁਭਾਅ ਹੁੰਦਾ ਬੜੇ ਪਿਆਰ ਦੇ ਨਾਲ, ਬੜਾ ਸਹਿਜ ਵਿੱਚ, ਬੜੀ ਅਡੋਲਤਾ ਵਿੱਚ ਟਿਕ ਕੇ ਆਪਾਂ ਵਾਹਿਗੁਰੂ ਦਾ ਨਾਮ ਜਪਣਾ ਆ। ਅਸੀਂ ਬੜੇ ਭਾਗਾਂ ਵਾਲੇ ਆ। ਸੋ ਨਾਮ ਜਪਣ ਨਾਲ ਕੀ ਹੋਊਗਾ? ਆਪਣੇ ਕੋਲ ਬਹੁਤ ਸੀਮਤ ਟਾਈਮ ਆ, ਮੈਂ ਤੁਹਾਨੂੰ ਹਿੰਟ ਮਾਤਰ ਦੇ ਜੂੰਗਾ, ਫਿਰ ਆਪ ਸਾਰਾ ਵਿਚਾਰ ਕੇ ਦੇਖ ਲੈਣਾ। ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਆ, ਪ੍ਰਭ ਕੇ ਸਿਮਰਨ। ਸੋ ਸਾਰੀ ਅਸ਼ਟਪਦੀ ਪੜ੍ਹ ਕੇ ਦੇਖਣਾ ਕਿ ਜਿਹੜਾ ਸਿਮਰਨ ਕਰਦਾ ਹੈ, ਵਾਹਿਗੁਰੂ ਦਾ ਨਾਮ ਜਪਦਾ, ਉਹਦੇ ਨਾਲ ਕੀ ਕੁਛ ਵਾਪਰਦਾ ਆ। ਪ੍ਰਭ ਕੇ ਸਿਮਰਨ ਕਾਰਜ ਪੂਰੇ, ਪ੍ਰਭ ਕੇ ਸਿਮਰਨ ਅਨਹਦ ਝੁਨਕਾਰ, ਪ੍ਰਭ ਕੇ ਸਿਮਰਨ ਹਰ ਗੁਣ ਬਾਣੀ, ਸੋ ਪ੍ਰਭ ਕੇ ਸਿਮਰਨ ਕਬੂ ਨਾ ਝੂਰੇ। ਕਿੰਨੀਆਂ ਗੱਲਾਂ ਗੁਰੂ ਸਾਹਿਬ ਨੇ ਸਾਰੀਆਂ ਲਿਖੀਆਂ ਕਿ ਜਿਹੜਾ ਸਿਮਰਨ ਕਰਦਾ ਹੈ ਉਹਨੂੰ ਵਾਹਿਗੁਰੂ ਮਿਲ ਜਾਂਦਾ, ਸਭ ਕੁਛ ਹੋ ਜਾਂਦਾ। ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿੱਧ, ਰਿੱਧੀਆਂ ਸਿੱਧੀਆਂ ਨੌ ਨਿੱਧੀਆਂ ਮਿਲ ਜਾਂਦੀਆਂ। ਇਸ ਕਰਕੇ ਅਸੀਂ ਭਾਗਾਂ ਵਾਲੇ ਹਾਂ ਕਿ ਸਾਨੂੰ ਉਹ ਨਾਮ ਦੇਤਾ ਵਾਹਿਗੁਰੂ ਨੇ, ਜਿਹਦਾ ਕਰਕੇ ਅਸੀਂ ਸਭ ਕੁਛ ਕਰ ਸਕਦੇ ਹਾਂ। ਨਾਮ ਨਾਲ ਸਭ ਕੁਛ ਹੋ ਜਾਂਦਾ, ਨਾਮ ਨਾਲ ਜੁੜ ਕੇ। ਪੀਊ ਦਾਦੇ ਕਾ ਖੋਲ ਡਿਠਾ ਖਜ਼ਾਨਾ। ਸੋ ਅਸੀਂ ਜਦੋਂ ਖੋਲ ਕੇ ਤੇ ਆਪਾਂ ਡਿਠਾ ਹੀ ਨਹੀਂ। ਤੁਸੀਂ ਦੇਖੋ ਕੌਮਲ, ਦੇਖੋ ਅਖੰਡ ਪਾਠ ਕਰਵਾ ਦੇਣਗੇ ਕਿਸੇ ਨੂੰ ਪੈਸੇ ਦੇ ਕੇ, ਭਾਈ ਸਾਹਿਬ ਤੁਸੀਂ ਸਾਡਾ ਪਾਠ ਕਰ ਜਾਓ। ਆਪ ਕੋਈ ਬਾਣੀ ਪੜ੍ਹਦਾ ਤੁਹਾਡੇ ਵਾਂਗੂ ਪਿਆਰ ਨਾਲ? ਕਿੰਨੀ ਖੁਸ਼ੀ ਹੁੰਦੀ ਹੈ ਬੱਚਿਆਂ ਨੂੰ ਬਾਣੀ ਨਾਲ ਜੋੜਦੇ ਦੇਖ ਕੇ। ਜੇ ਤੁਹਾਨੂੰ ਬਾਣੀ ਨਾਲ ਜੋੜਿਆ ਜਾ ਰਿਹਾ ਨਾ, ਇਹਦੇ ਪਿੱਛੇ ਸ਼ਾਇਦ ਹਲੇ ਸਾਨੂੰ ਵੀ ਸਾਰਿਆਂ ਨੂੰ ਬੇਟਾ ਪਤਾ ਨਹੀਂ ਆ, ਅਸੀਂ ਵੀ ਨਹੀਂ ਜਾਣਦੇ ਕਿ ਇਹ ਕਿੰਨੇ ਭਾਗਾਂ ਦੀ ਖੇਡ ਆ, ਤੁਹਾਨੂੰ ਕੀ ਮਿਲਣ ਵਾਲਾ ਆ। ਸੋ ਇਹ ਕਿੰਨੀ ਵੱਡੀ ਖੇਡ ਆ ਵਾਹਿਗੁਰੂ ਦੀ, ਕੋਈ ਵੀ ਨਹੀਂ ਜਾਣਦਾ। ਇਹ ਕਿੰਨੀਆਂ ਬਖਸ਼ਿਸ਼ਾਂ ਤੁਹਾਡੇ ਤੇ ਹੋ ਜਾਣੀਆਂ। ਸੋ ਬਹੁਤ ਵੱਡਾ ਖਜ਼ਾਨਾ ਆ। ਸੋ ਜਿਹੜਾ ਕਿ ਸ਼ਬਦਾਂ ਵਿੱਚ ਬਿਆਨ ਹੀ ਨਹੀਂ ਕਰ ਸਕਦੇ ਕਿ ਤੁਹਾਨੂੰ ਕੀ ਲੱਭ ਜਾਣਾ ਇਹਦੇ ਵਿੱਚੋਂ, ਕਿੰਨਾ ਕੁਛ ਲੱਭ ਜਾਣਾ ਆ। ਬਾਬਾ ਬੁੱਢਾ ਜੀ ਨੂੰ ਕਿੰਨਾ ਕੁਛ ਲੱਭਾ, ਭਾਈ ਮਨੀ ਸਿੰਘ ਨੂੰ ਕਿੰਨਾ ਕੁਛ ਲੱਭਾ, ਪੰਜਾਂ ਪਿਆਰਿਆਂ 'ਚ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਉਹਨਾਂ ਨੂੰ ਕਿੰਨਾ ਕੁਛ ਲੱਭਾ। ਬਾਣੀ ਨਾਲ ਜੁੜ ਕੇ, ਗੁਰੂ ਨਾਲ ਜੁੜ ਕੇ, ਨਾਮ ਨਾਲ ਜੁੜ ਕੇ ਇਸ ਖਜ਼ਾਨੇ 'ਚੋਂ ਕਿੰਨੇ ਉਹਨਾਂ ਨੂੰ ਪ੍ਰਾਪਤੀਆਂ ਹੋਈਆਂ ਕਿ ਉਹਨਾਂ ਦੀ ਵਡਿਆਈ ਕੀਤੀ ਨਹੀਂ ਜਾ ਸਕਦੀ। ਸੋ ਉਹ ਭਗਤਾਂ ਨੂੰ ਕਿੰਨਾ ਕੁਛ ਲੱਭਾ, 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਆ, ਉਹਨਾਂ ਨੂੰ ਕਿੰਨਾ ਕੁਛ ਲੱਭਾ ਇਸ ਖਜ਼ਾਨੇ 'ਚ। ਸੋ ਆਪਾਂ ਵੀ ਲੱਭ ਸਕਦੇ ਹਾਂ। ਜਿਹੜਾ ਸ਼ਬਦ ਤੁਸੀਂ ਪੜ੍ਹ ਰਹੇ ਨਾ, ਹੁਣੇ ਬੱਚੇ ਕੀਰਤਨ ਕਰ ਰਹੇ ਸੀ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਕਿੰਨਾ ਪਿਆਰਾ ਸ਼ਬਦ ਆ। ਜੋ ਵੀ ਮੰਗੋਗੇ, ਠਾਕੁਰ ਹੁੰਦਾ ਮਾਲਕ ਵਾਹਿਗੁਰੂ, ਗੁਰੂ ਨਾਨਕ ਪਾਤਸ਼ਾਹ, ਪ੍ਰਕਾਸ਼ ਵਾਹਿਗੁਰੂ, ਅਕਾਲ ਪੁਰਖ ਵਾਹਿਗੁਰੂ, ਜੋ ਵੀ ਮੰਗੋਗੇ ਨਾ ਉਹਨਾਂ ਕੋਲੋਂ ਉਹ ਤੁਹਾਨੂੰ ਮਿਲ ਜੂਗਾ। ਸੋ ਇਹੀ ਚੀਜ਼ ਖਜ਼ਾਨੇ ਦੀ ਆਪਾਂ ਗੱਲ ਕਰਨੀ ਆ, ਕਿਉਂਕਿ ਖਜ਼ਾਨੇ ਤੋਂ ਬਿਨਾਂ ਤੇ ਪਰਸਨੈਲਿਟੀ ਡਿਵੈਲਪ ਹੋ ਹੀ ਨਹੀਂ ਸਕਦੀ ਕਦੇ ਵੀ। ਜੇ ਬੰਦਾ ਗਰੀਬ ਆ ਜਾਂ ਉਹ ਘਿਰਿਆ ਹੋਇਆ ਮੁਸ਼ਕਲਾਂ ਵਿੱਚ, ਤਾਂ ਉਹ ਕਿਵੇਂ, ਉਹਦੀ ਪਰਸਨੈਲਿਟੀ ਕਿਵੇਂ ਦੀ ਹੋਊਗੀ ਆਪਾਂ ਨੂੰ ਪਤਾ ਆ। ਸੋ ਜੇ ਉਹਨੂੰ ਕੋਈ ਖਜ਼ਾਨਾ ਲੱਭ ਗਿਆ ਤੇ ਫਿਰ ਤਾਂ ਉਹ ਆਪ ਤਾਂ ਅਮੀਰ ਹੋਊਗਾ ਹੀ। ਸੋ ਤਾਂ ਮੇਰੇ ਮਨ ਭਇਆ ਨਿਧਾਨਾ। ਸੋ ਕਹਿੰਦੇ ਕਿ ਮੇਰੇ ਮਨ 'ਚ ਉਹ ਖਜ਼ਾਨਾ ਦੇਖ ਕੇ ਇੰਨਾ ਖੁਸ਼ ਹੋਇਆ ਮੇਰਾ ਮਨ। ਉਹ ਹੈ ਵੀ ਸਾਡੇ ਮਨ ਵਿੱਚ ਹੀ ਆ ਸਾਰਾ ਖਜ਼ਾਨਾ। ਗੁਰੂ ਸਾਹਿਬ ਨੇ ਸਾਡੇ ਅੰਦਰੋਂ ਹੀ ਲਵਾ ਦੇਣਾ ਸਭ ਕੁਛ। ਥੋੜ੍ਹੀਆਂ ਗੱਲਾਂ ਔਖੀਆਂ ਆ, ਸ਼ਾਇਦ ਤੁਸੀਂ ਬਹੁਤ ਬੱਚੇ ਆ ਹਲੇ, ਸਮਝ ਥੋੜ੍ਹੀਆਂ ਮੁਸ਼ਕਿਲ ਆਉਣਗੀਆਂ। ਦੇਖੋ ਜਿਹੜੀ ਬਾਣੀ ਆ ਨਾ, ਇਹ ਆਮ ਨਹੀਂ ਹੈਗੀ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੈ। ਕੋਈ ਆਮ ਲਿਖਤ ਨਹੀਂ, ਕੋਈ ਆਮ ਪੋਇਟਰੀ ਨਹੀਂ ਹੈਗੀ। ਜਿਵੇਂ ਕਿ ਇੰਨਾ ਸਾਹਿਤ ਦੁਨੀਆ ਤੇ ਲਿਖਿਆ ਪਿਆ ਆ। ਸੋ ਤੁਸੀਂ ਵੱਡੇ ਵੱਡੇ ਆਪਣੇ ਦੇਖਾਂਗੇ ਨਾ, ਆਪਾਂ ਦਾਰਸ਼ਨਿਕ, ਸੋ ਪਲੂਟੋ ਵਰਗੇ, ਰਸਤੂ ਵਰਗੇ, ਸੋ ਲੋਕੀ ਉਹਨਾਂ ਦੀਆਂ ਰਚਨਾਵਾਂ ਜਾਂ ਉਹਨਾਂ ਦੀਆਂ ਲਿਖਤਾਂ ਪੜ੍ਹ ਪੜ੍ਹ ਕੇ ਤੇ ਤੁਸੀਂ ਦੇਖੋਗੇ ਕਿੰਨਾ ਕੁਛ ਆਪਾਂ ਜੇ ਲਿਖਾਈ ਪੜ੍ਹਾਈ ਦੇ ਜਾਂ ਸਾਇੰਸ ਦੇ ਪਾਸੇ ਤਰੱਕੀ ਕੀਤੀ ਹੈ ਦੁਨੀਆ ਨੇ। ਪਰ ਜਦੋਂ ਆਪਾਂ ਗੁਰੂ ਸਾਹਿਬ ਵੱਲ ਆਉਂਦੇ ਆ ਨਾ, ਤੇ ਗੁਰੂ ਸਾਹਿਬ ਨੇ ਕਮਾਲ ਹੀ ਕੀਤੀ ਪਈ ਆ। ਸੋ ਜੇ ਆਪਾਂ ਇੱਕ ਸਾਇੰਟੀਫਿਕ ਗੱਲ ਕਰੀਏ, ਜੋ ਗੱਲਾਂ ਗੁਰੂ ਸਾਹਿਬ ਨੇ ਦੱਸ ਦਿੱਤੀਆਂ, ਗੁਰੂ ਸਾਹਿਬ ਨੇ ਪਹਿਲਾਂ ਹੀ ਦੇਖੋ 500 ਸਾਲ ਕੀਤੇ ਇੰਦ ਚੰਦ ਸੂਰ, ਕੀਤੇ ਕੀਤੇ ਮੰਡਲ ਦੇਸ, ਕਿੰਨੇ ਸੂਰਜ ਆ, ਕਿੰਨੇ ਚੰਦਰਮਾ ਆ, ਕਿੰਨੇ ਤਾਰੇ ਆ, ਕੋਟ ਬ੍ਰਹਿਮੰਡ ਕੋ ਠਾਕੁਰ ਸਮਝ, ਕਰੋੜਾਂ ਬ੍ਰਹਿਮੰਡ ਆ। ਗੁਰੂ ਸਾਹਿਬ ਨੂੰ ਕਿਵੇਂ ਪਤਾ ਹੈ ਕਿ ਕਰੋੜਾਂ ਬ੍ਰਹਿਮੰਡ ਆ? ਆਪਣੀ ਸਾਇੰਸ ਅੱਜ ਵੀ ਇਸ ਬ੍ਰਹਿਮੰਡ ਤੋਂ ਬਾਹਰ ਨਹੀਂ ਜਾ ਸਕੀ।
ਸੋ ਇਹ ਸਾਰੇ ਬ੍ਰਹਿਮੰਡ ਕਿੰਨਾ ਵੱਡਾ ਬ੍ਰਹਿਮੰਡ ਆ। ਮੋਟੇ ਤੌਰ ਤੇ ਦੇਖੀਏ ਸਿਰਫ ਜਿਹੜਾ ਸੌਰ ਮੰਡਲ ਆ, ਜਿਹੜੀ ਆਪਣੀ ਗਲੈਕਸੀ ਆ, ਇੱਥੋਂ ਤੱਕ ਹੀ ਪਹੁੰਚ ਹੈਗੀ ਆ ਇਹਨਾਂ ਦੀ ਵੱਧ ਤੋਂ ਵੱਧ ਅੱਜ ਦੀ ਸਾਇੰਸ ਦੀ, ਨਾਸਾ ਦੀ। ਸੋ ਗੁਰੂ ਸਾਹਿਬ ਤੇ ਕਰੋੜਾਂ ਬ੍ਰਹਿਮੰਡਾਂ ਦੀ ਗੱਲ ਕਰ ਰਹੇ ਆ। ਫਿਰ ਕਿੰਨੀਆਂ ਗੁਰੂ ਸਾਹਿਬ ਨੇ ਗੱਲਾਂ ਕੀਤੀਆਂ, ਡੋਲ ਬੱਧਾ ਕਸ ਜੇਵਰੀ ਆਕਾਸ਼ ਪਤਾਲ, ਆਕਾਸ਼ ਪਤਾਲ ਕਿਵੇਂ ਬਣੀ ਆ, ਸੋ ਉਹ ਕਿਹੜੇ ਸਿਸਟਮ ਦੇ ਨਾਲ ਸਾਰਾ ਕੁਝ ਚੱਲ ਰਿਹਾ ਆ। ਬਹੁਤ ਤਕੜੀ ਸਾਇੰਸ ਤਾਂ ਕੁਝ ਵੀ ਨਹੀਂ ਹੈਗੀ ਬਾਣੀ ਦੇ ਸਾਹਮਣੇ। ਸੋ ਫਿਰ ਇਹ ਬਾਹਰੀ ਗੱਲਾਂ ਆ ਸਾਰੀਆਂ, ਜੋ ਅਸਲ ਗੱਲਾਂ ਨਾ, ਜੋ ਅਸਲ ਬਖਸ਼ਿਸ਼ਾਂ ਆ, ਉਹ ਤਾਂ ਸਾਰੀਆਂ ਸਾਡੇ ਅੰਦਰ ਪਈਆਂ ਹੋਈਆਂ ਆ। ਸੋ ਗੁਰੂ ਪਾਤਸ਼ਾਹ ਜਿੱਥੇ ਆਪਾਂ ਗੱਲ ਕਰਾਂਗੇ ਨਾ, ਤੁਸੀਂ ਆਪਾਂ ਬਾਣੀ ਨਾਲ ਜੁੜਾਂਗੇ, ਤੁਸੀਂ ਦੇਖੋਗੇ ਹੋਰ 100 ਸਾਲ 200 400 ਸਾਲ ਨੂੰ ਸਾਇੰਸ ਕੀ ਸਾਰੀ ਦੁਨੀਆ ਮੰਨੂਗੀ ਬਾਣੀ ਨੂੰ, ਕਿਉਂਕਿ ਜੋ ਸੱਚਾਈਆਂ, ਜੋ ਸੱਚ ਗੁਰੂ ਪਾਤਸ਼ਾਹ ਨੇ ਲਿਖਿਆ ਉਹ ਕਿਧਰੇ ਹੈ ਹੀ ਨਹੀਂ। ਸਾਰੀ ਦੁਨੀਆ ਡਿਪਰੈਸ਼ਨ 'ਚ ਜੀ ਰਹੀ ਅੱਜ, ਬਿਮਾਰੀਆਂ, ਡਿਪਰੈਸ਼ਨ, ਕਿੰਨਾ ਕੁਛ ਆ। ਤੇ ਗੁਰੂ ਸਾਹਿਬ ਤੇ ਅਚਿੰਤ ਹੋਣ ਦੀ ਗੱਲ ਕਰਦੇ ਆ, ਅਫੁੱਲ ਹੋਣ ਦੀ ਗੱਲ ਕਰਦੇ ਆ, ਸਹਿਜ ਦੀ ਗੱਲ ਕਰਦੇ ਆ। ਹਰ ਗੁਣ ਗਾਵੇ ਸਹਿਜ ਸੁਭਾਏ। ਸਹਿਜ ਕੀ ਹੁੰਦਾ? ਆਤਮਕ ਅਡੋਲਤਾ, ਸੁਭਾਏ ਪਿਆਰ ਨਾਲ। ਨਾਨਕ ਭਗਤਾਂ ਸਦਾ ਵਿਗਾਸ, ਸਦਾ ਖੁਸ਼ੀਆਂ ਹੀ ਖੁਸ਼ੀਆਂ। ਤੁਸੀਂ ਬੱਚੇ ਆ, ਹਰ ਮਾਂ ਪਿਓ ਚਾਹੁੰਦਾ ਕਿ ਬੱਚੇ ਖੁਸ਼ ਹੀ ਰਹਿਣ, ਮੇਰਾ ਬੱਚੇ ਨੂੰ ਕਦੇ ਦੁੱਖ ਆਏ ਹੀ ਨਾ। ਗੁਰੂ ਸਾਹਿਬ ਕਹਿੰਦੇ ਕਦੇ ਆਉਣਾ ਹੀ ਨਹੀਂ। ਹਲਤ ਸੁਖ ਪਲਤ ਸੁਖ, ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੇ। ਜਿਹੜਾ ਬੱਚਾ ਗੁਰੂ ਸਾਹਿਬ ਨਾਲ ਜੁੜ ਗਿਆ, ਨਾਮ ਨਾਲ ਜੁੜ ਗਿਆ, ਉਹਨੂੰ ਕਦੇ ਸੁੱਖ ਆਉਣਾ ਨਹੀਂ। ਦੇਖੋ ਧਰੂਪ ਭਗਤ ਪ੍ਰਹਿਲਾਦ ਜੀ ਦੋਵੇਂ ਬੱਚੇ ਹੀ, ਦੋਵਾਂ ਦੀਆਂ ਐਗਜ਼ਾਮਪਲਾਂ ਦਿੱਤੀਆਂ ਗੁਰੂ ਸਾਹਿਬ ਨੇ। ਗੁਰੂ ਪਾਤਸ਼ਾਹ ਕਹਿੰਦੇ ਕਿ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜਿਵੇਂ ਧਰੂ ਨੇ ਪ੍ਰਹਿਲਾਦ ਨੇ ਜਪਿਆ, 5-5 ਸਾਲ ਹੀ ਉਮਰ ਸੀ ਦੋਵਾਂ ਦੀ। ਹੁਣ ਅੱਜ ਆਪਾਂ ਦੇਖੀਏ ਜਿੰਨੇ ਬੱਚੇ ਜੁਆਇਨ ਕਰ ਚੁੱਕੇ ਆ ਹੁਣ ਤੱਕ 450 ਤੋਂ ਉੱਪਰ ਆ। ਸੋ 4-5 ਸਾਲ ਦਾ ਤਾਂ ਕੋਈ ਬੱਚਾ ਵੀ ਨਹੀਂ ਹੋਊਗਾ, ਖੈਰ ਇਹਦੇ ਵਿੱਚ ਸਾਰੇ ਵੱਡੇ ਹੋਣਗੇ। ਸੋ ਦੂਜੀ ਤੀਜੀ ਚੌਥੀ ਪੰਜਵੀਂ ਉੱਪਰ ਆ ਸਭ ਦੀ ਏਜ। ਸੋ ਕਿੰਨੀ ਛੋਟੀ ਉਮਰ ਵਿੱਚ ਵਾਹਿਗੁਰੂ ਨੇ ਜੋੜ ਦਿੱਤਾ। ਉਹਨਾਂ ਦੀ ਮਾਂ ਦਾ ਬਹੁਤ ਖਾਸ ਰੋਲ ਰਿਹਾ, ਮਾਂ ਪਿਓ ਦਾ। ਸੋ ਮਾਂ ਨੇ ਜਿਵੇਂ ਸਮਝਾਇਆ ਭਗਤੀ ਦੇ ਬਾਰੇ ਔਰ ਜੁੜ ਗਏ। ਸੋ ਆਪ ਤਾਂ ਤਰੇ ਹੀ ਤਰੇ, ਕਹਿੰਦੇ ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ, ਫਿਰ ਆਪਣੇ ਪਰਿਵਾਰ ਨੂੰ ਵੀ ਤਾਰ ਗਏ ਸਾਰੇ। ਸੋ ਉਹਨਾਂ ਦੀ ਅੱਜ ਦੇਖੋ ਜੁਗ ਜੁਗ ਸੋਭਾ ਹੋਏ। ਕਿਹੜੇ ਯੁੱਗ 'ਚ ਪ੍ਰਹਿਲਾਦ ਹੋਏ, ਧਰੂ ਭਗਤ ਹੋਏ, ਅੱਜ ਵੀ ਸੋਭਾ ਉਹਨਾਂ ਦੀ ਸਿਫਤਾਂ ਬਾਣੀ 'ਚ ਗੁਰੂ ਸਾਹਿਬ ਨੇ ਕੀਤੀਆਂ। ਸੋ ਬਹੁਤ ਉੱਚੀਆਂ ਗੱਲਾਂ ਆ ਵਾਹਿਗੁਰੂ ਜੀ ਉਹ। ਸੋ ਆਪਾਂ ਬਸ ਸਮਝਣੀਆਂ, ਬਸ ਇਸ਼ਾਰਾ ਮਾਤਰ ਦੇਣਾ, ਬਹੁਤ ਸੀਮਤ ਟਾਈਮ ਆਪਣੇ ਕੋਲ। ਸੋ ਬਾਣੀ ਨਾਲ ਜੁੜ ਕੇ ਤੇ ਆਪਾਂ, ਤੁਸੀਂ ਜੀਨੀਅਸ ਬਣ ਸਕਦੇ ਆ, ਇਹ ਗੱਲ ਯਾਦ ਰੱਖਣੀ। ਗੁਰੂ ਸਾਹਿਬ ਦਾ ਗੁਰਸਿੱਖ ਆ ਨਾ ਜਿਹੜਾ, ਉਹ ਗੁਰੂ ਸਾਹਿਬ ਵਰਗਾ ਹੁੰਦਾ ਆ, ਬਹੁਤ ਸਿਆਣਾ ਹੁੰਦਾ ਆ, ਅੰਦਰੋਂ ਸਿਆਣਾ ਬਾਹਰ ਭੋਲਾ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਨਾ, ਜੀਨੀਅਸ ਤਿਆਰ ਕਰ ਦਿੰਦੇ ਆ ਗੁਰੂ ਪਾਤਸ਼ਾਹ। ਜੇ ਆਪਾਂ ਆਪਣੇ ਅਸਲੀ ਟੀਚਰ, ਗੁਰੂ ਦਾ ਮਤਲਬ ਹੁੰਦਾ ਟੀਚਰ, ਅਸਲੀ ਟੀਚਰ ਸਾਡੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆ। ਸਾਰੀ ਸਿੱਖ ਕੌਮ ਦੇ ਕੀ, ਸਾਰੀ ਦੁਨੀਆ ਦੇ, ਜਗਤ ਦੇ ਗੁਰੂ ਆ, ਸਿੱਖਾਂ ਦੇ ਗੁਰੂ ਨਹੀਂ ਹੈਗੇ। ਇਹ ਗੱਲ ਬਿਲਕੁਲ ਗਲਤ ਪ੍ਰਚਾਰ ਕੀਤਾ ਜਾਂਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਗੁਰੂ ਆ। ਇਹ ਜਗਤ ਦੇ ਗੁਰੂ ਆ, ਸਾਰੇ ਸੰਸਾਰ ਦੇ ਗੁਰੂ ਆ, ਸਾਰੀ ਸ੍ਰਿਸ਼ਟੀ ਦੇ ਗੁਰੂ ਆ, ਸਾਰੀ ਸ੍ਰਿਸ਼ਟੀ ਨੂੰ ਸਿੱਖਿਆ ਦਿੰਦੇ ਆ, ਸਿਖਾਉਂਦੇ ਆ। ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਸਿੱਖ ਗਿਆ ਨਾ ਧਿਆਨ ਨਾਲ, ਪਿਆਰ ਨਾਲ, ਸੋ ਉਹ ਜੀਨੀਅਸ ਆ, ਜੀਨੀਅਸ ਤਿਆਰ ਕਰਦੇ ਆ ਗੁਰੂ ਪਾਤਸ਼ਾਹ। ਸੋ ਤੁਸੀਂ ਦੇਖੋ ਕਿ ਆਮ ਬੱਚਾ ਤੇ ਇੱਕ ਜੀਨੀਅਸ, ਕਿੰਨਾ ਫਰਕ ਹੁੰਦਾ ਉਹਦੇ ਵਿੱਚ। ਜੇ ਜੀਨੀਅਸ ਬਣਨਾ ਚਾਹੁੰਦੇ ਆ ਨਾ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਡੂੰਘੀ ਸਾਂਝ ਪਾ ਕੇ ਦੇਖੋ, ਗੁਰੂ ਸਾਹਿਬ ਕੋਲੋਂ ਸਿੱਖ ਕੇ ਦੇਖੋ। ਉਹ ਮੈਂ ਤੁਹਾਨੂੰ ਬਾਅਦ ਵਿੱਚ ਲਾਸਟ ਤੇ ਦੱਸ ਦੂੰਗਾ ਕਿ ਅਸੀਂ ਕਿਵੇਂ ਸਿੱਖ ਸਕਦੇ ਹਾਂ। ਸੋ ਜੇ ਤੁਸੀਂ ਜੀਨੀਅਸ ਬਣ ਗਏ, ਹੁਣ ਦੇਖੋ ਕੰਮ ਉਹੀ ਕੰਮ ਇੱਕ ਆਮ ਬਾਕੀ ਸਾਰੀ ਦੁਨੀਆ ਕਰਦੀ ਹੈ, ਇੱਕ ਉਹੀ ਕੰਮ ਜੀਨੀਅਸ ਕਰਦਾ ਆ। ਸੋ ਜੀਨੀਅਸ ਬਾਕੀਆਂ ਨੂੰ ਕਿਵੇਂ ਪਛਾੜ ਜਾਂਦੇ ਆ, ਸਾਰੀ ਦੁਨੀਆ ਨੂੰ ਕਿੱਥੇ ਪਿੱਛੇ ਛੱਡ ਜਾਂਦੇ ਆ। ਸੋ ਆਪਾਂ ਚਾਹੁੰਦੇ ਆ ਕਿ ਪਰਸਨੈਲਿਟੀ ਡਿਵੈਲਪ ਹੋਵੇ, ਤਾਂ ਤੁਸੀਂ ਜੀਨੀਅਸ ਦੀ ਤਰ੍ਹਾਂ ਜੀਓ। ਆਪਾਂ ਜਿਹੜੀ ਪਹਿਲੀ ਗੱਲ ਕੀਤੀ ਹੈ ਨਾ, ਰਾਜਕੁਮਾਰ ਗੁਰੂ ਪਾਤਸ਼ਾਹ ਦਾ ਪੁੱਤਰ ਆ, ਸਾਹਿਬਜ਼ਾਦੇ ਜੀਨੀਅਸ ਹੈਗੇ ਕਿ ਨਹੀਂ ਹੈਗੇ? ਸੋ ਆਪਾਂ ਵੀ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਆ, ਖਾਲਸਾ ਗੁਰੂ ਸਾਹਿਬ ਦਾ ਪੁੱਤਰ ਆ। ਅਸੀਂ ਵੀ ਬਣ ਸਕਦੇ ਹਾਂ। ਕਿਵੇਂ ਬਣਨਾ ਆ, ਉਹ ਥੋੜੀ ਸਮਝਣ ਦੀ ਗੱਲ ਆ ਤੇ ਮਿਹਨਤ ਦੀ ਗੱਲ ਆ। ਸੋ ਅੱਗੇ ਗੁਰੂ ਪਾਤਸ਼ਾਹ ਨੇ ਸਭ ਤੋਂ ਜਿਹੜਾ ਜ਼ਰੂਰੀ ਇਹਦੇ ਵਿੱਚ ਕੰਮ ਹੈਗਾ, ਉਹ ਹੈਗਾ ਨਾਮ ਦੀ ਦਾਤ ਲੈਣੀ, ਅੰਮ੍ਰਿਤ ਛਕਣਾ, ਵਾਹਿਗੁਰੂ ਨਾਮ ਦੀ ਦਾਤ ਲੈਣੀ ਤੇ ਨਾਮ ਜਪਣਾ। ਨਾਲ ਨਾਲ ਗੁਰਬਾਣੀ ਦੀ ਵਿਚਾਰ ਕਰਨੀ ਆ ਕਿ ਅਸੀਂ ਸਿੱਖਣਾ ਹੈ ਗੁਰੂ ਸਾਹਿਬ ਕੋਲੋਂ, ਨਾਮ ਸਿੱਖ ਕੇ ਜਪਣਾ ਆ। ਸੋ ਗੁਰੂ ਪਾਤਸ਼ਾਹ ਕਹਿੰਦੇ ਤਾਂ ਮੇਰੇ ਮਨ ਭਇਆ ਨਿਧਾਨਾ, ਰਤਨ ਲਾਲ ਜਾਕਾ ਕਛੂ ਨਾ ਮੋਲ। ਸੋ ਏਡੇ ਕੀਮਤੀ ਰਤਨ ਆ, ਲਾਲ ਆ, ਇਹਨਾਂ ਦਾ ਕੋਈ ਮੁੱਲ ਨਹੀਂ ਹੈਗਾ, ਕੋਈ ਮੁੱਲ ਨਹੀਂ ਹੈਗਾ। ਭਰੇ ਭੰਡਾਰ ਅਖੂਟ ਅਤੁਲ। ਸੋ ਇਹ ਤਾਂ ਇੰਨੇ ਗੁਰੂ ਸਾਹਿਬ ਕੋਲ ਭੰਡਾਰੇ ਭਰੇ ਪਏ, ਕੋਈ ਜਿੰਨੀ ਮਰਜ਼ੀ ਬਾਣੀ ਵਿਚਾਰੇ, ਜਿੰਨਾ ਮਰਜ਼ੀ ਗਿਆਨ ਲੈ ਲੇ, ਜਿੰਨਾ ਮਰਜ਼ੀ। ਔਰ ਇਹ ਰਤਨ ਲਾਲ ਹੈ ਕੀ ਹੈ? ਇੱਕ ਤਾਂ ਗੁਰੂ ਸਾਹਿਬ ਗਿਆਨ ਦੇਣਗੇ, ਧਿਆਨ ਦੇਣਗੇ, ਸਹਿਜ ਦੇਣਗੇ, ਵਿਚਾਰ ਦੇਣਗੇ। ਫਿਰ ਉਸ ਤੋਂ ਬਾਅਦ ਗੁਰੂ ਸਾਹਿਬ ਸੱਤ, ਸੰਤੋਖ, ਦਇਆ, ਧਰਮ, ਧੀਰਜ, ਨਿਮਰਤਾ, ਪਿਆਰ, ਇਹ ਸਾਰੇ ਦੈਵੀ ਗੁਣ ਕਹਿੰਦੇ ਇਹਨਾਂ ਨੂੰ। ਦੈਵੀ ਦਾ ਮਤਲਬ ਰੱਬੀ ਗੁਣ। ਜਿਹੜੇ ਗੁਣ ਰੱਬ ਵਿੱਚ ਆ, ਗੁਰੂ ਸਾਹਿਬ ਵਿੱਚ ਆ, ਉਹ ਸਾਡੇ ਵਿੱਚ ਵੀ ਆ ਸਕਦੇ ਆ। ਸੋ ਉਹਨਾਂ ਦਾ ਕੋਈ ਮੁੱਲ ਨਹੀਂ ਹੈਗਾ। ਸਿਰਫ ਇੱਕ ਬਹੁਤ ਛੋਟੀ ਜਿਹੀ ਐਗਜ਼ਾਮਪਲ ਦਊਂਗਾ। ਧੀਰਜ ਮੰਨ ਲਓ ਗੁਰੂ ਸਾਹਿਬ ਨੇ ਆਪਾਂ ਨੂੰ ਦੇ ਦਿੱਤਾ, ਸਹਿਣਸ਼ੀਲਤਾ, ਧੀਰਜ ਗੁਰੂ ਪਾਤਸ਼ਾਹ ਨੇ ਇਹ ਦੈਵੀ ਗੁਣ ਆ ਸਾਨੂੰ ਬਖਸ਼ ਦਿੱਤੇ। ਮੰਨ ਲਓ ਇੱਕ ਬੱਚੀ ਕੋਲ ਸਹਿਣਸ਼ੀਲਤਾ ਆ,
ਆਪਾਂ ਦੇਖਦੇ ਨਾ ਅੱਜ ਦੀ ਡੇਟ ਵਿੱਚ ਕਿੰਨੇ ਤਲਾਕ ਹੁੰਦੇ ਆ, ਘਰਾਂ 'ਚ ਲੜਾਈਆਂ ਹੁੰਦੀਆਂ, ਕਿੰਨਾ ਕੁਛ ਹੁੰਦਾ ਆ। ਜਿਹੜੀ ਬੱਚੀ ਕੋਲ ਧੀਰਜ ਆ ਗਿਆ ਨਾ, ਉਹ ਸੇਫ ਆ। ਉਹਨੂੰ ਕੋਈ ਕਈ ਵਾਰ ਹੁੰਦਾ ਕੁਦਰਤੀ ਏਦਾਂ ਦਾ ਮਾਹੌਲ ਹੀ ਏਦਾਂ ਦਾ, ਸਾਨੂੰ ਸਮਝ ਨਹੀਂ ਹੈਗੀ, ਅਗਿਆਨਤਾ ਬਹੁਤ ਆ ਲੋਕਾਂ 'ਚ, ਦਾਜ ਦੇ ਇਹੋ ਜਿਹੀਆਂ ਲਾਹਨਤਾਂ ਵਿੱਚ ਪਈਆਂ ਹੋਈਆਂ। ਸੋ ਕਈ ਵਾਰ ਸੱਸ ਤੰਗ ਕਰਦੀ ਆ ਜੀ, ਕੋਈ ਹੋਰ ਨਨਾਣ ਤੰਗ ਕਰਦੀ ਆ ਜੀ, ਲੜਕੀ ਨੂੰ ਲੜ ਕੇ ਉਹਨਾਂ ਨੇ ਭੇਜ ਦਿੱਤਾ, ਲੜਾਈ ਪਈ ਰਹਿੰਦੀ ਆ, ਘਰ 'ਚ ਕਲੇਸ਼ ਹੁੰਦਾ, ਸਾਰੇ ਘਰਾਂ 'ਚ ਕਲੇਸ਼ ਆ। ਤੇ ਜੇ ਧੀਰਜ ਆ ਜਾਏ ਤੇ ਕਲੇਸ਼ ਹੋਊਗਾ। ਸਿਰਫ ਐਗਜ਼ਾਮਪਲ ਮਾਤਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਇਸੇ ਤਰ੍ਹਾਂ ਇੱਕ ਲੜਕੀ ਸੀ, ਸੋ ਉਹਦੀ ਸੱਸ ਨੂੰ ਕੱਢਣਾ ਚਾਹੁੰਦੀ ਸੀ ਲੜ ਕੇ, ਬਹਾਨੇ ਪਾਪਾ ਉਹਨੇ ਲੜਦੀ ਰਹਿਣਾ। ਤੇ ਮੇਰੇ ਨਾਲ ਗੱਲ ਹੋਈ, ਉਹਨੇ ਮੇਰਾ ਸ਼ੱਕਿਆ ਹੈ, ਮੈਨੂੰ ਕਿਹਾ ਕਿ ਤੂੰ ਏਦਾਂ ਕਰ, ਜੇ ਤੇਰਾ ਘਰ ਵਸ ਗਿਆ ਤੇਰੀ ਇਹੀ ਜਿੱਤ ਆ, ਸੋ ਤੂੰ ਗੁਰੂ ਪਾਤਸ਼ਾਹ ਦੀ ਕਿਰਪਾ ਲੈ ਲਾ, ਗੁਰੂ ਸਾਹਿਬ ਨੂੰ ਅਰਦਾਸ ਕਰਕੇ ਇੱਕ ਗੁਣ ਲੈ ਲਾ ਧੀਰਜ, ਬਹੁਤ ਧੀਰਜ ਰੱਖੀ। ਸੋ ਇਹ ਸਭ ਟਾਈਮ ਲੰਘ ਜਾਂਦਾ ਹੁੰਦਾ ਆ, ਸਭ ਕੁਛ ਹੋ ਜਾਂਦਾ ਆ। ਤੂੰ ਇੱਕ ਗੱਲ ਪੱਲੇ ਬੰਨਣਾ ਕਿ ਤੇਰਾ ਘਰ ਵਸ ਗਿਆ ਤੇ ਤੇਰੀ ਜਿੱਤ ਆ, ਨਹੀਂ ਤੇ ਤੇਰੀ ਜ਼ਿੰਦਗੀ ਖਰਾਬ ਹੋ ਜਾਣੀ ਆ। ਸੋ ਉਹਨੇ ਧੀਰਜ ਉਸ ਗੁਰੂ ਪਾਤਸ਼ਾਹ ਦੀ ਕਿਰਪਾ ਲੈ ਕੇ ਲੈ ਲਿਆ, ਔਰ ਇੰਨੀ ਯਤਨਾਂ ਦੇ ਬਾਵਜੂਦ ਵੀ ਉਹਨੂੰ ਕੋਈ ਘਰੋਂ ਕੱਢ ਨਹੀਂ ਸਕਿਆ, ਕੁਛ ਕਹਿ ਹੀ ਨਹੀਂ ਸਕਿਆ। ਇੱਕ ਗੁਣ ਤੇ ਘਰ ਵਸਦਾ ਰਹਿ ਗਿਆ, ਉਹਦੀ ਜ਼ਿੰਦਗੀ ਬਚ ਗਈ, ਪੂਰੀ ਲਾਈਫ, ਦੁਨਿਆਵੀ ਲਾਈਫ ਪੂਰੀ ਬਚ ਗਈ। ਕੋਈ ਮੁੱਲ ਹੈਗਾ ਕਿਸੇ ਹੋਰ ਤਰੀਕੇ, ਕਿਸੇ ਕੰਮ, ਜਿੰਨਾ ਮਰਜ਼ੀ ਕਰੋੜਾਂ ਰੁਪਈਆ ਲਈ ਫਿਰਦੇ, ਭਾਵੇਂ ਜੋ ਮਰਜ਼ੀ ਕਰ ਲੈਂਦੇ, ਕੁਛ ਨਹੀਂ ਹੋ ਸਕਦਾ। ਅਮੋਲਕ ਗੁਣ ਆ, ਅਮੁੱਲ ਗੁਣ, ਅਮੁੱਲ ਵਪਾਰ। ਸੋ ਗੁਰੂ ਸਾਹਿਬ ਕੋਲੋਂ ਸਾਨੂੰ ਗੁਣ ਮਿਲ ਸਕਦੇ ਆ। ਸੋ ਇਸ ਖਜ਼ਾਨੇ 'ਚ ਬਹੁਤ ਕੁਛ ਆ ਜੋ ਕਿ ਗਿਣਿਆ ਨਹੀਂ ਜਾ ਸਕਦਾ। ਭਰੇ ਭੰਡਾਰ, ਪੂਰੇ ਭੰਡਾਰੇ ਭਰੇ ਪਏ ਆ, ਅਖੂਟ ਹੁੰਦੇ ਆ, ਨਾ ਮੁੱਕਣ ਵਾਲੇ, ਅਤੁੱਲ, ਜਿਹੜੇ ਤੋਲੇ ਨਹੀਂ ਜਾ ਸਕਦੇ। ਆਪਾਂ ਸਾਰਿਆਂ ਨੇ, ਸਾਰੇ ਗੁਰਸਿੱਖ ਆ ਜਿਹੜੇ, ਜਿਵੇਂ ਤੁਹਾਡੇ ਵਰਗੇ ਸਾਰੇ ਬੱਚੇ ਜਿਹੜੇ ਬਾਣੀ ਨਾਲ ਜੁੜੇ, ਗੁਰੂ ਪਾਤਸ਼ਾਹ ਨਾਲ ਜੁੜੇ ਆ, ਉਹ ਖਾਂਦੇ ਵੀ ਆ, ਆਪ ਵੀ ਵਰਤਦੇ ਆ, ਮਤਲਬ, ਤੇ ਖਰਚਦੇ ਵੀ, ਹੋਰਨਾਂ ਨੂੰ ਵੀ ਵੰਡਦੇ ਆ। ਤੁਸੀਂ ਗੁਰੂ ਪਾਤਸ਼ਾਹ ਦੇ ਐਸੇ ਰਾਜਕੁਮਾਰ ਆ, ਗੁਰੂ ਸਾਹਿਬ ਕੋਲੋਂ ਸਾਰੀਆਂ ਚੀਜ਼ਾਂ ਲੈ ਕੇ ਆਪ ਵੀ ਵਰਤੋਗੇ, ਆਪ ਵੀ ਬਹੁਤ ਅਮੀਰ ਹੋ ਜਾਓਗੇ, ਜੀਨੀਅਸ ਬਣ ਜਾਓਗੇ, ਰਾਜਿਆਂ ਦੀ ਤਰ੍ਹਾਂ ਰਹੋਗੇ, ਬਾਦਸ਼ਾਹਤ ਲੈ ਸਕਦੇ ਆ ਤੁਸੀਂ ਆਪਣੀ। ਸੋ ਅੱਗੇ ਦੁਨੀਆ ਨੂੰ ਵੀ ਅਮੀਰ ਕਰ ਸਕਦੇ ਆ ਬਾਣੀ ਨਾਲ ਜੋੜ ਕੇ। ਖਾਵੇਂ ਖਰਚੇ ਰਲ ਮਿਲ ਭਾਈ, ਤੋੜ ਨਾ ਆਵੇ ਵੱਧ ਜਾਈ, ਇੱਕ ਖਜ਼ਾਨਾ ਕਦੇ ਮੁੱਕੇਗਾ ਨਹੀਂ, ਇਹ ਵੱਧਦਾ ਹੀ ਜਾਂਦਾ, ਵੱਧਦਾ ਹੀ ਜਾਂਦਾ। ਸੋ ਇਸ ਖਜ਼ਾਨੇ ਦੇ ਵਿੱਚ ਹੈ ਕੀ ਕੁਛ ਆ, ਉਹ ਆਪਾਂ ਮਤਲਬ ਏਦਾਂ ਨਹੀਂ ਇੰਨੀ ਛੇਤੀ ਦੱਸਿਆ ਨਹੀਂ ਜਾ ਸਕਦਾ, ਸੋਚਿਆ ਨਹੀਂ ਜਾ ਸਕਦਾ। ਪਰ ਗੁਰੂ ਪਾਤਸ਼ਾਹ ਨੇ ਦੱਸਿਆ, ਫਿਰ ਵੀ ਦੱਸਦੇ ਗੁਰੂ ਪਾਤਸ਼ਾਹ ਕਹਿੰਦੇ, ਮੇਰੇ ਰਾਮ ਕੋ ਭੰਡਾਰ, ਮੇਰੇ ਵਾਹਿਗੁਰੂ ਦਾ ਇੱਕ ਖਜ਼ਾਨਾ ਆ, ਖਾਤ ਖਰਚ ਕਛ ਤੋੜ ਨਾ ਆਵੇ, ਅੰਤ ਨਹੀਂ ਹਰ ਪਾਰਾਵਾਰ। ਜਿੰਨਾ ਮਰਜ਼ੀ ਖਾਓ, ਖਰਚੀ ਜਾਓ, ਸਾਰੀ ਦੁਨੀਆ ਨੂੰ ਵੰਡ ਦੋ, ਮੁੱਕੂਗਾ ਨਹੀਂ, ਮੁੱਕਣ ਵਾਲਾ ਨਹੀਂ ਹੈਗਾ। ਖਜ਼ਾਨੇ ਦੇ ਵਿੱਚ ਹੈ ਕੀ ਹੈ? ਵਾਹਿਗੁਰੂ ਦੇ ਖਜ਼ਾਨੇ 'ਚ ਕਿਹੜਾ ਖਜ਼ਾਨਾ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਹੈ, ਉਹਦੇ ਵਿੱਚ ਕੀ ਹੈ? ਰਤਨ ਜਵੇਹਰ ਨਾਮ। ਜਵਾਹਰਾਤ ਹੁੰਦਾ ਨਾ, ਰਤਨ ਬਹੁਤ ਕੀਮਤੀ ਹੁੰਦੇ ਆ, ਸ਼ਾਇਦ ਹੀ ਆਪਣੇ ਸਾਰੇ ਬੱਚਿਆਂ ਚੋਂ ਕਿਸੇ ਨੇ ਦੇਖੇ ਹੋਣ। ਬਹੁਤ ਅਮੀਰ ਲੋਕ ਜਿਹੜੇ, ਸੋ ਮਤਲਬ ਜਿਹੜੇ ਅਰਬਾਂਪਤੀ ਆ, ਉਹਨਾਂ ਨੇ ਉਹ ਦੇਖਦੇ ਆ, ਉਹਨਾਂ ਕੋਲ ਹੁੰਦੇ ਆ, ਆਪਣੇ ਵਰਗੇ ਆਮ ਬੰਦਿਆਂ ਕੋਲ ਨਹੀਂ ਹੁੰਦੇ, ਬਹੁਤ ਕੀਮਤੀ ਆ। ਸੋ ਕਹਿੰਦੇ ਰਤਨ ਜਵੇਹਰ ਨਾਮ, ਗੁਰੂ ਸਾਹਿਬ ਨੇ ਸਾਨੂੰ ਜਿਹੜਾ ਨਾਮ ਦਿੱਤਾ ਹੈ, ਰੱਬ ਦਾ ਨਾਮ, ਨਾਮ ਦੀ ਦਾਤ ਸਿਰ ਤੇ ਹੱਥ ਰੱਖ ਕੇ, ਉਹ ਰਤਨ ਆ, ਬਹੁਤ ਕੀਮਤੀ ਆ। ਸੱਤ ਸੰਤੋਖ ਗਿਆਨ, ਸੱਤ ਆ, ਸੰਤੋਖ ਆ ਤੇ ਗਿਆਨ ਆ। ਖਜ਼ਾਨੇ ਦੇ ਵਿੱਚ ਕੀ ਕੁਛ ਆ? ਇੱਕ ਵਰਡ ਆ, ਇਹ ਪੂਰੀ ਇੱਕ ਫਿਲੋਸਫੀ ਆ। ਤੁਸੀਂ ਇਹਨੂੰ ਬਾਅਦ ਵਿੱਚ ਆਪ ਵਿਚਾਰ ਕੇ ਦੇਖ ਲੈਣਾ ਕਿ ਇਹਨਾਂ ਦਾ ਮਤਲਬ ਕੀ ਆ। ਜੇ ਆ ਜਾਣ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਧੀਰਜ ਆ ਜੇ ਤੇ ਸਾਡੀ ਸਾਰੀ ਦੁਨਿਆਵੀ ਲਾਈਫ ਬਚ ਸਕਦੀ ਹੈ। ਸੂਖ ਸਹਿਜ ਦਇਆ ਕਾ ਪੋਤਾ, ਆਨੰਦ ਮਿਲਦਾ ਆ, ਅਡੋਲਤਾ ਮਿਲਦੀ ਆ। ਸੋ ਦਇਆ, ਪੋਤਾ ਹੁੰਦਾ ਖਜ਼ਾਨਾ, ਜਿਵੇਂ ਇੱਕ ਪੂਰਾ ਆਪਾਂ ਕਹਿ ਲਈਏ ਪਰਸ ਭਰਿਆ ਹੋਏ ਜਾਂ ਇੱਕ ਛੋਟਾ ਜਿਹਾ ਬਾਕਸ ਭਰਿਆ ਹੋਏ, ਦਇਆ ਕਾ ਪੋਤਾ, ਦਇਆ ਹੈ ਉਹਦੇ ਵਿੱਚ। ਹਰ ਭਗਤਾਂ ਹਵਾਲੇ ਹੁੰਦਾ, ਜਿਹੜਾ ਵੀ ਨਾਮ ਜਪਦਾ ਨਾ, ਭਗਤੀ ਕਰਦਾ ਆ, ਵਾਹਿਗੁਰੂ ਆਪਣੇ ਭਗਤਾਂ ਨੂੰ ਦੇ ਹਵਾਲੇ ਕਰ ਦਿੰਦਾ ਉਹ ਖਜ਼ਾਨਾ। ਪੀਊ ਦਾਦੇ ਕਾ ਖੋਲ ਡਿਠਾ ਖਜ਼ਾਨਾ, ਜਿਵੇਂ ਸਾਡੇ ਹਵਾਲੇ ਕਰਕੇ ਗਿਆ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਕਰਕੇ, ਐਡਾ ਖਜ਼ਾਨਾ। ਉਹ ਸਾਰੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਲਿਖੀਆਂ ਆ, ਬਾਣੀ ਵਿੱਚ ਹੀ ਲਿਖੀਆਂ ਆ। ਬੜੇ ਧਿਆਨ ਨਾਲ ਪੜ੍ਹ ਕੇ ਦੇਖੋ, ਖੋਜ ਕੇ ਦੇਖੋ, ਇੱਕ ਸ਼ਬਦ ਦੀ ਖੋਜ ਕਰਕੇ ਦੇਖੋ। ਇਹ ਸਾਰੀ ਥਿਊਰੀ ਲਿਖੀ ਪਈ ਹੈ, ਜਿੱਦਾਂ ਦਾ ਪ੍ਰੈਕਟੀਕਲ ਕਰੋਗੇ ਤੁਸੀਂ ਹੈਰਾਨ ਹੀ ਰਹਿ ਜਾਣਾ ਕਿ ਇੰਨਾ ਕੁਛ ਆ। ਜਿਵੇਂ ਆਪਣੇ ਸਕੂਲਾਂ 'ਚ ਪਹਿਲਾਂ ਪ੍ਰੈਕਟੀਕਲ ਕਰਦੇ ਹਾਂ, ਆਪਾਂ ਪ੍ਰੈਕਟੀਕਲਾਂ ਬਣਾਉਂਦੇ ਹਾਂ, ਫਿਰ ਉਸ ਤੋਂ ਬਾਅਦ ਲੈਬ 'ਚ ਜਾ ਕੇ ਆਪਾਂ ਜਿਵੇਂ ਹੀ ਉਹਦਾ ਪਹਿਲਾਂ ਥਿਊਰੀ ਲਿਖਦੇ ਹਾਂ, ਥਿਊਰੀ ਪੜ੍ਹਦੇ ਹਾਂ, ਫਿਰ ਆਪਾਂ ਲੈਬ 'ਚ ਜਾ ਕੇ ਪ੍ਰੈਕਟੀਕਲ ਕਰਦੇ ਹਾਂ। ਸੋ ਜਦੋਂ ਆਪਾਂ ਪ੍ਰੈਕਟੀਕਲ ਕਰਦੇ ਹਾਂ, ਸਾਰੇ ਹਰ ਚੀਜ਼ ਇੰਨ ਬਿੰਨ ਉਵੇਂ ਹੀ ਬਣਦੀ ਆ, ਉਵੇਂ ਹੀ ਹੁੰਦਾ, ਆਪਾਂ ਕਿੰਨੇ ਹੈਰਾਨ ਹੁੰਦੇ ਹਾਂ, ਫਿਰ ਆਪਾਂ ਨੂੰ ਸਮਝ ਆਉਂਦੀ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਨੇ, ਜਿਵੇਂ ਆਪਾਂ ਰੋਜ਼ ਪੜ੍ਹਦੇ ਹਾਂ, ਭਈ ਪ੍ਰਾਪਤ ਮਨੁੱਖ ਦੇ ਹਰੀਆ, ਗੋਬਿੰਦ ਮਿਲਣ ਕੀ ਤੇਰੀ ਬਰੀਆ, ਸੋਦਰ ਦੀ ਬਾਣੀ 'ਚ ਰੋਜ਼ ਪੜ੍ਹਦੇ ਆ ਨਾ। ਉਹਦਾ ਪ੍ਰੈਕਟੀਕਲ ਕੀ ਹੈਗਾ ਆ? ਗੁਰੂ ਸਾਹਿਬ ਕਹਿੰਦੇ, ਪੁੱਤਰ ਇਹ ਸਰੀਰ ਦਿੱਤਾ ਹੈ ਤੁਹਾਨੂੰ, ਰੱਬ ਨੂੰ ਮਿਲਣ ਵਾਸਤੇ ਦਿੱਤਾ ਆ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਰੱਬ ਨੂੰ ਮਿਲਣ ਦੀ ਇੱਕ ਤੇਰੀ ਵਾਰੀ ਆ, ਜਾਂ ਮਿਲ ਜਾ। ਸੋ ਆਪਾਂ ਨੂੰ ਪਤਾ ਹੀ ਨਹੀਂ ਕਿ ਅਸੀਂ ਰੱਬ ਨੂੰ ਮਿਲ ਸਕਦੇ ਹਾਂ। ਸਾਨੂੰ ਰੱਬ ਮਿਲ ਸਕਦਾ ਹੈ, ਜਿੰਦੇ ਜੀ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ। ਤੇ ਜਿਹਨੂੰ ਵਾਹਿਗੁਰੂ ਮਿਲ ਗਿਆ, ਜਿਹਨੂੰ ਰੱਬ ਮਿਲ ਗਿਆ, ਜਿਸ ਕੇ ਘਰ ਦੀ ਬਾਣ ਹਰ ਹੋਵੇ ਤਿਸ ਕੀ ਮੁੱਠੀ ਵਿੱਚ ਜਗਤ ਸਭ ਆਇਆ,
ਜਿਹਦੇ ਕੋਲ ਵਾਹਿਗੁਰੂ ਆ ਨਾ ਸਾਰੀ ਦੁਨੀਆ ਦੀ ਮੁੱਠੀ 'ਚ ਆ। ਕਿਉਂ? ਸਾਰੀ ਦੁਨੀਆ ਵਾਹਿਗੁਰੂ ਚਲਾ ਰਿਹਾ। ਮੇਰੇ ਰਾਮ ਕੋ ਭੰਡਾਰ, ਇਹ ਵਾਹਿਗੁਰੂ ਦਾ ਖਜ਼ਾਨਾ ਆ। ਖਾਤ ਖਰਚ ਕਛ ਤੋਟ ਨਾ ਆਵੇ, ਅੰਤ ਨਹੀਂ ਹਰ ਪਾਰਾਵਾਰ। ਕੀਰਤਨ ਨਿਰਮੋਲਕ ਹੀਰਾ, ਇੱਕ ਉਹਦੇ ਵਿੱਚ ਹੋਰ ਨਿਰਮੋਲਕ ਹੀਰਾ ਆ ਜਿਹਦਾ ਕੋਈ ਮੁੱਲ ਨਹੀਂ। ਉਹ ਕੀ ਆ? ਕੀਰਤਨ। ਕੀਰਤਨ ਦਾ ਮਤਲਬ ਹੁੰਦਾ ਹੈ ਵਾਹਿਗੁਰੂ ਦੀ ਸਿਫਤ ਸਲਾਹ, ਵਾਹਿਗੁਰੂ ਦੀ ਸਿਫਤ ਕਰਨੀ। ਆਪਾਂ ਅੱਜ ਦੀ ਡੇਟ ਵਿੱਚ ਆਪਾਂ ਕੀਰਤਨ ਦੇਖਦੇ ਹਾਂ ਸਿਰਫ ਹਾਰਮੋਨੀਅਮ ਨਾਲ ਜਾਂ ਰਬਾਬ ਨਾਲ ਜਿਹੜੇ ਸ਼ਬਦ ਗਾਇਨ ਕੀਤੇ ਜਾਂਦੇ ਆ, ਆਪਾਂ ਉਹਨੂੰ ਹੀ ਕੀਰਤਨ ਕਹਿੰਦੇ ਹਾਂ। ਕੀਰਤਨ ਦੇ ਅਰਥ ਕਰੋਗੇ ਤੇ ਕੀਰਤੀ, ਵਾਹਿਗੁਰੂ ਦੀ ਸਿਫਤ। ਵਾਹਿਗੁਰੂ 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 ਤੂੰ ਧੰਨ ਆ, ਹਨੇਰੇ ਚੋਂ ਪ੍ਰਕਾਸ਼ ਕਰਨ ਵਾਲਿਆ ਤੂੰ ਧੰਨ ਆ, ਇਹ ਵਾਹਿਗੁਰੂ ਸ਼ਬਦ ਦੇ ਅਰਥ ਆ। ਸੋ ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਗਹੀਰਾ, ਉਹ ਆਨੰਦ ਦਾ ਤੇ ਗੁਣਾਂ ਦਾ ਖਜ਼ਾਨਾ ਆ। ਜਿਵੇਂ ਜਿਵੇਂ ਆਪਾਂ ਵਾਹਿਗੁਰੂ ਜਪਦੇ ਜਾਂਦੇ ਆ, ਮਨ ਟਿਕਦਾ ਜਾਂਦਾ ਆ। ਜਿਵੇਂ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਸੁੱਖਾਂ ਦੀ ਮਨੀ ਆ, ਸੁੱਖ ਹੀ ਸੁੱਖ ਆ, ਅੰਮ੍ਰਿਤ ਪ੍ਰਭ ਨਾਮ, ਅੰਮ੍ਰਿਤਮਈ ਵਾਹਿਗੁਰੂ ਦਾ ਨਾਮ ਸੁੱਖਾਂ ਦੀ ਮਨੀ ਆ। ਭਗਤ ਜਨਾਂ ਕੈ ਮਨ ਬਿਸਰਾਮ, ਜਿਹੜਾ ਵੀ ਭਗਤੀ ਕਰਦਾ ਆ ਉਹ ਸੁੱਖਾਂ ਦੀ ਮਨੀ ਵਾਹਿਗੁਰੂ ਦਾ ਨਾਮ ਜਪਦਾ ਆ, ਉਹਦਾ ਮਨ ਟਿਕ ਜਾਂਦਾ। ਜਿਸ ਦਿਨ ਤੁਹਾਡਾ ਮਨ ਟਿਕ ਗਿਆ ਨਾ, ਮੈਂ ਤੁਹਾਨੂੰ ਸ਼ਾਰਟ ਵਿੱਚ ਹੁਣ ਦੱਸਾਂ, ਟਾਈਮ ਆਪਣਾ ਓਵਰ ਹੋਣ ਵਾਲਾ ਆ। ਜਿਸ ਦਿਨ ਤੁਹਾਡਾ ਮਨ ਟਿਕ ਗਿਆ ਤੁਹਾਨੂੰ ਪ੍ਰਕਾਸ਼ ਹੋਣਾ ਆ। ਤੇ ਵਾਹਿਗੁਰੂ ਕੀ ਆ? ਇੱਕ ਓੰਕਾਰ, ਇੱਕ ਪ੍ਰਕਾਸ਼ ਆ, ਇੱਕ ਰਸ ਆ, ਸਰਬ ਵਿਆਪਕ ਆ। ਵਾਹਿਗੁਰੂ ਇੱਕ ਜੋਤ ਆ, ਇੱਕ ਚਾਨਣ ਆ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਮਨ ਟਿਕਦੇ ਸਾਰੀ ਤੁਹਾਨੂੰ ਪ੍ਰਕਾਸ਼ ਹੋ ਜਾਣਾ, ਮਤਲਬ ਤੁਹਾਨੂੰ ਵਾਹਿਗੁਰੂ ਦੇ ਦਰਸ਼ਨ ਹੋ ਜਾਣੇ। ਦੂਜੀ ਗੱਲ, ਤੁਸੀਂ ਗੁਰੂ ਸਾਹਿਬ ਨਾਲ ਗੱਲਬਾਤ ਵੀ ਕਰ ਸਕਦੇ ਹੋ। ਭਗਤ ਸੰਗ ਪ੍ਰਭ ਗੋਸ਼ਟ ਕਰਤ, ਤੁਹਾਡੇ ਨਾਲ ਤੁਹਾਡੀ ਰੱਬ ਨਾਲ ਗੱਲਬਾਤ ਹੋ ਸਕਦੀ ਹੈ। ਤੀਜੀ ਗੱਲ, ਤੁਹਾਨੂੰ ਅੰਮ੍ਰਿਤ ਰਸ ਆਊਗਾ ਉੱਥੇ। ਅੰਮ੍ਰਿਤ ਰਸ ਸਤਿਗੁਰੂ ਚੋਂ ਆਇਆ, 10ਵੇਂ ਦੁਆਰ ਪ੍ਰਗਟ ਹੋਇਆ ਆ। 3 ਗੱਲਾਂ ਹੋ ਗਈਆਂ। ਚੌਥੀ ਗੱਲ, ਤੁਹਾਨੂੰ ਤੁਹਾਡੀ ਬਾਦਸ਼ਾਹਤ ਮਿਲ ਜਾਊਗੀ। ਗੁਰੂ ਸਾਹਿਬ ਕਹਿੰਦੇ ਆ, ਇਸ ਗੁਫਾ ਮੈਂ ਅਖੁੱਟ ਭੰਡਾਰਾ, ਇਸ ਸਰੀਰ ਰੂਪੀ ਗੁਫਾ ਦੇ ਅੰਦਰ ਨਾ ਮੁੱਕਣ ਵਾਲਾ ਖਜ਼ਾਨਾ ਪਿਆ, ਜਿਹੜੇ ਖਜ਼ਾਨੇ ਦੀ ਆਪਾਂ ਉੱਪਰ ਗੱਲ ਕੀਤੀ, ਜਿਹੜਾ ਆਪਣਾ ਟੌਪਿਕ ਆ। ਸੋ ਗੁਰੂ ਗ੍ਰੰਥ ਸਾਹਿਬ ਵਿੱਚ ਆ। ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਪੜਾਂਗੇ ਤੇ ਗੁਰੂ ਸਾਹਿਬ ਕਹਿੰਦੇ ਤੁਹਾਡੇ ਅੰਦਰ ਹੀ ਪਿਆ ਪੁੱਤਰ, ਆਪਣੇ ਅੰਦਰ ਖੋਜ ਕੇ ਦੇਖ, ਤੈਨੂੰ ਅੰਦਰੋਂ ਲੱਭ ਜਾਣਾ। ਸੋ ਗੁਰੂ ਸਾਹਿਬ ਅੰਦਰੋਂ ਲੱਭਾ ਦਿੰਦੇ ਆ। ਜਿਹੜਾ ਖਜ਼ਾਨਾ ਲਿਖਤੀ ਰੂਪ ਵਿੱਚ ਆ, ਇਹ ਗੁਰੂ ਪਾਤਸ਼ਾਹ ਨੇ ਸਾਨੂੰ ਅੰਦਰੋਂ ਸਾਡਾ ਖਜ਼ਾਨਾ ਲੱਭਾ ਦੇਣਾ ਆ। ਸੋ ਉਹ ਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਅੰਦਰ ਅਖੁੱਟ, ਮਤਲਬ ਇਸ ਗੁਫਾ ਮੈਂ ਅਖੁੱਟ ਭੰਡਾਰਾ, ਨਾ ਮੁੱਕਣ ਵਾਲਾ ਖਜ਼ਾਨਾ ਤੇਰੇ ਅੰਦਰ ਪਿਆ ਆ। ਤਿਸ ਵਿੱਚ ਵਸੇ ਹਰ ਲੱਖ ਪਾਰਾ, ਉੱਥੇ ਵਾਹਿਗੁਰੂ ਵਸਦਾ ਆ। ਸੋ ਤੁਹਾਨੂੰ ਤੁਹਾਡਾ ਖਜ਼ਾਨਾ ਮਿਲ ਗਿਆ, ਮਤਲਬ ਤੁਹਾਡੀ ਬਾਦਸ਼ਾਹਤ। ਪ੍ਰਭੂ ਕੇ ਸਿਮਰਨ ਰਿੱਧ ਸਿੱਧ ਨੌ ਨਿੱਧ, ਰਿੱਧ ਸਿੱਧ ਨਾਵੇਂ ਕੀ ਦਾਸੀ। ਰਿੱਧੀਆਂ ਸਿੱਧੀਆਂ ਪਤਾ ਕਿੰਨੇ ਸਪਿਰਿਚੁਅਲ ਪਾਵਰ ਹੁੰਦੀਆਂ, ਜੋ ਮਰਜ਼ੀ ਬੰਦਾ ਕਰ ਸਕਦਾ ਆ ਜਿਵੇਂ ਮਰਜ਼ੀ। ਪਰ ਇਹ ਬਹੁਤ ਛੋਟੀਆਂ ਚੀਜ਼ਾਂ ਆ, ਆਪਾਂ ਇਹਨਾਂ 'ਚ ਨਹੀਂ ਪੈਣਾ, ਪਰ ਇਹ ਸਿਮਰਨ ਵਿੱਚ ਹੈਗੀਆਂ, ਨਾਮ ਵਿੱਚ ਹੈਗੀਆਂ ਆ। ਰਿੱਧੀਆਂ ਸਿੱਧੀਆਂ ਮਿਲ ਜਾਣਗੀਆਂ ਤੁਹਾਨੂੰ, ਤੁਹਾਡੀ ਬਾਦਸ਼ਾਹਤ ਮਿਲ ਜੂਗੀ, ਅੰਮ੍ਰਿਤ ਰਸ ਆ ਜਾਊਗਾ, ਪ੍ਰਕਾਸ਼ ਹੋ ਜਾਊਗਾ, ਵਾਹਿਗੁਰੂ ਦੇ ਦਰਸ਼ਨ ਹੋ ਜਾਣਗੇ ਤੇ ਸੱਚਖੰਡ ਚਲੇ ਜਾਓਗੇ। ਪ੍ਰਭੂ ਕੇ ਸਿਮਰਨ ਨਿਚਲ ਆਸਨ। ਸੱਚ ਦੇਖੋ, 6 ਗੱਲਾਂ ਇੰਨੀਆਂ ਵੱਡੀਆਂ ਆ ਤੁਹਾਡੀ ਜ਼ਿੰਦਗੀ ਦੀਆਂ। ਆਪਾਂ ਨੂੰ ਕੀ ਚਾਹੀਦਾ ਹੁੰਦਾ? ਆਪਾਂ ਨੂੰ ਸਿਖਾਇਆ ਜਾਂਦਾ ਸਕੂਲਾਂ 'ਚ ਸਾਰਾ ਨੇਮ ਫੇਮ ਚਾਹੀਦਾ ਜੀ, ਨੇਮ ਫੇਮ। ਨਾਮ ਕਮਾਓ, ਚੰਗਾ ਪੈਸਾ ਕਮਾਓ। ਸੋ ਇੱਥੇ ਕਹਿੰਦੇ ਦੁਨੀਆ ਦੇ ਖਜ਼ਾਨੇ ਤੇਰੇ ਪੈਰਾਂ ਵਿੱਚ ਢੇਰ ਹੋਣੇ ਆ। ਬ੍ਰਹਮ ਬਿੰਦੇ ਤਿਸ ਦਾ ਬ੍ਰਹਮਤ ਰਹੇ, ਇੱਕ ਸ਼ਬਦ ਲਿਵ ਲਾਏ। ਨਵ ਨਿੱਤੀ 18 ਸਿੱਧੀ ਪਿੱਛੇ ਲੱਗੀਆਂ ਫਿਰੇ। ਸਭ ਨਿਧਾਨ 10 ਅਸ਼ਟ ਸਿਧਾਨ, ਠਾਕੁਰ ਕਰਤਲ ਧਰਿਆ। ਸਾਰੀ ਦੁਨੀਆ ਦੇ ਖਜ਼ਾਨੇ ਤੋਂ ਕਿੱਥੇ ਪਏ? ਠਾਕੁਰ ਬਾਬੇ ਨਾਨਕ ਦੇ ਹੱਥ ਤੇ ਧਰੇ ਪਏ। ਚੁੱਕ ਲਓ, ਤਾਂ ਆਪਣਾ ਪਿਤਾ ਹੈ ਉਹ ਤਾਂ। ਸ਼ਾਇਦ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਸਾਡੇ ਪਿਤਾ ਹੈ, ਉਹਨਾਂ ਦੇ ਹੱਥ ਤੇ ਪਿਆ। ਸਾਨੂੰ ਗੁਰੂ ਸਾਹਿਬ ਨਹੀਂ ਦਿਖਦੇ, ਉਹਨਾਂ ਦਾ ਹੱਥ ਨਹੀਂ ਦਿਖਦਾ। ਗੁਰੂ ਗ੍ਰੰਥ ਸਾਹਿਬ ਜੀ ਬਾਰੇ ਪਤਾ ਹੀ ਨਹੀਂ ਸਾਨੂੰ, ਗੁਰਦੁਆਰਾ ਕੀ ਹੁੰਦਾ ਆ, ਉੱਥੋਂ ਕੀ ਲੱਭ ਜਾਂਦਾ ਆ। ਇਸੇ ਕਰਕੇ ਆਪਾਂ ਨੂੰ ਪਤਾ ਨਹੀਂ। ਜਿਸ ਦਿਨ ਆਪਾਂ ਨੂੰ ਪਤਾ ਲੱਗ ਗਿਆ ਨਾ, ਗੁਰਦੁਆਰੇ ਸਾਰਾ ਕੁਛ ਆ। ਇਹ ਸਭ ਹੋਣਾ ਹੀ ਗੁਰਦੁਆਰੇ ਜਾ ਕੇ ਗੁਰੂ ਸਾਹਿਬ ਨਾਲ ਜੁੜਾਂਗੇ। ਗੁਰਦੁਆਰੇ ਜਾਵਾਂਗੇ ਤੇ ਗੁਰੂ ਸਾਹਿਬ ਨਾਲ ਜੁੜਾਂਗੇ, ਗੁਰੂ ਸਾਹਿਬ ਨਾਲ ਜੁੜਾਂਗੇ, ਬਾਣੀ ਪੜਾਂਗੇ, ਬਾਣੀ ਵਿਚਾਰਾਂਗੇ, ਸਾਰੇ ਖਜ਼ਾਨੇ ਦੀ ਸਮਝਾਉਣਗੇ ਗੁਰੂ ਸਾਹਿਬ ਕਿਵੇਂ ਲੈਣਾ ਆ। ਜਦੋਂ ਖਜ਼ਾਨਾ ਦੇਤਾ, ਪਰਸਨੈਲਿਟੀ ਤੁਹਾਡੀ, ਸਾਰੀ ਦੁਨੀਆ ਤੁਹਾਡੇ ਕੋਲ ਪੁੱਛਣ ਆਊਗੀ ਕਿ ਤੁਸੀਂ ਕਿੱਥੇ ਜਾਂਦੇ ਆ, ਕਿੱਥੋਂ ਸਿੱਖਦੇ ਆ, ਕੀ ਕਰਦੇ ਆ। ਜੀਨੀਅਸ ਵਿੱਚ ਤਾਂ ਇੱਕ ਅੱਧਾ ਕੋਈ ਕੁਆਲਿਟੀ ਹੁੰਦੀ ਆ, ਤੇ ਤੁਹਾਡੇ ਵਿੱਚ ਕੁਆਲਿਟੀਆਂ, ਗੁਰੂ ਸਾਹਿਬ ਦੇ ਵਿੱਚ ਕਿੰਨੀਆਂ ਕੁਆਲਿਟੀਆਂ ਹੈ। ਦੇਖੋ, ਜੇ ਆਪਾਂ 10ਵੇਂ ਪਾਤਸ਼ਾਹ ਦੀ ਗੱਲ ਕਰੀਏ, ਉਹਨਾਂ ਵਰਗਾ ਯੋਧਾ ਕੋਈ ਨਹੀਂ ਸੀ, ਉਹਨਾਂ ਵਰਗਾ ਬਹਾਦਰ ਕੋਈ ਨਹੀਂ, ਉਹਨਾਂ ਵਰਗਾ ਕਿੰਨਾ ਮੈਨੇਜਮੈਂਟ ਕਿੰਨੀ ਜ਼ਬਰਦਸਤ ਸੀ ਗੁਰੂ ਸਾਹਿਬ ਦੀ। ਸੋ ਲੇਖਕ ਕਿੰਨੇ ਵਧੀਆ ਹੈ, ਮਤਲਬ ਹਰ ਪਾਸੇ ਪ੍ਰਚਾਰਕ ਕਿੰਨੇ ਵਧੀਆ। ਆਪਾਂ ਗੁਣ ਦੱਸ ਹੀ ਨਹੀਂ ਸਕਦੇ ਕਿੰਨੇ ਗੁਣ ਸੀ ਉਹਨਾਂ ਦੇ। ਸੋ ਆਪਾਂ ਉਹਨਾਂ ਦੇ ਪੁੱਤਰ ਆ, ਸਾਡੀ ਵੀ ਇਦਾਂ ਦੀ ਪਰਸਨੈਲਿਟੀ ਬਣ ਸਕਦੀ ਹੈ। ਸੋ ਜਿਹੜਾ ਬਣਾਉਣਾ ਚਾਹੁੰਦਾ, ਆਪਾਂ ਰੋਲ ਮਾਡਲ 10ਵੇਂ ਪਾਤਸ਼ਾਹ ਨੂੰ ਰੱਖਣਾ, ਆਪਣਾ ਗੁਰੂ ਸਾਹਿਬ ਨੂੰ। ਕਿਸੇ ਬੰਦੇ ਨੂੰ, ਕਿਸੇ ਪ੍ਰਚਾਰਕ ਨੂੰ ਨਹੀਂ, ਕਿਸੇ ਨੂੰ ਨਹੀਂ ਬਣਾਉਣਾ, ਗੁਰੂ ਸਾਹਿਬ ਨੂੰ ਰੋਲ ਮਾਡਲ ਬਣਾਓ। ਸੋ ਗੁਰੂ ਸਾਹਿਬ ਵਰਗੇ ਬਣਨਾ। ਬੰਦੇ 'ਚ 100 ਕਮੀਆਂ ਹੁੰਦੀਆਂ, ਬੰਦਿਆਂ 'ਚ ਗੁਣ ਵੀ ਹੁੰਦੇ ਆ, ਔਗੁਣ ਵੀ ਹੁੰਦੇ ਆ। ਆਪਾਂ ਕੀ ਕਰਨਾ ਹੈ? ਆਪਾਂ ਗੁਰੂ ਸਾਹਿਬ ਨੂੰ ਰੋਲ ਮਾਡਲ ਬਣਾਉਣਾ ਆ। ਸੋ ਕੀਰਤਨ ਨਿਰਮੋਲਕ ਹੀਰਾ, ਇੱਕ ਹੀਰਾ ਕੀਰਤਨ ਆ। ਆਨੰਦ ਗੁਣੀ ਹੀਰਾ, ਉਹ ਆਨੰਦ ਦਾ ਗੁਣਾਂ ਦਾ ਖਜ਼ਾਨਾ ਆ। ਅਨਹਦ ਬਾਣੀ ਪੂੰਜੀ। ਸੋ ਇੱਕ ਅਨਹਦ ਹੁੰਦਾ ਬਿਨਾਂ ਵਜਾਏ ਵੱਜਣ ਵਾਲਾ, ਇੱਕ ਰਸ ਅੰਦਰ ਵਾਹਿਗੁਰੂ, ਵਾਹਿਗੁਰੂ ਹੁੰਦਾ ਜਾਏ ਤੁਹਾਡੇ। ਸੰਤਨ ਹੱਥ ਰਾਖੀ ਖੂੰਜੀ। ਜਿਸ ਤੁਸੀਂ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਜਪੋਗੇ,
ਬਗੈਰ ਹੈੱਡਫੋਨ ਲਾਉਣ ਤੋਂ ਤੁਹਾਡੇ ਅੰਦਰੋਂ ਵਾਹਿਗੁਰੂ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਊਗੀ। ਸੁਣ ਸਮਾਧ ਗੁਫਾ ਤੈ ਆਸਨ, ਸਰੀਰ ਸਾਡਾ ਨਾ ਸੁੰਨ ਹੋ ਜਾਂਦਾ ਜਦੋਂ ਆਪਾਂ ਸਿਮਰਨ ਕਰਦੇ ਹਾਂ, ਪੱਥਰ ਦੀ ਤਰ੍ਹਾਂ, ਜਿਵੇਂ ਇੱਕ ਸਟੈਚੂ ਹੋਏ। ਸੋ ਫਿਰ ਤੁਸੀਂ ਦੇਖੋਗੇ ਅੰਦਰ ਜਿਵੇਂ ਸੁਰਤੀ ਜੁੜੂਗੀ, ਤੁਹਾਡੇ ਅੰਦਰ ਪ੍ਰਕਾਸ਼ ਹੋਊਗਾ, ਇੱਕ ਸਮਾਧੀ ਦੀ ਤਰ੍ਹਾਂ ਲੱਗ ਜੂ। ਕੇਵਲ ਬ੍ਰਹਮ ਪੂਰਨ ਤੈ ਬਾਸਨ, ਉੱਥੇ ਮਨ ਟਿਕਿਆ, ਪ੍ਰਕਾਸ਼ ਹੀ ਪ੍ਰਕਾਸ਼, ਪ੍ਰਕਾਸ਼ ਵਾਹਿਗੁਰੂ ਆ ਉੱਥੇ, ਹੋਰ ਕੁਛ ਵੀ ਨਹੀਂ ਹੈਗਾ। ਕੇਵਲ ਬ੍ਰਹਮ, ਸਿਰਫ ਓਨਲੀ ਵਾਹਿਗੁਰੂ ਪ੍ਰਕਾਸ਼ ਆ ਉੱਥੇ, ਉੱਥੇ ਵਸਦਾ। ਭਗਤ ਸੰਗ ਪ੍ਰਭ ਗੋਸ਼ਟ ਕਰਤ, ਉੱਥੇ ਤੇ ਵਾਹਿਗੁਰੂ ਨਾਲ ਤੁਹਾਡੀ ਗੱਲਬਾਤ ਹੋ ਜਾਣੀ ਹੈ। ਆਪਣੇ ਭਗਤ ਨਾਲ ਵਾਹਿਗੁਰੂ ਗੱਲਬਾਤ ਕਰਦੇ ਆ, ਰੱਬ ਨਾਲ ਗੱਲ ਹੋ ਜਾਣੀ ਹੈ ਭਗਤ ਧੰਨਾ ਜੀ ਵਾਂਗੂ। ਭਗਤਾਂ ਦੀ ਹੁੰਦੀ ਸੀ ਕਿ ਨਹੀਂ ਹੁੰਦੀ? ਅੱਜ ਕਿਉਂ ਨਹੀਂ ਕਿਸੇ ਦੀ ਹੁੰਦੀ? ਕੋਈ ਭਗਤੀ ਨਹੀਂ ਕਰਦਾ। ਪੈਸੇ ਲੈ ਕੇ ਪਾਠ ਕਰ ਲਿਆ, ਪੈਸੇ ਲੈ ਕੇ ਕਥਾ ਕਰ ਲਈ, ਪੈਸੇ ਲੈ ਕੇ। ਸੋ ਆਪਾਂ ਵੀ ਆਪਾਂ ਨੂੰ ਜਿਵੇਂ ਕਹਿਤਾ ਕਿਸੇ ਨੇ ਵੀ ਪਾਠ ਕਰ ਲਓ, ਆਪਾਂ ਪਾਠ ਕਰ ਲਿਆ। ਸਾਨੂੰ ਪਤਾ ਨਹੀਂ ਕਿ ਬਾਣੀ ਮਹਾਂਪੁਰਖ ਕੀ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਆ, ਸੱਚਖੰਡ ਲੈ ਜਾਂਦੀ ਹੈ, ਰੱਬ ਨਾਲ ਗੱਲ ਕਰਾ ਦਿੰਦੇ ਆ ਗੁਰੂ ਸਾਹਿਬ। ਕੋਈ ਛੋਟੀ ਆਮ ਲਿਖਤ ਨਹੀਂ ਹੈਗੀ। ਤੈ ਹਰਖ ਨਾ ਸੋਗ, ਨਾ ਜਨਮ ਨਾ ਮਰਤ, ਕੋਈ ਖੁਸ਼ੀ ਨਹੀਂ, ਕੋਈ ਗਮੀ ਨਹੀਂ, ਕੋਈ ਜੰਮਣ ਨਹੀਂ, ਕੋਈ ਮਰਨ ਨਹੀਂ। ਉੱਥੇ ਕੋਈ ਜੰਮਦਾ ਨਹੀਂ, ਕੋਈ ਮਰਦਾ ਨਹੀਂ। ਸੰਸਾਰਕ ਦੁੱਖ ਸੁੱਖ, ਸੰਸਾਰਕ ਜਿੱਦਾਂ ਇੱਥੇ ਖੁਸ਼ੀਆਂ ਗਮੀਆਂ, ਇੱਦਾਂ ਦਾ ਉੱਥੇ ਕੁਛ ਨਹੀਂ ਹੈਗਾ। ਬਹੁਤ ਆਨੰਦ, ਆਨੰਦਪੁਰ ਦੇ ਵਾਸੀ ਹੋ ਜਾਓਗੇ, ਆਨੰਦਪੁਰ, ਆਨੰਦ 'ਚ ਟਿਕ ਜਾਓਗੇ। ਕਰ ਕਿਰਪਾ ਜਿਸ ਆਪ ਦਿਵਾਇਆ, ਕਿਰਪਾ ਕਰਕੇ ਜਿਹਨੂੰ ਵਾਹਿਗੁਰੂ ਆਪ ਦਿਵਾ ਦਿੰਦੇ ਆ। ਸਾਧ ਸੰਗ ਤਿਨ ਹਰ ਧਨ ਪਾਇਆ, ਸਾਧ ਸੰਗਤ ਵਿੱਚ ਉਹਨੂੰ ਵਾਹਿਗੁਰੂ ਧਨ ਲੱਭ ਜਾਂਦਾ, ਵਾਹਿਗੁਰੂ ਰੂਪੀ ਧਨ, ਰੱਬ ਲੱਭ ਜਾਂਦਾ ਉਹਨੂੰ, ਅਸਲੀ ਧਨ। ਦਇਆਲ ਪੁਰਖ ਨਾਨਕ ਅਰਦਾਸ, ਹਰ ਮੇਰੀ ਵਰਤਨ ਹਰ ਮੇਰੀ ਰਾਸ। ਇਹ ਦਇਆ ਦੇ ਪੁਰਖ ਵਾਹਿਗੁਰੂ, ਦਿਆਲ ਪੁਰਖ ਵਾਹਿਗੁਰੂ, ਅਕਾਲ ਪੁਰਖ ਵਾਹਿਗੁਰੂ, ਮੇਰੀ ਨਾਨਕ ਦੀ ਤੇਰੇ ਅੱਗੇ ਅਰਦਾਸ ਆ। ਵਾਹਿਗੁਰੂ ਹੀ ਮੇਰੀ ਵਰਤਣਾ, ਵਾਹਿਗੁਰੂ ਮੇਰੀ ਪੂੰਜੀ ਵੀ, ਵਾਹਿਗੁਰੂ ਹੀ ਰਾਸ ਹੁੰਦੀ ਪੂੰਜੀ। ਵਰਤਨ ਹੁੰਦੀ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਜਿਹੜੀਆਂ, ਜਿਵੇਂ ਆਪਾਂ ਫੋਨ ਵਰਤਦੇ ਹਾਂ, ਹੋਰ ਚੀਜ਼ਾਂ ਵਰਤਦੇ ਹਾਂ, ਮੇਰੇ ਵਾਹਿਗੁਰੂ ਹੀ ਵਰਤਣਾ, ਤੇ ਵਾਹਿਗੁਰੂ ਹੀ ਮੇਰਾ ਰਾਸ ਆ, ਪੂੰਜੀ ਆ, ਸਰਮਾਇਆ ਆ। ਸੋ ਮੈਂ ਵਾਹਿਗੁਰੂ ਦੇ ਸਿਰ ਤੇ ਅਮੀਰ ਹਾਂ। ਦੇਖਿਆ, ਅਸੀਂ ਵਾਹਿਗੁਰੂ ਨਾਲ ਜੁੜ ਸਕਦੇ ਹਾਂ ਬਾਣੀ ਦੇ ਥਰੂ। ਸੋ ਜਿਵੇਂ ਹੀ ਇਹ ਖਜ਼ਾਨੇ ਨੂੰ ਖੋਲਾਂਗੇ ਨਾ, ਆਪਾਂ ਬਾਣੀ ਨੂੰ, ਗੁਰੂ ਪਾਤਸ਼ਾਹ ਦੀ ਨੂੰ ਧਿਆਨ ਨਾਲ ਪੜਾਂਗੇ, ਸੋ ਇਹ ਇਕੱਲਾ ਜਿਹੜੇ ਗੁਰੂ ਸਾਹਿਬ ਦੀ ਤੁਕ ਆ ਨਾ, ਇੱਕ ਇੱਕ ਅੱਖਰ ਆ, ਉਹ ਪ੍ਰੈਕਟੀਕਲ ਜਦੋਂ ਕਰੋਗੇ, ਤੁਹਾਨੂੰ ਐਸੀਆਂ ਚੀਜ਼ਾਂ ਲੱਭਣਗੀਆਂ ਜੋ ਤੁਸੀਂ ਕਿਧਰੇ ਨਹੀਂ ਸੁਣੀਆਂ ਦੁਨੀਆ ਦੇ ਵਿੱਚ, ਕਦੀ ਸੁਣੀਆਂ ਹੀ ਨਹੀਂ ਹੋਣਗੀਆਂ। ਸਕੂਲੋਂ, ਕਾਲਜੋਂ, ਯੂਨੀਵਰਸਿਟੀ, ਕਿਤੇ ਹੈ ਹੀ ਨਹੀਂ ਇਹ ਗੱਲਾਂ। ਸੋ ਇੰਨਾ ਵੱਡਾ ਖਜ਼ਾਨਾ ਆ। ਆਪਾਂ ਦੇਖੋ ਰੁਮਾਲਾ ਪਾ ਕੇ ਉੱਪਰ ਢੱਕਿਆ ਪਿਆ, ਕੋਈ ਪੜ੍ਹਦਾ ਹੀ ਨਹੀਂ, ਕੋਈ ਬੈਠਦਾ ਹੀ ਨਹੀਂ ਗੁਰੂ ਸਾਹਿਬ ਕੋਲ, ਕੋਈ ਵਿਚਾਰਦਾ ਹੀ ਨਹੀਂ, ਕੋਈ ਦੇਖਦਾ ਹੀ ਨਹੀਂ ਕਿ ਕਿੰਨਾ ਕੁਛ ਪਿਆ ਹੋਇਆ ਆ। ਸੋ ਆਪਾਂ ਤੁਹਾਡੇ ਬੱਚਿਆਂ ਨਾਲ ਇਸ ਕਰਕੇ ਗੱਲ ਕੀਤੀ ਜਾ ਰਹੀ ਆ। ਸੋ ਬੱਚਿਆਂ 'ਚ ਬਹੁਤ ਗੁਣ ਹੁੰਦੇ ਆ, ਸਿੱਖਣ ਦੀ ਬੜੀ ਭਾਵਨਾ ਹੁੰਦੀ, ਸਾਰੇ ਸਟੂਡੈਂਟ ਆਪਾਂ। ਸੋ ਸਿੱਖਣਾ, ਸਾਡਾ ਨਾਂ ਹੀ ਸਿੱਖ ਆ, ਉਹਦਾ ਮਤਲਬ ਸਟੂਡੈਂਟ। ਸਿੱਖਣਾ ਆ, ਗੁਰੂ ਕੋਲੋਂ ਸਿੱਖਣਾ। ਕੀ ਸਿੱਖਣਾ? ਸਾਰਾ ਕੁਛ ਹੀ ਸਿੱਖ ਲੈਣਾ ਅਸੀਂ। ਦੁਨੀਆ 'ਚ ਅਸੀਂ ਕਿਵੇਂ ਕਾਮਯਾਬ ਹੋਣਾ ਆ, ਅਸੀਂ ਅਧਿਆਤਮਿਕ ਤੌਰ ਤੇ ਕਿਵੇਂ ਕਾਮਯਾਬ ਹੋਣਾ ਆ, ਅਸੀਂ ਜੀਨੀਅਸ ਕਿਵੇਂ ਬਣਨਾ ਆ, ਸਾਰੇ ਗੁਣ ਸਿੱਖਣੇ ਆ ਗੁਰੂ ਸਾਹਿਬ ਕੋਲੋਂ। ਸਾਰੀਆਂ ਬਖਸ਼ਿਸ਼ਾਂ ਕਿਵੇਂ ਲੈਣੀਆਂ, ਇਹ ਸਿੱਖਣਾ ਆ। ਸੋ ਅਸੀਂ ਦੁਨੀਆ ਨੂੰ ਕਿਵੇਂ ਲੀਡ ਕਰਨਾ, ਇਹ ਸਿੱਖਣਾ ਆ। ਉਹ ਸਿੱਖਦੇ ਜਾਣਾ ਗੁਰੂ ਸਾਹਿਬ ਕੋਲੋਂ। ਸੋ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਕਰਨੀ ਚਾਹੂੰਗਾ, ਸਿਰਫ ਆਪਣੇ ਕੋਲ 5 ਮਿੰਟ ਜਾਂ ਹੋਰ 5-10 ਮਿੰਟ। ਸੋ ਦੇਖੋ, ਆਪਾਂ ਨੂੰ ਜਿਵੇਂ ਆਪਣੇ ਘਰ ਦੇ ਮਾਂ ਪਿਓ ਸਾਰੇ ਹੀ ਹਮੇਸ਼ਾ ਆਪਾਂ ਨੂੰ ਨਾ ਇਸ ਤਰੀਕੇ ਨਾਲ ਪ੍ਰੇਰਿਆ ਜਾਂਦਾ ਆ ਕਿ ਮੇਰਾ ਪੁੱਤਰ ਰਾਜਾ ਆ, ਰਾਜਾ ਮੇਰਾ ਪੁੱਤਰ ਰਾਜਾ ਬਣੇ, ਜਾਂ ਮੇਰਾ ਪੁੱਤਰ ਡਾਕਟਰ ਬਣੇ, ਜਾਂ ਮੇਰਾ ਪੁੱਤਰ ਏਦਾਂ ਬਣੇ। ਸੋ ਮੈਂ ਇੱਕ ਸ਼ਬਦ ਤੁਹਾਡੇ ਨਾਲ ਹੋਰ ਸਾਂਝਾ ਕਰਨਾ ਆ। ਸੋ ਭਗਤ ਰਵਿਦਾਸ ਜੀ ਦਾ ਬੜਾ ਪਿਆਰਾ ਸ਼ਬਦ ਆ। ਸੋ ਉਹਦੇ ਵਿੱਚ ਉਹਨਾਂ ਨੇ ਗੱਲ ਕੀਤੀ ਆ ਕਿ ਅਸਲ ਵਿੱਚ ਦੇਖੋ, ਮੰਨ ਲਓ ਦੁਨੀਆ ਦਾ ਨੰਬਰ 1 ਪਲੇਅਰ ਹੋਏ, ਜਿਵੇਂ ਸਚਿਨ ਤੰਦੂਲਕਰ ਜਾਂ ਵਿਰਾਟ ਕੋਹਲੀ ਲਾ ਲਓ। ਦੁਨੀਆ ਦਾ ਨੰਬਰ 1 ਆਪਾਂ ਕਹਿ ਲਈਏ, ਕੋਈ ਅਰਥ ਸ਼ਾਸਤਰੀ ਹੋਏ, ਮਨਮੋਹਨ ਸਿੰਘ ਵਰਗਾ, ਕਿੰਨਾ ਸਿਆਣਾ, ਕਿੰਨਾ ਨੇਮ, ਉਹਨਾਂ ਦਾ ਨਾਂ ਹੈ ਉਹਨਾਂ ਦਾ ਪੂਰੇ ਵਰਲਡ ਵਿੱਚ। ਸੋ ਰੈਸਲਰ ਹੋਏ, ਨੰਬਰ 1 ਹੋਏ, ਸੋ ਟ੍ਰਿਪਲ ਐਚ ਜਾਂ ਹੋਰ ਆਪਾਂ ਕੋਈ ਵੀ ਲਾ ਲਈਏ, ਰੈਸਲਰ ਲਾ ਲਈਏ। ਸੋ ਨੰਬਰ 1 ਹੈ, ਸਾਰੇ ਬੰਦੇ ਆਪਾਂ ਚੁਣਦੇ ਜਾਈਏ। ਸੋ ਜੇ ਫਿਰ ਆਪਾਂ ਸਾਰੇ ਵਿਚਾਰ ਕੇ ਦੇਖਾਂਗੇ ਨਾ, ਸੋ ਕਦੇ ਤੁਹਾਨੂੰ ਦੱਸਿਆ ਕਿ ਸਭ ਤੋਂ ਉੱਪਰ ਪੋਸਟ ਕਿਹਦੀ ਹੈ? ਇੱਕ ਮੰਨ ਲਓ UN ਦਾ ਪ੍ਰੈਜ਼ੀਡੈਂਟ ਹੋਏ, ਸਾਰੇ ਹੁਣ ਤਾਂ ਉੱਦਾਂ ਦਾ ਸਿਸਟਮ ਰਿਹਾ ਨਹੀਂ। ਮੰਨ ਲਓ ਸਾਰੀ ਦੁਨੀਆ ਦੇ ਇੱਕੋ ਰਾਜ ਹੋਏ ਤੇ ਉਹਦਾ ਰਾਜਾ ਹੋਏ, ਸਾਰੀ ਦੁਨੀਆ ਦਾ ਰਾਜਾ ਹੋਏ, ਇੱਕ ਰਾਜ ਦਾ ਨਹੀਂ, ਇੱਕ ਸਟੇਟ ਦਾ ਨਹੀਂ, ਸਾਰੀ ਦੁਨੀਆ ਦਾ ਰਾਜਾ ਹੋਏ। ਸੋ ਸਭ ਤੋਂ ਉੱਪਰ ਕਿਹਦੀ ਪੋਸਟ ਹੈਗੀ ਆ? ਇੱਕ ਬਹੁਤ ਵਿਦਵਾਨ ਹੋਏ, ਬਹੁਤ ਜ਼ਿਆਦਾ ਫਿਲਾਸਫਰ ਹੋਏ, ਜਿਵੇਂ ਅਰਸਤੂ ਜਾਂ ਆਪਾਂ ਪਲੇਟੋ ਦਾ ਨਾਂ ਲਿਆ, ਏਦਾਂ ਦਾ ਕੋਈ ਜਿਹਨੂੰ ਦੁਨੀਆ ਜਾਣਦੀ ਹੋਏ। ਸੋ ਸਭ ਤੋਂ ਉੱਪਰ ਕਿਹਦੀ ਪੋਸਟ ਹੈਗੀ ਆ, ਤੁਹਾਨੂੰ ਪਤਾ ਆ? ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛਿਆ, ਗੁਰੂ ਸਾਹਿਬ ਜੀ ਸਭ ਤੋਂ ਉੱਪਰ ਕੌਣ ਹੁੰਦਾ ਆ? ਸੋ ਗੁਰੂ ਪਾਤਸ਼ਾਹ ਕਹਿੰਦੇ, ਭਗਤ ਰਵਿਦਾਸ ਜੀ ਦਾ ਇਹ ਸ਼ਬਦ ਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿੱਚ, ਅੰਗ ਹੈਗਾ ਆ 858। ਪੜ੍ਹ ਕੇ ਖੋਜ ਕੇ ਦੇਖਿਓ ਕਿ ਆਪਾਂ ਚਾਹੁੰਦੇ ਕਿ ਅਸੀਂ ਟੌਪ ਤੇ ਜਾਣਾ ਆ, ਕਿ ਰਾਜਾ ਸਭ ਤੋਂ ਟੌਪਰ ਆ, ਰੈਸਲਰ ਟੌਪਰ ਆ, ਵਿਦਵਾਨ ਟੌਪਰ ਆ। ਕੌਣ ਟੌਪਰ? ਕੌਣ ਸਭ ਤੋਂ ਟੌਪ ਤੇ ਕੌਣ ਹੈ? ਟੌਪ ਤੇ ਬਣਨਾ ਹੈ, ਪਰਸਨੈਲਿਟੀ ਹੋਏ ਟੌਪ ਦੀ। ਕਹਿੰਦੇ ਪੰਡਤ ਸੂਰ ਛਤਰ ਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ।
ਭਾਵੇਂ ਪੰਡਤ ਹੋਏ, ਵਿਦਵਾਨ ਹੋਏ, ਭਾਵੇਂ ਸੂਰਮਾ ਬੜਾ ਮਹਾਬਲੀ ਹੋਏ, ਭਾਵੇਂ ਛਤਰਪਤੀ ਰਾਜਾ ਹੋਏ, ਸਾਰੀ ਦੁਨੀਆ ਦਾ ਭਗਤ ਬਰਾਬਰ ਔਰ ਨਾ ਕੋਈ। ਜਿਹੜਾ ਵਾਹਿਗੁਰੂ ਦੀ ਭਗਤੀ ਕਰਦਾ ਨਾ, ਉਹਦੇ ਬਰਾਬਰ ਕੋਈ ਨਹੀਂ ਹੈਗਾ। ਕਿਵੇਂ? ਭਗਤ ਰਵਿਦਾਸ ਜੀ ਜਾਂ ਭਗਤ ਕਬੀਰ ਜੀ ਜਿਹੜੇ ਟਾਈਮ ਤੇ ਗੁਜ਼ਰੇ, ਉਹਨਾਂ ਨੇ ਆਪਣੀ ਸੇਵਾ ਕੀਤੀ, ਸਿਮਰਨ ਕੀਤਾ। ਉਸ ਟਾਈਮ ਤੇ ਕਿਹੜਾ ਰਾਜਾ ਹੈ ਤੁਹਾਨੂੰ ਪਤਾ ਹੈ? ਕਿੰਨੇ ਰਾਜੇ ਉਸ ਟਾਈਮ ਤੇ ਰਾਜ ਕਰ ਰਹੇ? ਕੋਈ ਜਾਣਦਾ ਉਹਨਾਂ ਨੂੰ? ਕੋਈ ਨਾਂ ਜਾਣਦਾ ਉਹਨਾਂ ਦਾ ਕਿਹੜੇ ਹੈ? ਕੋਈ ਵੀ ਨਹੀਂ ਜਾਣਦਾ। ਤੇ ਭਗਤ ਕਬੀਰ ਜੀ ਦਾ ਨਾਂ ਤੇ ਸਾਰੀ ਦੁਨੀਆ ਜਾਣਦੀ ਹੈ। ਸੋ ਉਹਨਾਂ ਦੀ ਸੋਭਾ ਤੇ ਅੱਜ ਵੀ ਹੈ, ਕਿੰਨੀ ਰਿਸਪੈਕਟ, ਕਿੰਨਾ ਸਤਿਕਾਰ, ਫਿਰ ਇਸ ਦੁਨੀਆ ਵਿੱਚ ਵੀ ਤੇ ਅੱਗੇ ਵੀ ਵਾਹਿਗੁਰੂ ਕੋਲ ਵੀ। ਸੋ ਕਿੰਨੀ ਵੱਡੀ ਗੱਲ ਇਹ ਗੱਲ ਤੁਸੀਂ ਸੋਚ ਕੇ ਦੇਖਣੀ ਕਿ ਆਪਾਂ ਚਾਹੁੰਦੇ ਹਾਂ ਕਿ ਮੈਂ ਜੀਨੀਅਸ ਬਣਨਾ, ਸਭ ਤੋਂ ਉੱਪਰ ਬਣਨਾ, ਮੈਂ ਸਭ ਤੋਂ ਉੱਪਰਲੀ ਪੋਸਟ, ਉਹ ਭਗਤ ਦੀ ਹੁੰਦੀ ਹੈ ਦੁਨੀਆ ਵਿੱਚ। ਇਹ ਗੱਲ ਯਾਦ ਰੱਖਣੀ, ਸਾਨੂੰ ਸਮਝਾਇਆ ਨਹੀਂ ਗਿਆ। ਇੱਕ ਇਹ ਵੀ ਗੱਲ ਹੈਗੀ ਆ, ਭਗਤੀ ਦੇ ਨਾਂ ਤੇ ਬਹੁਤ ਪਖੰਡ ਹੋਇਆ ਆ, ਬਹੁਤ ਜ਼ਿਆਦਾ ਅੱਜ ਵੀ ਹੋ ਰਿਹਾ ਆ। ਸੋ ਪਖੰਡ ਜ਼ਿਆਦਾ, 99.99% ਪਖੰਡ ਆ। ਭਗਤੀ ਹੈ ਨਹੀਂ ਰੀਅਲ ਭਗਤੀ, ਪਿਆਰ ਨਾਲ ਕੋਈ ਨਾਮ ਨਹੀਂ ਜਪਦਾ ਵਾਹਿਗੁਰੂ ਦਾ, ਵਾਹਿਗੁਰੂ ਨੂੰ ਪਿਆਰ ਨਹੀਂ ਕੋਈ ਕਰਦਾ, ਬਸ ਉੱਪਰੋਂ ਆ ਸਾਰਾ। ਕਿੰਨੀ ਬਾਣੀ ਪੜ੍ਹੀ ਵੀ ਜਾ ਰਹੀ ਹੈ, ਕਿੰਨੇ ਅਖੰਡ ਪਾਠ ਲੜੀਆਂ ਚੱਲ ਰਹੀਆਂ, ਪਰ ਉੱਪਰੋਂ ਪਿਆਰ ਨਾਲ ਨਹੀਂ। ਪਰ ਤੁਸੀਂ ਬੱਚੇ ਆ, ਜੇ ਤੁਸੀਂ ਬਾਣੀ ਨਾਲ ਜੁੜਨਾ ਆ, ਪਰ ਪਿਆਰ ਨਾਲ ਜੁੜਨਾ, ਗੁਰੂ ਸਾਹਿਬ ਨੂੰ ਪਿਆਰ ਕਰਕੇ ਦੇਖਣਾ। ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨਾਲ ਪਿਆਰ ਪਾ ਕੇ ਦੇਖ ਲੈਣਾ। ਮੈਂ ਤੁਹਾਨੂੰ ਹੁਣ ਕਿਹੜੇ ਵਿਸ਼ਵਾਸ ਨਾਲ ਕਹਾਂ ਕਿ ਜੇ ਤੁਹਾਡਾ ਪਿਆਰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਪੈ ਗਿਆ, ਬੱਚਿਆਂ ਦਾ, ਬੱਚੀਆਂ ਦਾ, ਹਰ ਲਬਦੋ ਮਿੱਤਰ ਸਮਿੱਤੋ ਬੇਦਾਰਨ ਕਦੇ ਨਾ ਚਿੱਤੋ। ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂਆਂ ਦੇ ਵਾਹਿਗੁਰੂ ਆ। ਗੁਰੂ ਗ੍ਰੰਥ ਸਾਹਿਬ ਜੀ ਸਰਬ ਸ਼ਕਤੀਮਾਨ ਆ। ਗੁਰੂ ਗ੍ਰੰਥ ਸਾਹਿਬ ਜੀ ਸਰਬ ਕਲਾ ਸਮਰੱਥ ਆ। ਤੁਹਾਡੀ ਅੱਖ ਵਿੱਚ ਕਦੇ ਪਾਣੀ ਨਹੀਂ ਆਉਣ ਦੇਣਗੇ ਸਾਰੀ ਉਮਰ, ਕਦੇ ਤੁਹਾਨੂੰ ਹਰਟ ਨਹੀਂ ਕਰਨਗੇ। ਹਰ ਲਬਦੋ ਮਿੱਤਰ ਸਮਿੱਤੋ ਬੇਦਾਰਨ ਕਦੇ ਨਾ ਚਿੱਤੋ। ਤੁਹਾਡਾ ਕਦੇ ਦਿਲ ਨਹੀਂ ਟੁੱਟਣ ਦੇਣਾ ਗੁਰੂ ਸਾਹਿਬ ਨੇ। ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਜਿੱਥੇ ਯਾਦ ਕਰੋਗੇ ਗੁਰੂ ਸਾਹਿਬ ਤੁਹਾਡੇ ਨਾਲ ਖੜਨਗੇ ਆ ਕੇ। ਸੋ ਵਾਹਿਗੁਰੂ ਜਿਵੇਂ ਸ਼ਬਦਾਂ 'ਚ ਸਮਝਾਇਆ ਨਾ ਕਿ ਵਾਹਿਗੁਰੂ ਤੁਹਾਡੇ ਨਾਲ ਹੋਊਗਾ ਹਰ ਵੇਲੇ, ਸੋ ਗੁਰੂ ਸਾਹਿਬ ਤੁਹਾਡੇ ਨਾਲ ਖੜਨਗੇ। ਬਸ ਸਾਡਾ ਪਿਆਰ ਹੀ ਨਹੀਂ ਹੈਗਾ ਗੁਰੂ ਸਾਹਿਬ ਨਾਲ। ਪਿਆਰ ਨਾਲ ਬਾਣੀ ਵਿਚਾਰਨੀ ਆ, ਸਮਝਣਾ ਸਿੱਖਣਾ ਹੈ ਗੁਰੂ ਸਾਹਿਬ ਕੋਲੋਂ। ਸੋ ਜੋ ਗੁਰੂ ਸਾਹਿਬ ਨੇ ਕਹਿਣਾ ਆ ਕਿ ਨਾਮ ਜਪੋ ਪੁੱਤਰੇ ਦਾ ਸੁਰਤੀ ਲਾਓ, ਟਿਕ ਕੇ ਬੈਠੋ। ਸੋ ਜਿਵੇਂ ਜੋ ਸਿਖਾਉਂਦੇ, ਨਾਮ ਜਪਣਾ ਸਿਖਾਉਂਦੇ ਆ। ਸਾਧੂ ਸੰਗ ਸਿਖਾਇਓ ਨਾਮ, ਗੁਰੂ ਸਾਹਿਬ ਨਾਮ ਜਪਣਾ ਸਿਖਾਉਂਦੇ ਆ। ਜੇ ਤੁਹਾਨੂੰ ਨਾਮ ਜਪਣਾ ਆ ਗਿਆ, ਜੇ ਮਨ ਟਿਕ ਗਿਆ, ਤੇ ਤੁਸੀਂ ਦੇਖੋਗੇ ਕਿ ਤੁਹਾਡੇ ਅੰਦਰ ਕਿੰਨਾ ਕੁਛ ਪਿਆ ਹੋਇਆ ਆ। ਗੁਰੂ ਸਾਹਿਬ ਕਹਿੰਦੇ ਨਾ, ਸਭ ਕਿਛ ਘਰ ਮੇਂ ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਭੁਲਾਹੀ। ਸੋ ਕਹਿੰਦੇ ਜਿਹੜਾ ਬਾਹਰੋਂ ਲੱਭਣ ਜਾਂਦਾ ਉਹ ਤੇ ਭਟਕ ਜਾਂਦਾ ਵਿਚਾਰਾ। ਸਾਰਾ ਕੁਛ ਤੁਹਾਡੇ ਅੰਦਰ ਆ, ਜੋ ਬ੍ਰਹਮੰਡੇ ਸੋਈ ਪਿੰਡੇ। ਇਹ ਥਿਊਰੀ ਆ, ਉਹਦਾ ਪ੍ਰੈਕਟੀਕਲ ਕਰਕੇ ਦੇਖੋ। ਜੋ ਬਾਹਰ ਉਹ ਸਾਡੇ ਅੰਦਰ ਵੀ ਹੈਗਾ ਆ। ਸੋ ਅੰਦਰ ਗੁਰੂ ਸਾਹਿਬ ਲੈ ਕੇ ਜਾਣਗੇ। ਸੋ ਬਹੁਤ ਉੱਚੀ ਗੱਲ ਆ। ਜੇ ਕੁਲ ਸਾਧ ਬੈਸ ਨ ਹੋਏ, ਜਿਹੜੀ ਕੁਲ ਦੇ ਵਿੱਚ ਵਾਹਿਗੁਰੂ ਦਾ ਭਗਤ ਜੰਮ ਪਿਆ ਨਾ, ਇੱਕ ਕੁਲ ਦੇ ਵਿੱਚ ਬਰਨ ਅਬਰਨ ਰੰਕ ਨਹੀਂ ਈਸਰ ਬਿਮਲ ਜਾਸ ਜਾਨੀ ਜਗ ਸੋਏ। ਚਾਹੇ ਉਹ ਚੰਗੀ ਜਾਤ ਦਾ, ਚਾਹੇ ਨੀਵੀਂ ਦਾ, ਚਾਹੇ ਗਰੀਬ ਆ, ਚਾਹੇ ਅਮੀਰ ਆ, ਕੁਛ ਵੀ ਆ, ਪਰ ਜਗਤ ਵਿੱਚ ਬਹੁਤ ਪਵਿੱਤਰ ਸੋਭਾ ਹੁੰਦੀ ਉਹਦੀ। ਬਹੁਤ ਭਗਤਾਂ ਦੀ ਤਰ੍ਹਾਂ ਉਹ ਪ੍ਰਸਿੱਧ ਹੋ ਜਾਂਦਾ ਹੈ ਸਾਰੇ ਜਗਤ ਵਿੱਚ। ਕੋਈ ਪਨੀਤ ਭਗਵੰਤ ਭਜਨ ਤੇ ਆਪ ਤਾਰੇ ਕੁਲ ਦੋਏ। ਵਾਹਿਗੁਰੂ ਦੀ ਭਗਤੀ ਤੇ ਬਹੁਤ ਪਵਿੱਤਰ ਹੋ ਜਾਂਦਾ, ਆਪ ਵੀ ਤਰਦਾ ਹੈ, ਆਪਣੀ ਦੋਵੇਂ ਕੁਲਾਂ ਤਾਰ ਦਿੰਦਾ ਹੈ। ਧਨ ਸੋ ਗਾਉ ਧਨ ਸੋ ਨਾਉ। ਉਹਦਾ ਪਿੰਡ ਵੀ ਧਨ ਆ। ਭਗਤ ਕਬੀਰ ਜੀ ਦਾ ਪਿੰਡ, ਭਗਤ ਰਵਿਦਾਸ ਜੀ ਦਾ ਤੁਸੀਂ ਦੇਖੋ, ਭਗਤ ਧੰਨਾ ਜੀ ਦਾ ਰਾਜਸਥਾਨ 'ਚ ਲੋਕੀ ਜਾ ਕੇ ਉੱਥੇ ਮੱਥਾ ਟੇਕ ਕੇ ਆਉਂਦੇ ਆ। ਧਨ ਸੋ ਗਾਉ ਧਨ ਸੋ ਠਾਉ, ਜਿੱਥੇ ਉਹ ਰਹਿੰਦਾ ਆ ਉਹਦੀ ਥਾਂ, ਉਹ ਵੀ ਧਨ ਆ। ਧਨ ਪੁਨੀਤ ਕੁਟੰਬ ਸਭ ਲੋਏ। ਉਹਦਾ ਕੁਟੰਬ, ਉਹਦੇ ਨਾਲ ਦੋਸਤ ਮਿੱਤਰ ਸਾਰੇ ਧਨ ਹੋ ਜਾਂਦੇ ਆ। ਜਿਨ ਪੀਆ ਸਾਰ ਰਸ ਤਜੇ ਅਨ ਰਸ। ਕਿਉਂਕਿ ਨਾ ਸਭ ਤੋਂ ਸ੍ਰੇਸ਼ਟ ਰਸ ਅੰਮ੍ਰਿਤ ਰਸ ਪੀਤਾ ਹੈ ਵਾਹਿਗੁਰੂ ਦੇ ਨਾਮ ਵਿੱਚੋਂ। ਬਾਕੀ ਦੁਨਿਆਵੀ ਰਸ ਕਸ, ਦੁਨਿਆਵੀ ਚਸਕੇ ਛੋਟੇ ਮੋਟੇ ਉਹਦੇ ਛੁੱਟ ਜਾਂਦੇ ਆ। ਹੋਏ ਰਸ ਮਗਨ, ਉਹ ਵਾਹਿਗੁਰੂ ਦੇ ਰਸ 'ਚ ਇੰਨਾ ਮਗਨ ਹੋ ਜਾਂਦਾ ਆ, ਡਾਰੇ ਬਿਖ ਖੋਏ। ਉਹ ਸਾਰੀ ਮਾਇਆ ਦੀ ਜ਼ਹਿਰ ਆ, ਜਿਹੜੀ ਵਿਕਾਰਾਂ ਦੀ ਜ਼ਹਿਰ ਆ, ਉਸ ਤੋਂ ਉੱਪਰ ਉੱਠ ਜਾਂਦਾ ਆ। ਜਿੱਥੋਂ ਉੱਠਣਾ ਬਹੁਤ ਜ਼ਰੂਰੀ ਆ ਸਾਰੇ ਬੱਚਿਆਂ ਦਾ। ਵਿਕਾਰ ਕੀ ਹੁੰਦੇ ਆ ਤੁਹਾਨੂੰ ਹਾਲੇ ਪਤਾ ਨਹੀਂ, ਤੁਸੀਂ ਬੱਚੇ ਆ। ਸੋ ਕਾਮ ਕ੍ਰੋਧ ਕੀ ਹੁੰਦਾ, ਸਕੂਲਾਂ ਕਾਲਜਾਂ ਦਾ ਮਾਹੌਲ ਇੰਨਾ ਗੰਦਾ ਕਿਉਂ ਆ, ਸਾਰੇ ਵਿਕਾਰੀ ਕਿਉਂ ਆ। ਸੋ ਵਿਕਾਰਾਂ ਤੋਂ ਰਹਿਤ ਕਿਵੇਂ ਹੋ ਜਾਣਾ। ਆਪਾਂ ਦੇਖਦੇ ਸਕੂਲਾਂ ਦੀਆਂ ਕੰਧਾਂ ਤੇ ਲਿਖਿਆ ਹੁੰਦਾ ਚੰਗੇ ਇਨਸਾਨ ਬਣੋ। ਕਿਵੇਂ ਬਣ ਜਾਈਏ ਚੰਗੇ ਇਨਸਾਨ? ਜੇ ਮੰਨ ਲਓ ਮੈਂ ਹੁਣ ਪੜ੍ਹਦਾ ਹਾਂ ਤੇ ਉਦੋਂ ਕੁਝ ਦੱਸਦੇ ਹੁੰਦੇ ਸਾਡੇ ਟੀਚਰ ਪ੍ਰਿੰਸੀਪਲ, ਮੈਂ ਉਹਨਾਂ ਨੂੰ ਪੁੱਛਣਾ ਕਿ ਭਾਈ ਸਾਹਿਬ ਜੀ ਮੈਨੂੰ ਇਹ ਦੱਸ ਦਿਓ ਵੀ ਚੰਗੇ ਇਨਸਾਨ ਕਿੱਦਾਂ ਬਣ ਜਾਈਏ, ਜਦੋਂ ਮੇਰੇ ਤੇ ਵਿਕਾਰ ਅਟੈਕ ਕਰਨਗੇ ਮੈਂ ਕਿੱਦਾਂ ਬਚੂੰਗਾ। ਸੋ ਉਹ ਸਾਰੀਆਂ ਗੱਲਾਂ ਉਹ ਪਤਾ ਹੀ ਨਹੀਂ ਕਿਸੇ ਨੂੰ ਹੈਗਾ। ਉੱਥੋਂ ਸਿਲੇਬਸ ਇੱਦਾਂ ਦਾ ਪੜ੍ਹਾਇਆ ਜਾਂਦਾ ਆ, ਸਟੋਰੀਆਂ ਉਲਟੀਆਂ ਪੁਲਟੀਆਂ ਹੁੰਦੀਆਂ, ਹੀਰ ਰਾਂਝੇ ਦੀਆਂ, ਫਲਾਣ ਇੱਦਾਂ ਦੀਆਂ। ਸੋ ਜਿਹੜੀਆਂ ਕਿ ਸਾਨੂੰ ਪਤਾ ਹੀ ਨਹੀਂ, ਕੋਈ ਸਾਡਾ ਜੀਵਨ ਖਰਾਬ ਕਰਦੀਆਂ ਆ। ਬੱਚਿਆਂ ਦੀ ਏਜ ਉੱਦਾਂ ਦੀ ਹੁੰਦੀ ਆ, ਕੋਈ ਸਿਖਾਉਣ ਵਾਲਾ ਨਹੀਂ ਸਹੀ, ਸਿੱਖਣ ਦਾ ਸਿਸਟਮ ਨਹੀਂ ਸਹੀ ਹੈਗਾ। ਤੁਸੀਂ ਗੁਰੂ ਸਾਹਿਬਾਂ ਦੀਆਂ ਇਤਿਹਾਸ ਦੀਆਂ, ਐਡੇ ਹਰੀ ਸਿੰਘ ਨਲਵੇ ਦੇ ਹੋਰ ਇੰਨਾ ਇਤਿਹਾਸ ਆ ਸਾਡਾ, ਅਕਾਲੀ ਫੂਲਾ ਸਿੰਘ, ਉਹ ਪੜ੍ਹਾ ਦਿਓ। ਕਾਵ ਪੜ੍ਹਾਉਣਾ, ਪੋਇਟਰੀ ਪੜ੍ਹਾਉਣੀ ਆ ਤੇ ਆਹ ਪੋਇਟਰੀ ਪੜ੍ਹਾਓ ਗੁਰੂ ਸਾਹਿਬ ਦੀ, ਜਿੱਥੇ ਨਿਰੀ ਹੀਰਿਆਂ ਦੀ ਗੱਲ ਆ, ਜਿੱਥੇ ਖਜ਼ਾਨਿਆਂ ਦੀ ਗੱਲ ਆ, ਜਿੱਥੇ ਅਮੀਰੀ ਦੀ ਗੱਲ ਆ, ਜਿੱਥੇ ਦੈਵੀ ਗੁਣਾਂ ਦੀ ਗੱਲ ਆ। ਸੋ ਆਪਾਂ ਸਿਸਟਮ ਨੂੰ ਤਾਂ ਖੈਰ ਨਹੀਂ ਬਦਲ ਸਕਦੇ।
ਮੇਰੇ ਕਹਿਣ ਤੋਂ ਭਾਵ ਆ ਮੈਂ ਤੁਹਾਡੇ ਧਿਆਨ 'ਚ ਪਾ ਰਿਹਾ ਹਾਂ ਕਿ ਅਸੀਂ ਬਚ ਕੇ ਰਹਿਣਾ ਉਸ ਜ਼ਹਿਰ ਤੋਂ। ਇਹ ਜ਼ਹਿਰ ਆ, ਇਹ ਜੀਵਨ ਬਰਬਾਦ ਕਰ ਦਿੰਦੇ, ਵਿਕਾਰਾਂ ਵਿੱਚ ਜਦੋਂ ਪੈ ਜਾਂਦੇ ਬੱਚੇ, ਸੋ ਦੇਖੋ ਨਸ਼ਿਆਂ 'ਚ ਪੈ ਜਾਂਦੇ ਆ, ਪਤਤਪੁਣੇ 'ਚ ਪੈ ਜਾਂਦੇ ਆ, ਔਰ ਬੁਰੀ ਤਰ੍ਹਾਂ ਟੁੱਟ ਜਾਂਦੇ ਆ, ਸਾਰੀ ਉਮਰ ਆਪਣੇ ਪੈਰਾਂ ਤੇ ਖੜੇ ਨਹੀਂ ਹੋ ਪਾਉਂਦੇ। ਜਿਨ੍ਹਾਂ ਨੇ ਆਪਣੇ ਮਾਂ ਪਿਓ ਦਾ ਭਾਰ ਚੁੱਕਣਾ, ਆਪਣੇ ਭਾਰ ਚੁੱਕਣ ਜੋਗਾ ਨਹੀਂ ਰਹਿੰਦੇ, ਪਰ ਮਾਂ ਪਿਓ ਰੋਂਦੇ ਰਹਿੰਦੇ ਅਗਰ ਬੱਚਾ ਜਿੱਦਾਂ ਦਾ ਨਸ਼ਿਆਂ 'ਚ ਪੈ ਜਾਂਦਾ, ਸੋ ਉਹਨਾਂ ਨੂੰ ਸੰਭਾਲਣ ਵਾਲਾ ਮੁੜ ਕੇ ਕੋਈ ਨਹੀਂ ਬਚਦਾ। ਸੋ ਇਸ ਕਰਕੇ ਆਪਾਂ ਇਹਨਾਂ ਚੀਜ਼ਾਂ ਤੋਂ ਬਹੁਤ ਅਵੇਅਰ ਰਹਿਣਾ ਆ। ਸੋ ਪਰਸਨੈਲਿਟੀ ਡਿਵੈਲਪਮੈਂਟ ਕੈਂਪ ਆਏ, ਪਰਸਨੈਲਿਟੀ ਵੀ ਡਿਵੈਲਪ ਕਰਨੀ ਆ, ਆਪਾਂ ਸਾਰੀ ਦੁਨੀਆ ਦੀ ਪਰਸਨੈਲਿਟੀ ਡਿਵੈਲਪ ਕਰਨੀ ਆ। ਇਹ ਤੁਸੀਂ ਸੋਚ ਕੇ ਚੱਲੋ, ਇੰਨੀ ਵੱਡੀ ਸੋਚ ਰੱਖੋ। ਸੋ ਤਾਂ ਹੋ ਸਕੂਗੀ ਜੇ ਆਪਾਂ ਇਸ ਖਜ਼ਾਨੇ ਨਾਲ ਜੁੜਾਂਗੇ, ਗੁਰੂ ਪਾਤਸ਼ਾਹ ਦੀ ਬਾਣੀ ਦੀ ਖੋਜ ਕਰਾਂਗੇ, ਗੁਰੂ ਸਾਹਿਬ ਦੀ ਬਖਸ਼ਿਸ਼ ਲਾਂਗੇ, ਸਿਮਰਨ ਕਰਾਂਗੇ ਤੇ ਅੰਦਰੋਂ ਕੁਝ ਲੱਭਾਂਗੇ। ਸੋ ਕਹਿੰਦੇ ਕਿ ਸਾਰੇ ਉਹਦੇ ਜਿੰਨੇ ਜ਼ਹਿਰ ਦੇ ਰਸ ਆ ਨਾ, ਉਹ ਸਾਰੇ ਰਸ ਖਤਮ ਹੋ ਜਾਂਦੇ ਆ ਉਹਦੇ। ਡਾਰੇ ਬਿਖ ਦੋਏ, ਉਹ ਸਾਰੇ ਜਿਹੜੇ ਡਾਰੇ ਬਿਖ ਖੋਏ, ਸਾਰੇ ਜ਼ਹਿਰ ਗਵਾਚ ਜਾਂਦੀ ਉਹਦੀ ਅੰਦਰੋਂ ਪਵਿੱਤਰ ਹੋ ਜਾਂਦਾ ਗੁਰੂ ਨਾਨਕ ਵਰਗਾ। ਪੰਡਤ ਸੂਰ ਛਤਰਪਤ ਰਾਜਾ, ਕੋਈ ਪੰਡਤ ਦੁਨੀਆ ਦਾ ਵਿਦਵਾਨ, ਕੋਈ ਸੂਰਮਾ, ਕੋਈ ਛਤਰਪਤੀ ਰਾਜਾ ਨਹੀਂ ਉਹਦੇ ਬਰਾਬਰ, ਭਗਤ ਬਰਾਬਰ ਔਰ ਨਾ ਕੋਈ, ਸਭ ਤੋਂ ਉੱਪਰ ਭਗਤ ਆ। ਸਭ ਤੋਂ ਉੱਚੀ ਪਰਸਨੈਲਿਟੀ ਭਗਤ ਦੀ ਆ, ਰਾਜੇ ਦੀ ਨਹੀਂ ਹੈਗੀ, ਰੈਸਲਰ ਦੀ ਨਹੀਂ ਹੈਗੀ, ਪਲੇਅਰ ਦੀ ਨਹੀਂ ਹੈਗੀ, ਕਿਸੇ ਦੀ ਨਹੀਂ ਆ। ਸਭ ਤੋਂ ਉੱਚੀ ਜਿਹੜੀ ਉਹਦੀ ਪਰਸਨੈਲਿਟੀ ਆ ਭਗਤ ਦੀ ਹੁੰਦੀ ਹੈ, ਉਹਦੇ ਬਰਾਬਰ ਕੋਈ ਨਹੀਂ ਹੁੰਦਾ। ਜੈਸੇ ਪ੍ਰੈਨ ਪਾਤ ਰਹੇ ਜਲ ਸਮੀਪ, ਭੰਨ ਰਵਿਦਾਸ ਜਨਮੇ ਜਗ ਹੋਏ। ਕਹਿੰਦੇ ਰਵਿਦਾਸ ਜੀ ਆਖਦੇ ਆ ਕਿ ਜਿਵੇਂ ਭਗਤਾਂ ਦਾ ਜੰਮਣਾ ਏਦਾਂ ਆ, ਇਵੇਂ ਮੁਬਾਰਕ ਆ ਜਿਵੇਂ ਉਹ ਚੁਪੱਤੀ ਪਾਣੀ ਦੇ ਨੇੜੇ ਰਹਿ ਕੇ ਵੀ ਹਰੀ ਰਹਿੰਦੀ ਆ। ਸੋ ਇਸੇ ਤਰ੍ਹਾਂ ਦੁਨੀਆ 'ਚ ਆਉਂਦੇ ਆ, ਉਹ ਵਿਕਾਰਾਂ 'ਚ ਖਚਿਤ ਨਹੀਂ ਹੁੰਦੇ, ਉਹ ਦੁਨੀਆ ਦੀ ਤਰ੍ਹਾਂ ਨਹੀਂ ਵਿਚਰਦੇ, ਉਹ ਰੱਬ ਦੀ ਤਰ੍ਹਾਂ ਵਿਚਰਦੇ ਆ, ਗੁਰੂ ਨਾਨਕ ਦੀ ਤਰ੍ਹਾਂ ਵਿਚਰਦੇ ਆ। ਉਹਨਾਂ ਦਾ ਜੀਵਨ ਗੁਰੂ ਨਾਨਕ ਵਰਗਾ ਹੁੰਦਾ ਆ। ਸੋ ਸਾਰੀ ਦੁਨੀਆ ਉਹਨਾਂ ਨੂੰ ਯਾਦ ਕਰਦੀ ਆ, ਔਰ ਉਹਨਾਂ ਦੀ ਬਾਣੀ ਜੋ ਸਿੱਖਿਆ, ਦੇਖੋ ਭਗਤ ਬਾਣੀ ਜੋ ਅੱਜ ਆਪਾਂ ਨੂੰ ਮਿਲਦੀ ਆ, ਸਾਰੀ ਦੁਨੀਆ ਨੂੰ ਜੀਵਨ ਦਾਨ ਮਿਲ ਰਿਹਾ, ਸਾਰੀ ਦੁਨੀਆ ਨੂੰ ਰੂਹਾਨੀ ਜੀਵਨ, ਆਤਮਿਕ ਜੀਵਨ ਮਿਲ ਰਿਹਾ। ਇੱਕ ਪਾਸੇ ਦੁਨੀਆ ਡਿਪਰੈਸ਼ਨ ਵਿੱਚ, ਵਿਕਾਰਾਂ 'ਚ, ਗਲਤ ਕੰਮਾਂ 'ਚ, ਕੁਰੈਤਾਂ 'ਚ ਫਸੀ ਹੋਈ ਆ, ਉਹਨਾਂ ਦੀ ਬਾਣੀ 'ਚ ਜਿਹੜਾ ਉਹਨਾਂ ਦੀ ਬਾਣੀ ਨਾਲ ਜੁੜ ਜਾਂਦਾ ਆ, ਉਹ ਸਹੀ ਰਾਹ ਤੇ ਆ ਜਾਂਦਾ ਹੈ ਅੱਜ ਵੀ। ਸੋ ਆਪਾਂ ਵੀ ਪ੍ਰੇਰਿਤ ਹੋਣਾ ਆ ਇਹ ਗੁਰੂ ਸਾਹਿਬ ਵੱਲ, ਬਾਣੀ ਨੂੰ ਇਸ ਤਰ੍ਹਾਂ, ਇਸ ਖਜ਼ਾਨੇ ਨੂੰ ਖੋਲ੍ਹਣਾ ਆ, ਉਹਦੇ ਵਿੱਚ ਦੇਖਣਾ ਕੀ ਕੁਛ ਹੈਗਾ ਆ। ਸੋ ਸਾਰੀਆਂ ਚੀਜ਼ਾਂ ਆਪਾਂ ਲੈ ਸਕਦੇ। ਬਹੁਤ ਘੱਟ ਸਮਾਂ ਹੀ, ਬਹੁਤ ਸਿਰਫ ਮੈਂ ਤੁਹਾਨੂੰ ਇਹ ਜਿਹਨੂੰ ਮੈਂ ਹਿੰਟ ਮਾਤਰ ਦਿੱਤਾ ਸਾਰਾ ਕੁਛ। ਸੋ ਹੁਣ ਤੁਸੀਂ ਇਹ ਆਪ ਸਾਰਿਆਂ ਨੇ ਅਰਦਾਸ ਕਰਨੀ ਗੁਰੂ ਸਾਹਿਬ ਨੂੰ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਇੱਕ ਤਾਂ ਅਰਦਾਸ ਕਰ ਦਿਓ ਕਿ ਗੁਰੂ ਪਾਤਸ਼ਾਹ ਜੀ ਤੁਸੀਂ ਮੇਰੇ ਟੀਚਰ ਬਣ ਜਾਓ, ਤੁਸੀਂ ਮੇਰੇ ਗੁਰੂ ਆ, ਟੀਚਰ ਆ, ਮੈਨੂੰ ਸਿਖਾਉਣਾ ਆ ਸਭ ਕੁਛ ਦੁਨੀਆ, ਇਹ ਦੁਨੀਆ ਕਿਵੇਂ ਜੀਣੀ ਆ, ਇਹ ਲਾਈਫ ਕਿਵੇਂ ਜੀਣੀ ਆ, ਲਾਈਫ ਦਾ ਮਤਲਬ ਕੀ ਹੈਗਾ ਹੈ, ਜ਼ਿੰਦਗੀ ਮੈਨੂੰ ਸਿਖਾ ਦਿਓ, ਮੈਨੂੰ ਜੀਣਾ ਸਿਖਾ ਦਿਓ। ਇਹ ਅਰਦਾਸ ਕਰਨੀ ਆ। ਦੂਜੀ ਅਰਦਾਸ ਕਰਨੀ ਹੈ ਕਿ ਗੁਰੂ ਪਾਤਸ਼ਾਹ ਇਹ ਜਿਹੜੀਆਂ ਬਖਸ਼ਿਸ਼ਾਂ ਦੀ ਤੁਸੀਂ ਗੱਲ ਕਰਦੇ ਆ, ਤੁਹਾਡੇ ਖਜ਼ਾਨੇ 'ਚ ਇੰਨੀਆਂ ਬਖਸ਼ਿਸ਼ਾਂ ਆ, ਸੋ ਮੈਨੂੰ ਵੀ ਖਜ਼ਾਨੇ 'ਚ ਕੁਛ ਦਿਓ। ਆਪਾਂ ਰੋਜ਼ ਪੜ੍ਹਦੇ ਨਾ ਆਨੰਦ ਬਾਣੀ ਦੇ ਵਿੱਚ, ਆਨੰਦ ਸਾਹਿਬ 'ਚ, ਸੋ ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਸਭ ਕੁਛ ਆ ਤੁਹਾਡੇ ਘਰੇ, ਤੇ ਫਿਰ ਸਾਨੂੰ ਦਿਓ ਉਹ ਸਾਰੇ ਦੈਵੀ ਗੁਣ, ਉਹ ਸਾਰੀਆਂ ਬਖਸ਼ਿਸ਼ਾਂ, ਸਾਨੂੰ ਆਪਣਾ ਰੂਪ ਬਣਾ ਲਓ, ਬਾਣੀ ਦੀ ਵਿਚਾਰ ਦੇ ਕੇ ਆਪਣੀ ਮੱਤ ਦੇ ਦਿਓ, ਨਾਮ ਜਪਾ ਕੇ, ਤੇ ਸਾਨੂੰ ਆਪਣੇ ਵਾਲੀਆਂ ਸਾਰੀਆਂ ਬਖਸ਼ਿਸ਼ਾਂ ਤੇ ਆਪਣੇ ਵਾਲੀ ਦੈਵੀ ਗੁਣ ਵੀ ਦੇ ਦਿਓ। ਔਰ ਜਿਹਨੂੰ ਮਿਲ ਗਏ ਨਾ, ਇੱਕ ਗੱਲ ਯਾਦ ਰੱਖਣਾ, ਉਹਦੀ ਪਰਸਨੈਲਿਟੀ ਦੁਨੀਆ ਨੂੰ ਕਾਪੀ ਕਰੂਗੀ, ਸਾਰੀ ਦੁਨੀਆ, ਸਾਰੇ ਦੁਨੀਆ ਦੇ ਰਾਜੇ PM CM ਨੂੰ ਕਾਪੀ ਕਰਨਗੇ, ਦੁਨੀਆ ਦੇ ਪਿੱਛੇ ਪਿੱਛੇ ਤੁਰੂਗੀ। ਜਿਸ ਦਿਨ ਕੋਈ ਏਦਾਂ ਦਾ ਗੁਰਸਿੱਖ ਗੁਰੂ ਸਾਹਿਬ ਕੋਲੋਂ ਪੜ੍ਹ ਕੇ ਆਇਆ, ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਪੜ੍ਹ ਕੇ ਆਇਆ, ਬੰਦਿਆਂ ਕੋਲੋਂ ਨਹੀਂ, ਪ੍ਰਚਾਰਕਾਂ ਕੋਲੋਂ ਨਹੀਂ, ਡਾਇਰੈਕਟ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਪੜ੍ਹ ਕੇ ਆਇਆ। ਹੁਣ ਮੈਂ ਤੁਹਾਨੂੰ ਬਸ ਦੱਸਣਾ ਲਾਸਟ ਤੇ ਕਿ ਇਹ ਕਿਵੇਂ ਹੋ ਸਕਦਾ ਆ। ਸੋ ਇਹਨੂੰ ਆਪਾਂ ਕਰ ਕਿਵੇਂ ਸਕਦੇ ਹਾਂ, ਤੁਸੀਂ ਪ੍ਰੈਕਟੀਕਲ ਕਿਵੇਂ ਕਰ ਸਕਦੇ ਆ। ਬਸ 2-3 ਮਿੰਟ ਬਚੇ ਹੈਗੇ ਆ। ਸੋ ਇਹ ਰਾਜਯੋਗ ਕਹਿੰਦੇ ਇਹਨੂੰ, ਜੇ ਇਹ ਗੁਰੂ ਸਾਹਿਬ ਨੂੰ ਬਾਦਸ਼ਾਹਤ ਮਿਲ ਜਾਣੀ, ਵਾਹਿਗੁਰੂ ਨਾਲ ਮਿਲਾਪ ਹੋ ਜਾਣਾ, ਇਹਨੂੰ ਰਾਜਯੋਗ ਕਹਿੰਦੇ ਆ। ਸ਼ਾਹੇ ਸ਼ਹਿਨਸ਼ਾਹ ਦੇ ਪੁੱਤਰ ਆ ਤੇ ਤੁਸੀਂ ਰਾਜਕੁਮਾਰ ਆ, ਸ਼ਾਹੇ ਸ਼ਹਿਨਸ਼ਾਹ ਹੀ ਆ, ਗੁਰੂ ਸਾਹਿਬ ਨੇ ਸ਼ਾਹੇ ਸ਼ਹਿਨਸ਼ਾਹ ਹੀ ਬਣਾ ਦੇਣਾ ਤੁਹਾਨੂੰ। ਸੋ ਫਿਰ ਇਹਨੂੰ ਕਰਨ ਵਾਸਤੇ ਇੱਕ ਟਾਈਮ ਟੇਬਲ ਮੈਂ ਤੁਹਾਨੂੰ ਬੇਨਤੀ ਕਰੂੰਗਾ, 4 ਮਿੰਟ ਆਪਣੇ ਕੋਲ, ਸਿਰਫ ਮੈਂ ਟਾਈਮ ਟੇਬਲ ਤੇ ਬੋਲਣਾ। ਬੱਚੋ ਯਾਦ ਰੱਖਣਾ, ਕਦੇ ਵੀ ਜਿਹੜਾ ਬੱਚਾ ਮਾਂ ਪਿਓ ਦੇ ਆਖੇ ਨਹੀਂ ਲੱਗਦਾ, ਤੇ ਜਾਂ ਜਿਹੜਾ ਸਕੂਲ ਦਾ ਕੰਮ ਨਹੀਂ ਕਰਦਾ, ਉਹ ਵੀ ਕਾਮਯਾਬ ਨਹੀਂ ਹੋਊਗਾ ਕਦੇ ਵੀ ਇਸ ਰਾਹ ਤੇ, ਕਦੀ ਵੀ ਨਹੀਂ। ਆਪਣਾ ਇੱਕ ਸਟਰੋਂਗ ਟਾਈਮ ਟੇਬਲ ਬਣਾਉਣਾ ਆ। ਸੋ ਜਿਹੜੇ ਬੱਚੇ ਇੱਥੇ ਵੀ ਸਿੱਖਦੇ ਆ, ਮੇਰੇ ਕੋਲ ਵੀ ਕਾਫੀ ਬੱਚੇ ਜੁੜੇ ਹੁੰਦੇ ਆ, ਸੋ ਉੱਧਰ ਵੀ ਇੱਕ ID ਹੈਗੀ ਆ, ਉੱਤੇ ਵੀ ਆਪਾਂ ਕਾਫੀ ਭੈਣ ਜੀ ਉਹਨਾਂ ਨੂੰ ਪਤਾ, ਤੁਹਾਨੂੰ ਦੱਸ ਦੇਣਗੇ। ਸੋ ਉੱਥੇ ਇੱਕ ਸਟਰੋਂਗ ਟਾਈਮ ਟੇਬਲ ਆ ਬੱਚਿਆਂ ਦਾ, ਜਿਹੜੇ ਬੱਚੇ ਮੇਰੇ ਕੋਲੋਂ ਸਿੱਖ ਰਹੇ ਆ ਨਾ, ਅਸੀਂ ਸਾਰੇ ਮਿਲ ਕੇ ਸਿੱਖ ਰਹੇ ਹਾਂ ਗੁਰੂ ਸਾਹਿਬ ਕੋਲੋਂ। 3 ਤੋਂ 6, 3 ਵਜੇ ਬੱਚੇ ਸਾਰੇ ਉੱਠਦੇ ਆ। ਸੋ 3 ਤੋਂ 6 ਸਿਮਰਨ ਆ, ਨਾਮ ਜਪਣਾ, ਉਹਨਾਂ ਨੇ ਸ਼ਬਦ ਸੁਰਤ ਦੀ ਜਿਹੜਾ ਅਭਿਆਸ ਆ ਕਰਨਾ ਆ। ਉਸ ਤੋਂ ਬਾਅਦ 1 ਘੰਟਾ ਸਾਰੇ ਜਾਣੇ ਬਾਣੀ ਵਿਚਾਰਦੇ ਆ ਬੱਚੇ, ਇੱਕ ਸ਼ਬਦ ਖੋਲ ਕੇ ਅਰਥਾਂ ਸਮੇਤ, ਜਿਵੇਂ ਅੱਜ ਆਪਾਂ ਵਿਚਾਰਿਆ। ਉਸ ਤੋਂ ਬਾਅਦ ਜਿਵੇਂ ਹੁਣ ਤਾਂ ਜਿਵੇਂ ਲੋਕਡਾਊਨ ਆ, ਸਕੂਲ ਨਹੀਂ ਹੈਗੇ,
ਸੋ ਫਿਰ ਕੁਝ ਖਾ ਪੀ ਕੇ ਘੰਟਾ ਰੈਸਟ ਕਰਕੇ, ਜਿਵੇਂ 9 ਵਜੇ ਸਕੂਲ ਦੀਆਂ ਕਲਾਸਾਂ ਲੱਗਦੀਆਂ, ਸਾਰੀਆਂ ਕਲਾਸਾਂ ਲਾਓ 2-3 ਵਜੇ ਤੱਕ। ਉਸ ਤੋਂ ਬਾਅਦ ਕੀ ਕਰਨਾ, ਥੋੜ੍ਹੀ ਰੈਸਟ ਕਰ ਲਓ, ਕੁਝ ਖਾ ਪੀ ਲਓ, ਠੀਕ ਆ। ਫਿਰ ਉਸ ਤੋਂ ਬਾਅਦ ਘੰਟਾ ਖੇਡ ਲਿਆ, 1.5 ਘੰਟਾ ਆਪਣਾ ਪਲੇ ਟਾਈਮ ਰੱਖਣਾ ਆ। ਜਿਵੇਂ 7 ਵੱਜ ਗਿਆ, ਉਸ ਤੋਂ ਬਾਅਦ ਫਿਰ ਆਪਣਾ ਜਿਵੇਂ ਸੋਧਾਰਾ, ਫਿਰ ਉਸ ਤੋਂ ਬਾਅਦ ਨਾਲ ਆਪਣਾ ਬਾਣੀ ਦੀ ਵਿਚਾਰ ਕਰਨੀ 1 ਘੰਟਾ, ਫਿਰ 2 ਘੰਟੇ ਸੁਰਤੀ ਲਾਉਣੀ ਹੈ। 7 ਤੋਂ 8 ਬਾਣੀ ਦੀ ਵਿਚਾਰ, 8 ਤੋਂ 10 ਸੁਰਤੀ ਲਾਉਣੀ ਆ, ਨਾਮ ਜਪਣਾ ਆ, ਔਰ ਨਾਮ ਜਪਦੇ ਜਪਦੇ ਸੌਂ ਜਾਣਾ ਆਪਣੇ ਬੈੱਡ ਤੇ। ਔਰ ਇਹ ਟਾਈਮ ਟੇਬਲ, ਇੱਕ ਸਟਰੋਂਗ ਟਾਈਮ ਟੇਬਲ ਬਣਾ ਲਓ, ਉੱਤੇ ਲਿਖਣਾ ਹੈ ਕਿ ਇੰਨੇ ਵਜੇ ਮੈਂ ਬਾਣੀ ਵਿਚਾਰਨੀ ਆ, ਇੰਨੇ ਵਜੇ ਮੈਂ ਸਿਮਰਨ ਕਰਨਾ ਆ, ਇੰਨੇ ਵਜੇ ਮੈਂ ਪੜ੍ਹਾਈ ਕਰਨੀ ਆ। 8 ਘੰਟੇ ਪੜ੍ਹਾਈ ਦੇ, ਜਿਵੇਂ ਆਪਾਂ 10 ਘੰਟੇ ਪੜ੍ਹਾਈ ਦੇ ਲਿਖ ਲਓ। ਸੋ ਜਿਹੜਾ 10 ਘੰਟੇ ਕਰਦਾ ਉਹ 11 ਘੰਟੇ ਲਿਖੋ, ਵੱਧ ਲਿਖੋ ਥੋੜ੍ਹਾ। ਸੋ ਨਾਲ 4 ਘੰਟੇ ਸਿਮਰਨ ਦੇ ਲਿਖੋ, 2 ਘੰਟੇ ਬਾਣੀ ਦੀ ਵਿਚਾਰ ਲਿਖੋ, ਪੱਕਾ ਟਾਈਮ ਟੇਬਲ 'ਚ। ਔਰ ਆਪਣਾ ਟਾਈਮ, ਜਿਹੜੇ ਜੀਨੀਅਸ ਹੁੰਦੇ ਆ ਨਾ, ਇੱਕ ਗੱਲ ਯਾਦ ਰੱਖਣਾ, ਉਹਨਾਂ ਦਾ ਟਾਈਮ ਟੇਬਲ ਆਮ ਵਰਗਾ ਨਹੀਂ ਹੁੰਦਾ। ਉਹ ਬੱਚੇ ਆਲਸੀ ਨਹੀਂ ਹੁੰਦੇ। ਆਲਸੀ ਬੱਚਾ ਕੁਛ ਨਹੀਂ ਕਰ ਸਕਦਾ, ਕੁਛ ਵੀ ਨਹੀਂ, ਉਹ ਆਪਣੇ ਜੋਗਾ ਨਹੀਂ ਰਹਿੰਦਾ। ਉਹ ਹੋਰ ਉਹਨੇ ਕਿਸੇ ਲਈ ਕੀ ਕਰਨਾ ਦੁਨੀਆ ਲਈ। ਸੋ ਜੀਨੀਅਸ ਜਿਹੜੇ ਬੰਦੇ ਕੁਛ ਅੱਗੇ ਦੁਨੀਆ ਦੇ ਸਾਹਮਣੇ ਆਉਂਦੇ ਨਾ, ਭਾਵੇਂ ਪਲੇਅਰ ਹੋਣ, ਤੁਸੀਂ ਪਲੇਅਰਾਂ ਦੇ ਕੁੱਲੀ ਦੀ ਮਿਹਨਤ ਦੇਖਿਓ ਕਿੰਨੀ ਆ। ਸੋ ਮੈਂ ਰਾਹੁਲ ਦਰਾਵੜ ਦੀ ਮਿਹਨਤ ਪੜ੍ਹੀ, 18 ਘੰਟੇ ਉਹ ਗਰਾਊਂਡ ਵਿੱਚ ਪ੍ਰੈਕਟਿਸ ਕਰਦਾ ਹੁੰਦਾ, 18 ਘੰਟੇ ਡੇਲੀ ਗਰਾਊਂਡ 'ਚ ਹੀ ਖਾ ਕੇ ਉੱਥੇ ਹੀ ਸੌਂ ਜਾਣਾ ਥੱਕ ਕੇ, ਉੱਥੇ ਫਿਰ ਉੱਠ ਕੇ ਪ੍ਰੈਕਟਿਸ ਕਰਨੀ। ਸੋ ਇੰਨੀ ਮਿਹਨਤ ਸਾਨੂੰ ਕਰਨੀ ਪੈਣੀ ਆ। ਜੇ ਤੁਸੀਂ ਜਿਹੜੀਆਂ ਚੀਜ਼ਾਂ ਅੱਜ ਕਹੀਆਂ ਨਾ ਕਿ ਗੁਰੂ ਸਾਹਿਬ ਵਰਗੇ ਸ਼ਾਹੇ ਸ਼ਹਿਨਸ਼ਾਹ ਦੇ ਪੁੱਤਰ, ਸ਼ਾਹੇ ਸ਼ਹਿਨਸ਼ਾਹ ਬਣਨਾ ਹੈ, ਰਾਜ ਜੋਗ ਲੈਣਾ ਆ, ਕਿਉਂਕਿ ਦੁਨੀਆ ਤੁਹਾਨੂੰ ਕਾਪੀ ਕਰੇ। ਤੇ ਫਿਰ ਇਹ ਜਿਹੜਾ ਟਾਈਮ ਟੇਬਲ ਮੈਂ ਦੱਸਿਆ, ਇਹ ਟਾਈਮ ਟੇਬਲ ਨੂੰ ਬੜੇ ਸਟਰੋਂਗ ਤਰੀਕੇ ਦੇ ਨਾਲ ਇਹਨੂੰ ਫੋਲੋ ਕਰਨਾ ਹੈ, ਬਣਾ ਕੇ। ਸਿਰਫ ਬਣਾਉਣਾ ਨਹੀਂ, ਇਹਨੂੰ ਫੋਲੋ ਕਰਨਾ ਹਰ ਹਾਲ ਵਿੱਚ। ਹੋਰ ਮਦਦ ਲੈਣੀ ਹੋਊਗੀ, ਤੁਸੀਂ ਮੇਰੇ ਨੰਬਰ ਤੇ ਮੇਰੇ ਨਾਲ ਸੰਪਰਕ ਕਰ ਲਿਓ। 872862 ਨੰਬਰ ਆ। ਸੋ ਉੱਤੇ ਸੰਪਰਕ ਕਰ ਲੈਣਾ, ਜਾਂ ਭੈਣ ਜੀ ਹੁਣਾਂ ਕੋਲ ਲੈ ਲੈਣਾ, ਤੁਹਾਨੂੰ ਦੇ ਦੇਣਗੇ। ਸੋ ਆਪਾਂ ਮਿਲ ਕੇ, ਮੈਂ ਬਿਲਕੁਲ ਅਸੀਂ ਸਾਰੇ ਬੱਚੇ ਆਪਾਂ ਗੁਰੂ ਸਾਹਿਬ ਦੇ। ਸੋ ਜਿਵੇਂ ਇੱਕ ਭੈਣ ਭਰਾਵਾਂ ਦੀ ਤਰ੍ਹਾਂ, ਜਿਵੇਂ ਇੱਕ ਕਲਾਸ ਦੇ ਦੋਸਤਾਂ ਦੀ ਤਰ੍ਹਾਂ ਆਪਾਂ ਸਾਰੇ ਇੱਕ ਦੂਜੇ ਦੀ ਹੈਲਪ ਕਰਾਂਗੇ, ਗੁਰੂ ਸਾਹਿਬ ਕੋਲੋਂ ਸਿੱਖਾਂਗੇ। ਤੇ ਆਪਾਂ ਸਾਡੀ ਪਰਸਨੈਲਿਟੀ ਆਪਾਂ ਬਣਾਉਣੀ ਆ ਗੁਰੂ ਸਾਹਿਬ ਕੋਲੋਂ। ਗੁਰੂ ਗ੍ਰੰਥ ਸਾਹਿਬ ਜੀ ਬਣਾਉਣਗੇ ਤੇ ਦੁਨੀਆ ਦੇਖੂਗੀ। ਇਹ ਗੱਲ ਮੈਂ ਦਾਅਵੇ ਨਾਲ ਕਹਿਣਾ ਕਿ ਮੈਨੂੰ ਪਤਾ ਆ, ਸਾਡੇ ਗੁਰੂ ਐਸੇ ਆ ਨਾ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਸੋ ਟਾਈਮ ਟੇਬਲ ਸਟਰੋਂਗ ਜ਼ਰੂਰ ਬਣਾਉਣਾ ਆ ਸਾਰਿਆਂ ਨੇ। ਮੇਰੇ ਕੋਲ ਹੋਣੀ ਨਹੀਂ ਆ ਟਾਈਮ ਟੇਬਲ ਦੀ ਫੋਟੋ ਸ਼ੇਅਰ ਨਹੀਂ ਹੋਣੀ। ਜੇ ਕੋਈ ਕਰ ਸਕਦਾ ਤਾਂ ਕਰ ਦਿਓ ਪਲੀਜ਼ ਸਕਰੀਨ ਤੇ। ਸੋ ਉਹ ਫਿਰ ਉਹ ਸਾਰੇ ਬੱਚੇ ਉਹ ਜ਼ਰੂਰ ਬਣਾ ਕੇ ਰੱਖੋ। ਸੋ ਉਹਦੇ ਵਿੱਚ ਘਰ ਦਾ ਕੰਮ ਵੀ ਸ਼ਾਮਲ ਕਰਨਾ ਹੈ, ਕਿ ਜਿਹੜੇ ਆਪਣੇ ਮਾਂ ਪਿਓ ਦੇ ਨਾਲ ਹੈਲਪ ਕਰਾਉਣੀ ਆ, ਉਹ ਵੀ ਘੰਟੇ ਜਿੰਨੇ ਘੰਟੇ ਕਰਾਉਣੀ ਆ, ਉਹ ਵੀ ਸ਼ਾਮਲ ਕਰਨੇ ਆ। ਸਭ ਕੁਛ ਹੋਣਾ ਚਾਹੀਦਾ, ਕੰਪਲੀਟ ਟਾਈਮ ਟੇਬਲ ਹੋਣਾ ਚਾਹੀਦਾ ਹੈ, ਤੇ ਉਹਨੂੰ ਫੋਲੋ ਕਰਨਾ ਆ। ਤੇ ਉਹਨੂੰ ਕਦੇ ਵੀ ਜਿਵੇਂ ਛੁੱਟੀ ਨਹੀਂ ਕਰਨੀ, ਉਹਦੇ ਵਿੱਚ ਉਹਨੂੰ ਮਿਸ ਨਹੀਂ ਕਰਨਾ ਕਦੇ ਵੀ, ਕਿ ਆਪਾਂ ਵਾਂਢੇ ਚਲ ਗਏ ਜੀ, ਜਾਂ ਕੋਈ ਪ੍ਰਾਹੁਣੇ ਆ ਗਏ ਸਾਡੇ ਘਰੇ ਤੇ ਆਪਾਂ ਉਹਨਾਂ ਨਾਲ ਹੀ ਖੇਡਦੇ ਰਹੇ ਸਾਰਾ ਦਿਨ, ਸਾਨੂੰ ਪਤਾ ਹੀ ਨਹੀਂ ਕੀ ਕਰਨਾ। ਇੱਕ ਗੱਲ ਯਾਦ ਰੱਖਣੀ, ਜੇ ਜੀਨੀਅਸ ਬਣਨਾ, ਜੇ ਰਾਜਯੋਗ ਲੈਣਾ ਆ, ਜੇ ਗੁਰੂ ਸਾਹਿਬ ਕੋਲੋਂ ਸਿੱਖਣਾ ਤੇ ਗੁਰੂ ਸਾਹਿਬ ਵਰਗੇ ਬਣਨਾ ਆ, ਤੇ ਫਿਰ ਹਾਰਡ ਵਰਕਰ ਬਣਨਾ ਆ। ਸੋ ਗੁਰੂ ਸਾਹਿਬ ਕੋਲੋਂ ਇੰਨੀਆਂ ਬਖਸ਼ਿਸ਼ਾਂ ਲੈਣੀਆਂ ਆ। ਹੁਣ ਸਮਾਂ ਹੋ ਗਿਆ, ਭੁੱਲਾਂ ਚੁੱਕਾਂ ਦੀ ਮਾਫੀ, ਸ਼ਾਇਦ ਮੈਂ ਦੱਸ ਨਹੀਂ ਸਕਿਆ, ਬਹੁਤ ਕੁਛ ਸੀ ਮਨ ਵਿੱਚ, ਟਾਈਮ ਬਹੁਤ ਘੱਟ ਸੀ। ਸੋ ਮੈਂ ਮਾਫੀ ਚਾਹੁੰਦਾ ਹਾਂ, ਥੋੜ੍ਹਾ ਤੇਜ਼ ਵੀ ਬੋਲਣਾ ਪਿਆ ਕਿਉਂਕਿ ਮਟੀਰੀਅਲ ਜ਼ਿਆਦਾ ਸੀ ਤੇ ਸਮਾਂ ਘੱਟ ਸੀ। ਸੋ ਉਹਦੇ ਲਈ ਵੀ ਮਾਫੀ ਆ ਤੁਹਾਡੇ ਸਾਰਿਆਂ ਕੋਲੋਂ। ਸੋ ਤੁਹਾਡੇ ਜਿੰਨੇ ਵੀ ਸਵਾਲ ਹੋਣਗੇ ਤੁਸੀਂ ਪੁੱਛ ਸਕਦੇ ਆ ਹੁਣ। ਸੋ ਹੁਣ ਇੱਥੇ ਹੀ ਮੈਨੂੰ ਮਾਫੀ ਬਖਸ਼ਣੀ ਭੁੱਲਾਂ ਚੁੱਕਾਂ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਜੀ ਦਾ ਹਾਂਜੀ। ਬਹੁਤ-ਬਹੁਤ ਧੰਨਵਾਦ। ਆਪ ਜੀ ਦਾ ਬਹੁਤ ਹੀ ਵਧੀਆ ਸੈਸ਼ਨ ਸੀ ਤੇ ਆਪ ਜੀ ਨੇ ਬਹੁਤ ਹੀ ਵਧੀਆ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਜਿਸ ਤਰ੍ਹਾਂ ਆਪ ਜੀ ਨੇ ਦੱਸਿਆ ਕਿ ਗੁਰਬਾਣੀ ਜਿੱਡਾ ਖਜ਼ਾਨਾ ਹੋਰ ਕੋਈ ਨਹੀਂ, ਸਿਰਫ ਇੱਕ ਗੁਰਬਾਣੀ ਦਾ ਖਜ਼ਾਨਾ ਹੈ ਜੋ ਜਿੰਨਾ ਵਰਤੋਗੇ ਉਹ ਓਨਾ ਹੀ ਵਧੇਗਾ, ਪਰ ਦੁਨਿਆਵੀ ਮਾਇਆ ਦਾ ਖਜ਼ਾਨਾ ਹਮੇਸ਼ਾ ਘਟਦਾ ਹੀ ਜਾਊਗਾ। ਸੋ ਇਸ ਲਈ ਸਾਨੂੰ ਗੁਰਬਾਣੀ ਦੇ ਖਜ਼ਾਨੇ ਨਾਲ ਜੁੜਨਾ ਚਾਹੀਦਾ ਹੈ। ਇਹ ਅਨਮੋਲ ਰਤਨ ਸਾਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਚਾਹੀਦਾ ਹੈ। ਹੁਣ ਆਪ ਜੀ ਨੂੰ ਬੇਨਤੀ ਹੈ ਕਿ ਕੁਝ ਕੇ ਹੈਂਡ ਰੇਜ਼ ਹਨ, ਆਪ ਜੀ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣਾ ਜੀ। ਉਸ ਤੋਂ ਪਹਿਲਾਂ ਬੇਨਤੀ ਹੈ ਜੀ ਕਿ ਸਰਦਾਰ ਜਸਵਿੰਦਰ ਸਿੰਘ ਜੀ ਖਾਲਸਾ 2-4 ਮਿੰਟ ਲਈ ਸਾਡੇ ਨਾਲ ਵਿਚਾਰ ਸਾਂਝੇ ਕਰਨਗੇ। ਉਸ ਤੋਂ ਬਾਅਦ ਅਸੀਂ ਬੱਚਿਆਂ ਦੇ ਸਵਾਲ ਲਵਾਂਗੇ ਜੀ। ਬਹੁਤ ਹੀ ਸਤਿਕਾਰਯੋਗ ਮੇਰੇ ਵੀਰ ਜੀ, ਜਿਨ੍ਹਾਂ ਨੇ ਹੁਣੇ ਇੰਨਾ ਵਧੀਆ ਬੱਚਿਆਂ ਨੂੰ ਲੈਕਚਰ ਦਿੱਤਾ ਹੈ। ਮੈਂ ਖਾਸ ਕਰਕੇ ਧੰਨਵਾਦ ਕਰਨ ਵਾਸਤੇ 2 ਮਿੰਟ ਵਿੱਚੋਂ ਲਏ ਆ ਕਿ ਬਈ ਬਹੁਤ ਜ਼ਰੂਰੀ ਮੈਂ ਵੀਰ ਜੀ ਦਾ ਧੰਨਵਾਦ ਕਰਾਂ। ਬਹੁਤ ਪ੍ਰਚਾਰਕ ਦੇਖੇ ਆ, ਪਰ ਇੰਨਾ ਮਨ ਕਰਕੇ ਜਿਵੇਂ ਆਪ ਜੀ ਨਾਲ ਬੱਚਿਆਂ ਨੂੰ ਜੋੜਿਆ, ਵੀਰ ਜੀ ਮੈਂ ਆਪ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਸਾਨੂੰ ਇਹੋ ਜਿਹੇ ਪ੍ਰਚਾਰਕਾਂ ਦੀ ਲੋੜ ਹੈ, ਖਾਸ ਕਰਕੇ ਸਮੇਂ ਨੂੰ ਦੇਖ ਕੇ। ਤੇ ਬੱਚਿਆਂ ਨੂੰ ਮੈਂ 2 ਮਿੰਟ ਇਹੀ ਦੱਸਣਾ ਚਾਹੁੰਦਾ, ਬੱਚਿਓ ਜੋ ਕੋਈ ਤੁਹਾਨੂੰ ਵੀਰ ਜੀ ਨੇ ਦੱਸਿਆ ਹੀ ਹੈ, ਮੈਂ ਤੁਹਾਨੂੰ ਫਿਰ ਯਾਦ ਕਰਾਉਣਾ ਚਾਹੁੰਦਾ ਵਾਂ ਕਿ ਮੈਂ ਤੁਹਾਡੇ ਵਾਸਤੇ ਇੱਕ ਰੋਲ ਮਾਡਲ ਹਾਂ, ਹੈ ਨਾ। ਜੋ ਗੱਲਾਂ ਇਹਨਾਂ ਵੀਰ ਜੀ ਨੇ ਦੱਸੀਆਂ ਤੁਹਾਨੂੰ, ਬਿਲਕੁਲ ਇੱਕ ਇੱਕ ਗੱਲ ਮੇਰੇ ਕੋਲ ਜ਼ਿੰਦਗੀ 'ਚ ਪਰਮਾਤਮਾ ਨੇ ਮੈਨੂੰ ਦਿੱਤਾ ਹੈ। ਮੈਂ ਤੁਹਾਡੇ ਵਰਗਾ ਹੀ ਸੀਗਾ, ਤੁਹਾਡੇ ਕਣੀ ਛੋਟਾ ਜਿਹਾ ਸੀਗਾ ਤੇ ਪੜ੍ਹਾਈ ਕਰੀਦੀ ਸੀ ਤੇ ਮਾਤਾ ਪਿਤਾ ਨੇ ਸਾਨੂੰ ਇਸ ਪਾਸੇ ਜੋੜਿਆ ਸੀ। ਤੇ ਅੱਜ ਦੇਖੋ
ਕਿੱਥੋਂ ਮਹਾਰਾਜ ਨੇ ਮੈਨੂੰ ਸ਼ੁਰੂ ਕੀਤਾ। ਭਿਖਾਰੀ ਤੋਂ ਰਾਜਾ, ਇੱਕ ਮੰਗਤੇ ਤੋਂ ਦਾਤਾ। ਇਹ ਬੱਚਿਓ ਤੁਸੀਂ ਸਭ ਕਰ ਸਕਦੇ ਹੋ। ਮੇਰਾ 2 ਮਿੰਟ ਲੈਣ ਦਾ ਮਕਸਦ ਇਹੀ ਸੀ ਬੱਚਿਓ। ਤੁਸੀਂ ਨੇ ਸਾਰੇ ਬੱਚਿਆਂ ਨੇ ਬਹੁਤ ਧਿਆਨ ਨਾਲ ਬੇਟੇ ਇਹ ਦੁਬਾਰਾ ਇਹ ਸਾਡੀ ਜਿਹਨਾਂ ਬੱਚਿਆਂ ਨੇ ਧਿਆਨ ਨਾਲ ਨਹੀਂ ਸੁਣੀ ਨਾ ਇਹ ਅੱਜ ਦਾ ਲੈਕਚਰ, ਤੇ ਦੁਬਾਰਾ YouTube ਤੋਂ ਸੁਣ ਲੈਣਾ। ਕਿਉਂਕਿ ਦੇਖੋ ਮੈਂ ਦੁਨੀਆ ਦੀ ਹਰ ਚੀਜ਼ ਵੇਖ ਲਈ, ਆਪਣਾ ਹਵਾਈ ਜਹਾਜ਼ ਵੀ ਵੇਖ ਲਿਆ, ਮਹਿਲ ਵੀ ਘਰ ਦੇਖ ਲਿਆ, ਦੁਨੀਆ ਦੀ ਸਭ ਤੋਂ ਮਹਿੰਗੀਆਂ ਕਾਰਾਂ ਵੇਖ ਲਈਆਂ, ਸਾਰੇ ਸਵਾਦ ਫਿੱਕੇ ਪੈ ਗਏ। ਇਹ ਜੋ ਤੁਹਾਡੀ ਸੇਵਾ ਕਰਨ ਦਾ ਮੈਨੂੰ ਮੌਕਾ ਮਿਲਿਆ ਹੋਇਆ ਗੁਰੂ ਸਾਹਿਬ ਨੇ ਮੈਨੂੰ ਦਿੱਤਾ ਹੈ। ਗੁਰ ਕੀ ਸੇਵਾ ਤੋਂ ਉੱਤੇ ਕੋਈ ਸੁੱਖ ਨਹੀਂ ਹੈਗਾ, ਹੈ ਨਾ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜਨ ਲਈਏ। ਮੈਂ ਸਭ ਕੁਝ ਛੱਡ ਦਿੱਤਾ ਤੇ ਇਹ ਸੇਵਾ ਗੁਰੂ ਸਾਹਿਬ ਮੇਰੇ ਤੋਂ ਕਰਾ ਰਹੇ ਆ, ਭਾਈ ਸਾਹਿਬ ਜਸਬੀਰ ਸਿੰਘ ਖਾਲਸਾ ਖੰਨੇ ਵਾਲੇ। ਸੋ ਮੇਰਾ ਆਉਣ ਦਾ ਮਕਸਦ ਸਹੀ ਇਹੀ, ਪੂਰੇ 2 ਮਿੰਟ ਹੀ ਮੈਂ ਲੈਣੇ ਆ, ਹੁਣ ਸਮਾਪਤੀ ਕਰਨ ਜਾ ਰਿਹਾ ਕਿ ਬੱਚਿਓ ਪਲੀਜ਼ ਹੋਰਾਂ ਨੂੰ ਵੀ ਜੋੜੋ, ਆਪ ਵੀ ਜੋੜੋ। ਦੁਨੀਆ ਤੇ ਰਾਜ ਕਰਨ ਵਾਲੀ ਕੌਮ ਬਣਾ ਕੇ ਗਏ ਮੇਰੇ ਗੁਰੂ ਗੋਬਿੰਦ ਸਿੰਘ ਜੀ ਸਲਮਾਨ ਸਵਾਰ ਕੇ। ਸੋ ਅੱਜ ਦਾ ਲੈਕਚਰ ਦਾ ਮੈਂ ਧੰਨਵਾਦ ਕਰਦਾ। ਇਹ ਵੀਰ ਜੀ ਨੂੰ ਬੇਨਤੀ ਕਰਾਂਗੇ ਸਾਨੂੰ ਘੱਟੋ ਘੱਟ ਮਹੀਨੇ 'ਚ 1 ਲੈਕਚਰ, ਜੇ 2 ਹੋ ਸਕਣ 2 ਲੈਕਚਰ ਜ਼ਰੂਰ। ਸਾਡੇ ਪਿਆਰੇ ਬੱਚੇ 460 ਤੋਂ ਉੱਤੇ ਬੱਚਾ ਜੁੜਿਆ ਸੀਗਾ, ਬੜੀ ਬਖਸ਼ਿਸ਼ ਹੈ। ਸਾਡੇ ਬੱਚੇ ਬਖਸ਼ਿਸ਼ ਲੈਣਾ ਚਾਹੁੰਦੇ ਆ। ਸੋ ਆਪ ਦਾ ਧੰਨਵਾਦ ਕਰਦੇ ਹਾਂ। ਆਓ ਅੱਗੇ ਦਾ ਪ੍ਰੋਗਰਾਮ ਸ਼ੁਰੂ ਕਰੋ ਬੱਚਿਓ, ਜੋ ਵੀ ਕਰਨਾ ਪ੍ਰੋਗਰਾਮ ਆਪ ਜੀ ਕਰੋ। ਮੈਂ ਇੱਥੇ ਹੀ ਫਤਿਹ ਬੁਲਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਹੁਣ ਅਸੀਂ ਹੈਂਡ ਰੇਜ਼ ਲਵਾਂਗੇ। EPP ਨੰਬਰ 16117। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਨੂੰ ਬਹੁਤ ਵਧੀਆ ਸਿੱਖਿਆ ਦਿੱਤੀ। ਵਾਹਿਗੁਰੂ ਜੀ, ਮੇਰਾ ਕੁਐਸਚਨ ਹੈ ਕਿ ਅਸੀਂ ਪਰਮਾਤਮਾ ਨਾਲ ਗੱਲਬਾਤ ਕਿਵੇਂ ਕਰ ਸਕਦੇ ਹਾਂ? ਹਾਂਜੀ, ਬਹੁਤ ਸੋਹਣਾ ਸਵਾਲ ਆ। ਜਿਵੇਂ ਦੇਖੋ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਸੋ ਵਾਹਿਗੁਰੂ ਜੋਤ ਪ੍ਰਕਾਸ਼, ਵਾਹਿਗੁਰੂ ਨਾ ਆਪ ਹੀ ਗੁਰੂ ਨਾਨਕ ਬਣਿਆ। ਉਹਨੇ ਸਾਰੀ ਸਾਨੂੰ ਸਿੱਖਿਆ ਦਿੱਤੀ, ਇੰਨੀ ਬਾਣੀ ਰਚੀ, ਐਡਾ ਖਜ਼ਾਨਾ ਦਿੱਤਾ, 239 ਸਾਲ ਜੀਵਨ ਜਾਚ ਦਿੱਤੀ ਪ੍ਰੋਪਰ। ਸੋ ਅੱਜ ਵੀ ਜਦੋਂ ਆਪਾਂ ਵਾਹਿਗੁਰੂ ਦੇ ਪ੍ਰਕਾਸ਼ ਹੋਊਗਾ, ਤੁਹਾਨੂੰ ਜੇ ਤੁਸੀਂ ਗੱਲ ਕਰਨੀ ਚਾਹੋਗੇ 2 ਤਰੀਕਿਆਂ ਨਾਲ ਪ੍ਰਕਾਸ਼ ਵਾਹਿਗੁਰੂ ਗੱਲ ਕਰਦੇ ਆ। ਇੱਕ ਜਿਵੇਂ ਆਪਾਂ ਮੰਨ ਲਓ ਪ੍ਰਕਾਸ਼ ਹੋ ਰਿਹਾ ਤੁਹਾਨੂੰ, ਆਪਾਂ ਜਿਵੇਂ ਪ੍ਰਕਾਸ਼ ਵਾਹਿਗੁਰੂ ਜੀ ਫਤਿਹ ਬੁਲਾਓਗੇ ਵਾਹਿਗੁਰੂ ਜੀ ਨੂੰ ਤੇ ਆਪਣਾ ਸਵਾਲ ਕਰੋਗੇ, ਸਿੱਧਾ ਜਵਾਬ ਤੁਹਾਡੇ ਸਮਝ 'ਚ ਪਾ ਦੇਣਗੇ। ਸਾਡੇ ਸੈਂਸ ਔਰਗਨ ਆ ਨਾ, ਅੱਖਾਂ ਕੰਨ, ਇਹਦੇ ਨਾਲ ਸੁਣ ਕੇ ਸੁਣਦੇ ਆ ਜਾਂ ਜੋ ਅਸੀਂ ਦੇਖਦੇ ਹਾਂ ਤਾਂ ਸਾਡੇ ਦਿਮਾਗ ਤੱਕ ਜਾਂਦੀ, ਸਮਝ ਤੱਕ ਜਾਂਦੀ ਹੈ ਗੱਲ, ਤੇ ਸਾਡੀ ਸਮਝ 'ਚ ਆ ਜਾਂਦੀ ਹੈ ਪਕੜ 'ਚ, ਉਹ ਸਿੱਧੀ ਪਕੜ 'ਚ ਹੀ ਪਾ ਦਿੰਦੇ ਆ। ਦੂਜੀ ਗੱਲ, ਉਹ ਜੋਤ ਰੂਪ ਹਰ ਆਪ ਗੁਰੂ ਨਾਨਕ ਹੈ, ਉਹੀ ਜੋਤ ਗੁਰੂ ਨਾਨਕ ਪਾਤਸ਼ਾਹ ਬਣ ਕੇ ਤੁਹਾਡੇ ਨਾਲ ਗੱਲ ਕਰ ਲੈਣਗੇ। ਗੁਰੂ ਸਾਹਿਬ ਗੁਰ ਪਰਮੇਸ਼ਰ ਏਕ ਹੈ, ਸਭ ਮੇਂ ਰਹਿ ਸਮਾਏ, ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਵਾਹਿਗੁਰੂ ਵਿੱਚ ਤੇ ਗੁਰੂ ਨਾਨਕ 'ਚ ਫਰਕ ਹੀ ਨਹੀਂ ਆ। ਗੁਰੂ ਨਾਨਕ ਪਾਤਸ਼ਾਹ ਗੱਲ ਨਾਲ ਲਾ ਲੈਂਦੇ ਆ, ਗੱਲਬਾਤ ਕਰਦੇ ਆ। ਠੀਕ ਆ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਮੈਂ ਇਹ ਪੁੱਛਣਾ ਸੀ ਵੀ ਕੁਝ ਲੋਕ ਜਿਹੜੇ ਵੀ ਗੁਰਬਾਣੀ ਪੜ੍ਹਦੇ ਨੇ ਵੀ ਉਹਨਾਂ ਤੇ ਵੀ ਫਿਰ ਵੀ ਦੁਨਿਆਵੀ ਖਜ਼ਾਨੇ ਆ ਜਿਹੜੇ ਉਹ ਕਿਉਂ ਇੰਨੇ ਵੀ ਹਾਵੀ ਹੋ ਜਾਂਦੇ ਨੇ, ਜਾਂ ਵਿਕਾਰ ਕਿਉਂ ਇੰਨੇ ਹਾਵੀ ਹੋ ਜਾਂਦੇ ਨੇ ਵੀ ਉਹ ਜਿਹੜੇ ਆਤਮਿਕ ਖਜ਼ਾਨੇ ਨੂੰ ਜਿਹੜੇ ਵੀ ਵਿਸਾਰ ਦਿੰਦੇ ਨੇ ਜੀ? ਉਹ ਸਹੀ ਤਰੀਕੇ ਨਾਲ ਨਹੀਂ ਪੜ੍ਹਦੇ, ਸਹੀ ਤਰੀਕੇ ਨਾਲ ਸਿੱਖਦੇ ਨਹੀਂ ਆ ਗੁਰੂ ਸਾਹਿਬ ਕੋਲੋਂ। ਸੋ ਇੱਕ ਪੜ੍ਹਨਾ ਹੋਰ ਗੱਲ ਆ, ਇੱਕ ਗੁਰੂ ਦੀ ਮੱਤ ਲੈ ਲੈਣੀ ਹੋਰ ਗੱਲ ਆ। ਬਾਣੀ ਵਿਚਾਰ ਕੇ, ਬਾਣੀ ਸਾਰੀ ਮੱਤ ਆ, ਗੁਰੂ ਨਾਨਕ ਦੀ ਮੱਤ ਆ, ਗੁਰੂ ਸਾਹਿਬ ਦੇ ਬਚਨ ਆ, ਗੁਰੂ ਸਾਹਿਬ ਦੀ ਵਿਚਾਰਧਾਰਾ, ਗੁਰੂ ਸਾਹਿਬ ਦੀ ਸੋਚ। ਜਿਹਨੂੰ ਆਪਾਂ ਪੜ੍ਹਾਂਗੇ, ਉਹਨੂੰ ਆਪਣੀ ਜ਼ਿੰਦਗੀ ਤੇ ਅਪਲਾਈ ਕਰਾਂਗੇ, ਗੁਰੂ ਸਾਹਿਬ ਦੇ ਅਨੁਸਾਰ ਚੱਲਾਂਗੇ, ਫਿਰ ਕਦੇ ਇੱਦਾਂ ਨਹੀਂ ਹੋਊਗਾ। ਜੇ ਆਪਾਂ ਜਿਵੇਂ ਆਪਾਂ ਕਹਿੰਦੇ ਹਾਂ ਕਿ ਆਪਾਂ 50% ਗੁਰੂ ਸਾਹਿਬ ਦੀ ਗੱਲ ਮੰਨ ਲੈਂਦੇ ਹਾਂ, 50% ਆਪਣੀ ਸੋਚ ਵੀ ਨਾਲ ਰੱਖਦੇ ਹਾਂ, ਫਿਰ ਬੰਦਾ ਹਾਰ ਜਾਂਦਾ ਆ, ਫਿਰ ਫੇਲ ਹੋ ਜਾਂਦਾ ਆ ਉਹ। ਫਿਰ ਜੋ ਤੁਸੀਂ ਕਿਹਾ ਜਿਵੇਂ ਉਹ ਵਿਕਾਰਾਂ ਵਿੱਚ ਫਿਰ ਰੁਲ ਜਾਂਦਾ ਆ। ਹਾਂਜੀ ਵਾਹਿਗੁਰੂ ਜੀ, ਅੱਗੇ ਨੈਕਸਟ। ਫਤਿਹ। ਸਭ ਤੋਂ ਪਹਿਲਾਂ ਵਾਹਿਗੁਰੂ। ਤਾਂ ਮੈਂ ਆਪ ਜੀ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਆਪ ਜੀ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਤੇ ਅੱਜ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਅਸੀਂ ਵਾਹਿਗੁਰੂ ਜੀ ਤੋਂ ਬਿਨਾਂ ਕੁਝ ਵੀ ਨਹੀਂ ਹਾਂ। ਜੇ ਅਸੀਂ ਪਰਮਾਤਮਾ ਜੀ ਦਾ ਨਾਮ ਸਿਮਰਨ ਕਰਾਂਗੇ ਤਾਂ ਅਸੀਂ ਮੋਹ ਮਾਇਆ ਤੋਂ ਵੀ ਦੂਰ ਰਵਾਂਗੇ ਤੇ ਸਾਡਾ ਮਨ ਵੀ ਕੰਟਰੋਲ ਵਿੱਚ ਰਹੇਗਾ ਅਤੇ ਸਾਨੂੰ ਦੁੱਖ ਵਿੱਚ ਵੀ ਹਮੇਸ਼ਾ ਸੁੱਖ ਹੀ ਲੱਗੇਗਾ। ਜਿਵੇਂ ਅੰਕਲ ਜਸਵਿੰਦਰ ਸਿੰਘ ਜੀ ਖਾਲਸਾ ਨੇ ਇੰਨੀ ਮੁਸ਼ਕਿਲ ਹੁੰਦੇ ਹੋਏ ਵਾਹਿਗੁਰੂ ਜੀ ਦਾ ਨਾਮ ਨਹੀਂ ਛੱਡਿਆ, ਉਵੇਂ ਹੀ ਸਾਨੂੰ ਵੀ ਪਰਮਾਤਮਾ ਜੀ ਦਾ ਕਦੇ ਵੀ ਨਾਮ ਨਹੀਂ ਛੱਡਣਾ ਚਾਹੀਦਾ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਹਾਂਜੀ ਵੀਰ ਜੀ, ਤੁਹਾਡੀਆਂ ਸਾਰੀਆਂ ਗੱਲਾਂ ਬੜੇ ਧਿਆਨ ਨਾਲ ਸੁਣੀਆਂ ਵਾ ਤੇ ਬਹੁਤ ਵਧੀਆ ਤੁਹਾਡੀਆਂ ਗੱਲਾਂ ਵੀਰ ਜੀ, ਬਹੁਤ ਹੀ ਜ਼ਿਆਦਾ ਵਧੀਆ। ਜਿੰਨੀ ਸਿਫਤ ਕਰੀਏ ਬੜੀ ਸਤਿਗੁਰ ਦੀ ਕਿਰਪਾ ਵਾ, ਬੱਚੇ ਸਿੱਖ ਰਹੇ ਹਨ ਭਾਜੀ। ਸਾਡੇ ਵੀ 2 ਬੱਚੇ ਨਾਲ ਤੁਹਾਡੇ ਅਟੈਚ ਵਾ ਤੇ ਜਿੱਦਾਂ
ਬਾਪੂ ਜੀ ਨੇ ਪਹਿਲਾਂ ਕਿਹਾ ਸੀ ਵੀ ਤੁਹਾਨੂੰ ਟਾਈਮ ਮਿਲੇ, ਤੇ ਮੇਰੀ ਵੀ ਇਹ ਬੇਨਤੀ ਆ ਵੀ ਪ੍ਰੋਜੈਕਟ ਨੂੰ ਵੀ ਤੁਹਾਨੂੰ ਮਹੀਨੇ 'ਚ 2 ਵਾਰੀ ਜਾਂ 3 ਵਾਰੀ ਟਾਈਮ ਦਿੱਤਾ ਜਾਵੇ। ਤੇ ਜੋ ਤੁਸੀਂ ਸੇਵਾ ਕਰ ਰਹੇ ਜੇ ਬਹੁਤ ਵਧੀਆ ਵਾ, ਬੜੀ ਸਤਿਗੁਰ ਦੀ ਕਿਰਪਾ ਵਾ। ਨਰੋਲ ਤੁਸੀਂ ਗੱਲ ਕੀਤੀ, ਗੁਰਬਾਣੀ ਦੀ ਗੱਲ ਕੀਤੀ ਆ, ਬੱਚਿਆਂ ਨੂੰ ਸਮਝਾਉਣ ਵਾਸਤੇ ਬਹੁਤ ਵਧੀਆ ਦੱਸਿਆ। ਤੁਹਾਡਾ ਧੰਨਵਾਦ ਹੀ ਕਰਨਾ ਸੀ। ਤੇ ਬਾਕੀ ਪ੍ਰੋਜੈਕਟ ਨੂੰ ਬੇਨਤੀ ਵੀ ਤੁਹਾਨੂੰ ਦੁਬਾਰਾ ਫਿਰ ਧੰਨਵਾਦ ਗੁਰੂ ਇਦਾਂ ਸਾਹਿਬ ਚਾਂਸ ਦਿਆ ਕਰਨ। ਹਾਂਜੀ, ਬਹੁਤ ਧੰਨਵਾਦ ਕਿਰਪਾ ਗੁਰੂ ਭਾਜੀ। ਸਾਹਿਬ ਦਾ। ਸਾਰੀ ਇਹ ਗੇਮ ਗੁਰੂ ਸਾਹਿਬ ਦੀ ਆ। ਗੁਰੂ ਸਾਹਿਬ ਨੇ ਜਿਵੇਂ ਮੈਨੂੰ ਜੋੜਿਆਂ 'ਚ ਸਿਖਾਇਆ ਸੰਗਤ ਦਿਆਂ 'ਚ, ਮੈਂ ਅੱਜ ਵੀ ਸੰਗਤ ਦੇ ਜੋੜਿਆਂ ਜਾਂ ਬੱਚਿਆਂ ਦੇ ਜੋੜਿਆਂ 'ਚ ਬੈਠਾ ਆ। ਤੇ ਦਿਨ ਰਾਤ ਹਾਂਜੀ। 24 ਘੰਟੇ ਜਿਹਨੂੰ ਵੀ ਹੈਲਪ ਦੀ ਲੋੜ ਹੋਗੀ ਹਰ ਤਰ੍ਹਾਂ ਨਾਲ ਵਾਹਿਗੁਰੂ ਕਰਨ ਨੂੰ ਤਿਆਰ ਆ। ਆਪਣਾ ਨੰਬਰ ਵੀਰ ਜੀ ਦੁਬਾਰਾ ਬੋਲ ਦਿਓ, ਜਿਹੜਾ ਲਿਖਿਆ ਨਹੀਂ ਗਿਆ। ਹਾਂਜੀ 87 2800 6200 87 2800 6200। ਹਾਂ ਮਿਹਰਬਾਨੀ, ਥੈਂਕ ਯੂ। 6200 ਹਾਂਜੀ ਵਾਹਿਗੁਰੂ ਜੀ, ਠੀਕ ਹੈ ਜੀ। ਹਾਂਜੀ ਵਾਹਿਗੁਰੂ। ਮੇਰਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਇਹ ਸਵਾਲ ਹੈ ਵੀ ਕਈ ਲੋਕ ਬਹੁਤ ਅਮੀਰ ਹੁੰਦੇ ਆ ਪਰ ਫਿਰ ਵੀ ਉਹ ਬੁਰੇ ਕਰਮ ਕਰਦੇ ਆ ਤੇ ਮਨ ਤੋਂ ਬੁਰੇ ਹੁੰਦੇ ਆ, ਫਿਰ ਵੀ ਉਹ ਇੰਨੇ ਅਮੀਰ ਕਿਵੇਂ ਹੁੰਦੇ ਆ? ਅਮੀਰੀ ਦੀ ਗੱਲ ਨਹੀਂ ਹੈਗੀ ਵਾਹਿਗੁਰੂ ਜੀ, ਇਹ ਉਹ ਪਿਛਲੇ ਕਰਮਾਂ ਦੇ ਅਨੁਸਾਰ ਜੋ ਵਾਹਿਗੁਰੂ ਨੇ ਦੇ ਦਿੱਤਾ, ਸੋ ਇਹ ਵਾਹਿਗੁਰੂ ਦੇ ਹੁਕਮ 'ਚ ਹੁੰਦਾ ਆ। ਅਮੀਰੀ ਗਰੀਬੀ ਸਾਰਾ ਕੁਛ ਸੋ ਉਹ ਉਹਨਾਂ ਨੂੰ ਮਿਲ ਗਿਆ। ਪਰ ਜਿਹੜੀ ਗੱਲ ਹੈਗੀ ਆ ਕਿ ਚੰਗੇ ਜਾਂ ਬੁਰੇ ਹੋਣ ਦੀ, ਉਹ ਜਿਹੜਾ ਬਾਣੀ ਨਾਲ ਜੁੜੂਗਾ, ਗੁਰੂ ਸਾਹਿਬ ਨਾਲ ਜੁੜੂਗਾ, ਗੁਰੂ ਸਾਹਿਬ ਕੋਲੋਂ ਸਿੱਖੂਗਾ, ਗੁਰੂ ਸਾਹਿਬ ਕੋਲੋਂ ਮਤ ਲਊਗਾ, ਉਹ ਚੰਗਾ ਹੋ ਜਾਊਗਾ। ਕਿਉਂਕਿ ਜਿਹੜੇ ਆਪਣੇ ਗੁਰੂ ਸਾਹਿਬਾਨ ਜਨਮ ਤੇ ਕੀ ਕਰਤਨਾ ਲਾਗੀ ਵਾਰ, ਜੇ 100 ਚੰਦਾ ਉਗਵੇ ਸੂਰਜ ਚੜੇ 1000, ਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਗੁਰੂ ਸਾਹਿਬ ਤੋਂ ਬਿਨਾਂ ਕੁੱਪ ਹਨੇਰਾ ਹੀ ਰਹੂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਹੈ। ਹਾਂਜੀ ਵਾਹਿਗੁਰੂ ਜੀ, ਜਿਵੇਂ ਕੋਈ ਵੀ ਇਨਸਾਨ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰਦਾ ਹੈ ਨਾ, ਉਹ ਬਹੁਤ ਕੋਸ਼ਿਸ਼ ਕਰਦਾ ਬਦਲਣ ਦੀ, ਪਰ ਕਹਿੰਦੇ ਕਿ ਇਨਸਾਨ ਇੱਕ ਅਚਾਨਕ ਮਤਲਬ ਪੂਰੀ ਤਰ੍ਹਾਂ ਆਪਣੇ ਆਪ ਨੂੰ ਨਹੀਂ ਬਦਲ ਸਕਦਾ। ਹੁਣ ਜੇ ਕੋਈ ਇਨਸਾਨ ਹੈ, ਉਹ ਆਪਣੇ ਆਪ ਨੂੰ ਬਦਲਣਾ ਚਾਹੁੰਦਾ ਹੈ ਨਾ, ਵਾਹਿਗੁਰੂ ਜੀ ਵਾਲਾ ਬਣਾਉਣਾ ਚਾਹੁੰਦਾ ਹੈ, ਪਰ ਉਹਦਾ ਧਿਆਨ ਫਿਰ ਵੀ ਉਹ ਇੰਨੀ ਕੋਸ਼ਿਸ਼ ਕਰਦਾ ਹੈ ਮਤਲਬ ਅਮੀਰੀ ਵੱਲ ਜਾਂ ਹੋਰ ਚੀਜ਼ਾਂ ਵੱਲ, ਮਤਲਬ ਉਸਦਾ ਮਾਇੰਡ ਅਟਰੈਕਟ ਹੋ ਰਿਹਾ ਹੈ, ਤਾਂ ਫਿਰ ਉਸਨੂੰ ਕੀ ਕਰਨਾ ਚਾਹੀਦਾ? ਮਤਲਬ ਉਹ ਦਿਲੋਂ ਮਤਲਬ ਗੁਰੂ ਜੀ ਵਾਲਾ ਬਣਨਾ ਚਾਹੁੰਦਾ ਹੈ। ਇੱਕ ਤਾਂ ਸਿਮਰਨ ਕਰਨਾ ਪੈਣਾ, ਨਾਮ ਜਪਣਾ ਪੈਣਾ। ਦੂਜਾ ਬਾਣੀ ਦੀ ਵਿਚਾਰ ਕਰਨਾ ਪੈਣਾ ਰੈਗੂਲਰ, ਜਿਵੇਂ ਮੈਂ ਟਾਈਮ ਟੇਬਲ 'ਚ ਦੱਸਿਆ ਆ। ਠੀਕ ਆ। ਤੀਜੀ ਗੱਲ ਸੰਗਤ ਜ਼ਰੂਰ ਕਰਨੀ ਆ। ਚੌਥੀ ਗੱਲ ਸੰਗਤ ਦੀ ਚਰਨ ਧੂੜ ਲੈਣੀ ਆ। ਸੰਗਤ ਦੇ ਹੱਥਾਂ ਦੇ ਨਾਲ ਆਪਣੇ ਅੰਦਰ ਨਾਲ ਜੋੜੇ ਝਾੜਨੇ ਆ, ਜੂਠੇ ਭਾਂਡੇ ਮਾਂਜਣੇ ਆ, ਗੁਰਦੁਆਰੇ ਝਾੜੂ ਪੋਚੇ ਦੀ ਸੇਵਾ ਕਰਨੀ ਆ, ਤਾਂ ਕਿ ਸਾਡਾ ਜਿਹੜਾ ਲੈਵਲ ਆ ਨਾ, ਨਿਮਰਤਾ 'ਚ ਰਹੀਏ, ਸਾਡੇ ਜਿਹੜੇ ਪੈਰ ਆ ਜ਼ਮੀਨ ਤੇ ਰਹਿਣ, ਹਉਮੈ ਨਾ ਅੰਦਰ ਆਏ। ਸੋ ਇੰਨੀਆਂ ਗੱਲਾਂ ਰੈਗੂਲਰ ਕਰੋਗੇ ਜਦੋਂ ਤੁਸੀਂ, ਤਾਂ ਫਿਰ ਕਦੇ ਏਦਾਂ ਨਹੀਂ ਹੋਊਗਾ ਕਿ ਕਦੇ ਫਿਰ ਉਹ ਗੁਰੂ ਨਾਨਕ ਬਣ ਹੀ ਜਾਊਗਾ, ਗੁਰੂ ਸਾਹਿਬ ਵਰਗਾ ਬਣ ਜਾਊਗਾ, ਜੇ ਉਹ ਰੈਗੂਲਰ ਇਹ ਗੱਲਾਂ ਅਪਣਾ ਲੈਂਦਾ ਤਾਂ। ਵਾਹਿਗੁਰੂ ਜੀ, ਹੁਣ ਸਮਾਂ ਹੋ ਗਿਆ ਹੈ। ਆਪ ਜੀ ਦਾ ਬਹੁਤ-ਬਹੁਤ ਧੰਨਵਾਦ। ਆਪ ਜੀ ਸਾਡੇ ਨਾਲ ਜੁੜੇ। ਐਜੂਕੇਟ ਪੰਜਾਬ ਪ੍ਰੋਜੈਕਟ ਦੀ ਪੂਰੀ ਟੀਮ ਵੱਲੋਂ ਆਪ ਜੀ ਦਾ ਧੰਨਵਾਦ। ਆਪ ਜੀ ਫਿਰ ਠੀਕ ਹੈ ਵਾਹਿਗੁਰੂ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਮਾਂ ਦਿੱਤਾ ਹੈ, ਸੇਵਾ ਬਖਸ਼ੀ ਹੈ। ਵਾਹਿਗੁਰੂ ਜੀ, ਬਹੁਤ ਸ਼ੁਕਰਾਨਾ ਤੁਹਾਡਾ ਸਭ ਦਾ। ਜੀ ਵਾਹਿਗੁਰੂ। ਸੋ ਇੱਥੇ ਕੈਂਪ ਦੀ ਸਮਾਪਤੀ ਹੈ ਜੀ। ਸੋ ਜਿਸ ਨੇ ਵੀ ਆਪਣੀ ਅਟੈਂਡੈਂਸ ਲਗਾਉਣੀ ਹੈ, ਉਹ ਅਟੈਂਡੈਂਸ ਲਗਾ ਕੇ ਲੀਵ ਕਰ ਸਕਦਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।